ਪ੍ਰਾਈਮ ਏਸ਼ੀਆ ਟੀਵੀ ਤੁਸੀਂ ਹਰ ਰੋਜ਼ ਦੇਖਦੇ ਹੋ, ਇੰਨਾ ਪਿਆਰ ਦਿੰਦੇ ਹੋ, ਉਹਦੇ ਲਈ ਬੜਾ ਧੰਨਵਾਦ। ਇਹ ਪ੍ਰੋਗਰਾਮ ਪ੍ਰਾਈਮ ਫੋਕਸ ਅਸੀਂ ਆਪ ਜੀ ਲਈ ਲੈ ਕੇ ਆਉਂਦੇ ਹਾਂ। ਹਫਤੇ ਦੇ ਵਿੱਚ ਤਾਂ ਐਂਡ ਵਾਲੇ ਦਿਨ ਅਸੀਂ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਜੋ ਕੁਝ ਹੋਇਆ ਹਫਤੇ 'ਚ ਆਪਾਂ ਉਹ ਜਾਣ ਲਈਏ, ਦੇਖ ਲਈਏ, ਜਾਂ ਜੋ ਇਸ ਵਕਤ ਕੋਈ ਖਾਸ ਮਾਹੌਲ ਬਣ ਰਿਹਾ ਉਹਦੇ 'ਤੇ ਵਿਚਾਰ ਚਰਚਾ ਕਰ ਲਈ। ਕਿਉਂਕਿ ਕਈ ਗੱਲਾਂ ਇੱਦਾਂ ਹੁੰਦੀਆਂ ਜਿਹੜੀਆਂ ਆਮ ਤੌਰ 'ਤੇ ਤੁਹਾਨੂੰ ਅਖਬਾਰਾਂ 'ਚੋਂ, ਟੈਲੀਵਿਜ਼ਨਾਂ ਤੋਂ ਨਹੀਂ ਮਿਲਦੀਆਂ, ਪਰ ਉਹ ਚੀਜ਼ਾਂ ਅੰਦਰ ਖਾਤੇ ਕਿਤੇ ਚੱਲ ਰਹੀਆਂ ਹੁੰਦੀਆਂ। ਉਹ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ, ਜਾਂ ਤਾਂ ਆਪਾਂ ਨੂੰ ਸਿੱਧੀਆਂ ਜਾਂ ਅਸਿੱਧੀਆਂ ਪ੍ਰਭਾਵਿਤ ਕਰ ਸਕਦੀਆਂ। ਉਹ ਸਮਾਜਿਕ ਵੀ ਹੋ ਸਕਦੀਆਂ, ਆਰਥਿਕ ਵੀ ਹੋ ਸਕਦੀਆਂ ਅਤੇ ਰਾਜਨੀਤਿਕ ਵੀ ਹੋ ਸਕਦੀਆਂ ਨੇ। ਅੱਜ ਵੀ ਕੁਝ ਇਹੋ ਜਿਹੀਆਂ ਗੱਲਾਂ ਬਾਤਾਂ ਕਰਾਂਗੇ। ਪਹਿਲਾਂ ਆਪਾਂ ਨਾਲ ਵਾਲਾ ਬੰਦਾ ਫੜ ਲਈਏ। ਕੀ ਹਾਲ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸੰਧਾਲੀਆ ਸਾਹਿਬ, ਸ਼ੁਕਰੀਆ, ਬਹੁਤ ਮਿਹਰਬਾਨੀ ਜੀ, ਹਾਜ਼ਰ ਹਾਂ। ਬਾਠ ਸਾਹਿਬ, ਇਹ ਟਾਈ ਮੈਨੂੰ ਜਾਪਦਾ ਕਿ ਜਗਦੀ ਜੀ ਬੜੀ ਹੈ। ਕਿਹੜੇ ਰੰਗ? ਇਹ ਲਾਲ, ਨਾਭੀ, ਖੱਟਾ, ਕੇਸਰੀ? ਇਹ ਵੈਸੇ ਹੈਗਾ ਤਾਂ ਲਾਲ ਹੀ ਆ, ਪਰ ਪਤਾ ਨਹੀਂ ਹੁਣ ਤੁਹਾਡੀ ਦੇਖਣ ਵਾਲੀ ਅੱਖ ਲੀਡਰਾਂ ਦੀ ਕਿਹੜੀ ਹੈ, ਕਿਉਂਕਿ ਤੁਸੀਂ ਜਿਹੜੇ ਅੱਖ ਨਾਲ ਦੇਖ ਲੈਣੇ ਉਹੀ ਮੰਨ ਜਾਣਾ ਕਿ ਭਾਈ ਇਹ ਜਿਹੜਾ ਰੰਗ ਤੁਸੀਂ ਕਹਿੰਦੇ ਉਹੀ ਹੈ ਜੀ। ਉਹ ਨਹੀਂ, ਮੈਂ ਤਾਂ ਕਿਹਾ ਵੀ ਕਿਸੇ ਵੇਲੇ ਕੈਮਰਾ ਥੋੜ੍ਹਾ ਬਹੁਤ ਰੰਗ ਉੱਤੇ ਥੱਲੇ ਕਰ ਦਿੰਦਾ, ਤੁਸੀਂ ਐਗਜ਼ੈਕਟ ਦੱਸ ਦੋਗੇ। ਅਸੀਂ ਤਾਂ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਉਹਦੇ 'ਚ ਵੀ ਸਿਆਸਤ ਪਾਈ ਜਾਂਦੇ ਹੋ। ਕੀ ਕਰਦੇ ਹੋ ਬਾਠ ਸਾਹਿਬ? ਨਹੀਂ, ਅਸੀਂ ਮਹਾਰਾਜ ਇੱਦਾਂ ਦੀ ਹੈ, ਜੇ ਤੁਸੀਂ ਅੱਗੇ ਤੋਂ ਕਹੋਗੇ ਤਾਂ ਇਹ ਆਪਾਂ ਨਹੀਂ ਲਾਉਂਦੇ, ਕਿਉਂਕਿ ਤਾਬਿਆਦਾਰ ਆ ਆਪਾਂ, ਜਿੱਦਾਂ ਤੁਸੀਂ ਕਹੋਗੇ ਉਦਾਂ ਕਰ ਲੈਣਾ, ਪਰ ਨਹੀਂ ਹੈ ਇੱਦਾਂ ਦੀ ਗੱਲ ਕੋਈ। ਇਹ ਵਧੀਆ, ਇਹ ਵਧੀਆ। ਇਹ ਡਾਇਲੋਗ ਮਾਰਨ ਵਾਲਾ ਬੰਦਾ ਜਿਹੜਾ ਨਾ, ਉਹਨੇ ਕਹਿਣਾ ਹੁੰਦਾ ਵੀ ਤਾਬਿਆਦਾਰ ਆ। ਤੇ ਇੱਥੋਂ ਮੈਨੂੰ ਪਤਾ ਲੱਗ ਗਿਆ ਵੀ ਟਾਈ ਤੁਸੀਂ ਗਾਂਹ ਵੀ ਲੌੜਿਆ ਲਾਇਆ ਕਰਨੀ, ਇਹ ਰੁਕਣੀ ਨਹੀਂ। ਇਹ ਨਾ, ਮੈਂ ਇੱਕ ਵਾਰੀ ਤੁਹਾਨੂੰ ਗੱਲ ਸੁਣਾਉਣਾ, ਇਹ ਜਿਹੜੀ ਕਈ ਵਾਰੀ ਆਦਤ ਪੈ ਜਾਂਦੀ ਹੈ ਨਾ, ਜਿੱਦਾਂ ਹੁਣ ਤੁਸੀਂ ਚਲੋ ਜਿੱਥੇ ਰਹਿਣਾ, ਜਿੱਦਾਂ ਦੇ ਬੰਦਿਆਂ ਨਾਲ ਰਹਿਣਾ, ਉਦਾਂ ਦੀ ਬੰਦੇ ਨੂੰ ਆਦਤ ਪੈ ਜਾਂਦੀ ਹੈ। ਹੁਣ ਤੁਸੀਂ ਜੇ ਕੋਈ ਬੰਦਾ ਕੰਮ ਨੂੰ ਆਵੇ, ਤੁਸੀਂ ਕਰਨਾ ਹੋਵੇ ਨਾ ਹੋਵੇ, ਤੁਸੀਂ ਉਹਨੂੰ ਇਹ ਕਹਿਣਾ ਹੋ ਜਾਊਗਾ, ਕੋਈ ਗੱਲ ਨਹੀਂ, ਕੱਲ ਟੈਲੀਫੋਨ ਕਰਨੀ, 1 ਵਜੇ ਟੈਲੀਫੋਨ ਦਾ ਟਾਈਮ ਦੇਣਾ, ਜਿੰਨੇ ਵਜੇ ਚੱਕਣਾ ਹੀ ਨਹੀਂ। ਹੁਣ ਹੋਇਆ ਕੀ ਕਿ ਮੈਂ ਇੱਕ ਵਾਰੀ ਚਲਾ ਗਿਆ ਕਿਸੇ ਦੁਕਾਨ ਦੇ ਉੱਤੇ, ਚਲੇ ਗਿਆ, ਤੇ ਮੈਨੂੰ 5-7 ਮਿੰਟ ਉੱਥੇ ਬਹਿਣਾ ਪੈਣਾ ਸੀ। ਚਲੋ ਸੌਦਾ ਪੱਤਾ ਮਾੜਾ ਮੋਟਾ ਲਿਆ। ਉੱਥੇ ਇੱਕ 15-16 ਸਾਲ ਦਾ ਮੁੰਡਾ, ਹੋ ਸਕਦਾ ਦੁਕਾਨਦਾਰ ਦਾ ਮੁੰਡਾ, ਉਹ ਬੈਠਾ ਉੱਥੇ, ਤੇ ਉਹਨੇ ਮੈਨੂੰ ਜਾਂਦੇ ਨੂੰ ਪੁੱਛਿਆ, ਹਾਂਜੀ ਕੀ ਸਾਰਾ ਸੌਦਾ ਤੋੜ ਕੇ ਬਾਅਦ 'ਚ ਕਹਿੰਦਾ, ਹਾਂਜੀ ਚਾਹ ਠੰਡਾ। ਮੈਂ ਕਿਹਾ ਬੜੀ ਆਪਣੱਤ ਦਿਖਾਈ ਇੰਨੇ ਬੰਦੇ ਨੇ, ਵੀ ਚਾਹ ਵੀ ਪੁੱਛੀ, ਠੰਡਾ ਵੀ। 7-8 ਰੁਪਈਆਂ ਦਾ ਉਦੋਂ ਆਉਂਦਾ ਹੁੰਦਾ ਸੀ, ਵੀ ਬੰਦਾ ਚੰਗਾ ਵੀ ਮੇਰੇ ਨਾਲ, ਤੇ ਬਹੁਤਾ ਹੀ ਕਰਦਾ ਲੱਗਦਾ ਨਾ, ਵੀ ਜਿੱਦਾਂ ਪੁਰਾਣੇ ਬੰਦੇ ਆ। ਮੈਨੂੰ ਜਿਹੜੇ 5-7 ਮਿੰਟ ਬਹਿਣਾ ਪੈਣਾ ਸੀ, ਉਹਨਾਂ 5-7 ਮਿੰਟਾਂ ਦੇ ਵਿੱਚ ਜਿੰਨੇ ਗਾਹਕ ਆਏ, ਚਾਹੇ ਕਿਸੇ ਨੇ ਰੁਪਈਏ ਦਾ ਸੌਦਾ ਲਿਆ, ਚਾਹੇ ਕਿਸੇ ਨੇ ਸੌਦਾ ਨਹੀਂ ਲਿਆ, ਚਾਹੇ ਕਿਸੇ ਨੇ 1000 ਦਾ ਲਿਆ, ਉਹ ਜਾਣ ਲੱਗਿਆ ਸਾਰੇ ਨੂੰ ਕਹਿੰਦਾ ਹੋਰ ਦੱਸੋ ਵੀ ਚਾਹ ਠੰਡਾ। ਮੈਨੂੰ ਬਾਅਦ 'ਚ ਪਤਾ ਲੱਗਾ ਕਿ ਨਹੀਂ ਭਾਈ, ਇਹ ਚਾਹ ਠੰਡਾ ਇਹਨੇ ਮੈਨੂੰ ਨਹੀਂ ਪੁੱਛਿਆ, ਇਹਨੂੰ ਆਦਤ ਹੀ ਹੈ ਕਿ ਜਦੋਂ ਬੰਦਾ ਇਹ ਦੁਕਾਨ ਤੋਂ ਬਾਹਰ ਨਿਕਲਣ ਲੱਗਦਾ, ਸ਼ਟਰ ਦੇ ਕੋਲ ਹੁੰਦਾ, ਉਦੋਂ ਕਹਿੰਦਾ ਹਾਂਜੀ ਹੋਰ ਦੱਸੋ ਚਾਹ ਠੰਡਾ। ਇਹ ਤੁਹਾਡਾ ਹਾਲ ਵੀ ਲੀਡਰਾਂ ਦਾ ਇਹੀ ਹੈ ਕਿ ਭਾਈ ਤੁਸੀਂ ਵੀ ਜਾਣ ਲੱਗੇ ਨਾ, ਕੋਈ ਕੰਮ ਧੰਦਾ ਹੋਇਆ ਤਾਂ ਦੱਸਿਓ, ਜਿਹੜਾ ਕੰਮ ਧੰਦਾ ਲੈ ਕੇ ਆਈਦਾ ਉਹ ਤੁਸੀਂ ਕਰਨਾ ਨਹੀਂ। ਨਹੀਂ ਬਾਠ ਸਾਹਿਬ, ਦੇਖੋ ਕੰਮ ਤੇ ਮੇਰੇ ਕੋਲ ਇਹੋ ਤਾਂ ਕੰਮ ਆ ਯਾਰ, ਹੋਰ ਮੈਂ ਕਿਹੜਾ ਕਰਦਾ। ਮੈਨੂੰ ਤੁਸੀਂ ਲੀਡਰ ਤਾਂ ਐਂ ਬਣਾਈ ਜਾਂਦੇ ਹੋ ਵੀ ਜਿੱਦਾਂ ਮੇਰੀ ਬਹੁਤ ਵੱਡੀ ਪਾਰਟੀ ਹੁੰਦੀ ਆ। ਪਿੰਡ ਸਾਡਾ ਆਧਾਰ ਹੈ, ਪੰਜਾਬ ਦੇ ਇਕੱਲੇ ਬੂਥ ਦੇ ਉੱਪਰ ਸਾਡਾ ਵਰਕਰ ਬੈਠਾ ਹੈ, ਇੱਟ ਨਾਲ ਇੱਟ ਖੜਕਾ ਦਿਆਂਗੇ। ਇਹੋ ਜਿਹਾ ਤਾਂ ਕੰਮ ਹੈ ਨਹੀਂ ਆਪਣੇ ਕੋਲੇ। ਆਪਣਾ ਤਾਂ ਕੰਮ ਇਹ ਹੈ ਵੀ ਜਿੰਨੀ ਕੁ ਡਿਊਟੀ ਚਲੋ ਚੈਨਲ ਨੇ ਲਾਈ ਹੈ, ਉਨੀ ਕੁ ਆਪਾਂ ਨਿਭਾਈ ਜਾਂਦੇ ਹਾਂ। ਨਹੀਂ, ਉਹ ਗੱਲ ਤੁਹਾਡੀ ਠੀਕ ਹੈ, ਪਰ ਜ਼ਰੂਰੀ ਨਹੀਂ। ਇੱਕ ਨਾ ਦੇਖੋ, ਇਹ ਸਾਡੇ ਦਰਸ਼ਕ ਚੰਗੀ ਤਰ੍ਹਾਂ ਜਾਣਦੇ ਆ ਕਿ ਕਈ ਲੀਡਰ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੇ ਸਾਰੀ ਉਮਰ ਚੋਣ ਨਹੀਂ ਲੜਨੀ ਹੁੰਦੀ, ਨਾ ਉਹਨਾਂ ਨੇ ਕਿਸੇ ਨਾਲ ਵਾਅਦਾ ਕਰਨਾ, ਤੇ ਨਾ ਉਹਨਾਂ ਦੇ ਉੱਤੇ ਦੋਸ਼ ਲੱਗਣਾ ਕਿ ਇਹਨਾਂ ਨੇ ਪੂਰਾ ਕੀਤਾ ਨਹੀਂ ਕੀਤਾ। ਤੁਹਾਡੇ ਵਰਗੇ ਲੀਡਰ ਨੂੰ ਤਾਂ ਅਗਲੇ ਐਂ ਚੁੱਕ ਕੇ ਰਾਜ ਸਭਾ ਦੇ ਵਿੱਚ ਲੈ ਜਾਂਦੇ ਆ, ਤੇ ਤੁਸੀਂ ਉੱਥੇ ਜਾ ਕੇ ਕੰਮ ਕੋਈ ਨਹੀਂ ਕਰਨਾ। ਇਹ ਹੀ ਦੇਖਣਾ ਕਿ ਕਿੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ, ਕਿਹੜੀ ਪਾਰਟੀ ਦਾ ਕਿਹਦੇ ਨਾਲ ਗੱਠਜੋੜ ਕਰਾ ਦਈਏ, ਉਹਦੇ ਲੀਡਰਾਂ ਨੂੰ ਪੁੱਛ ਕੇ ਉਹਦੇ ਭਾਅ ਭੱਤਾ ਜਾਂ ਕਿ ਸੀਟਾਂ ਇੱਥੇ, ਜੇ ਵੋਟਾਂ ਪੈ ਗਈਆਂ, ਸਰਕਾਰ ਕਿਸੇ ਦੀ ਨਹੀਂ ਬਣਦੀ, ਕਿੱਥੋਂ 4 ਬੰਦੇ ਤੋੜ ਕੇ ਲਿਆਉਣੇ ਆ, ਕਿਹਦੇ ਨਾਲ ਰਲਾਉਣੇ ਆ, ਕਿਉਂਕਿ ਸੰਬੰਧ ਚੋਂ ਸਾਰਿਆਂ ਨਾਲ ਹੁੰਦੇ ਆ। ਇਸ ਕਰਕੇ ਤੁਹਾਡਾ ਚੌਣੀ ਸਰੀ ਜਾਣਾ, ਤੇ ਸਰੀ ਜਾਂਦਾ ਲੋਕਾਂ ਨੂੰ ਸਭ ਪਤਾ ਹੁਣ ਕਿ ਤੁਹਾਡੀ ਲੀਡਰਸ਼ਿਪ ਕਿੱਥੇ ਚੱਲਦੀ ਹੈ। ਚਲੋ ਠੀਕ ਆ ਮਹਾਰਾਜ, ਇਹ ਤੁਸੀਂ ਵਧੀਆ ਤਵਾ ਰੱਖ ਲੈਣ ਮੇਰੇ ਤੇ ਹੈ। ਉਹ ਚੰਗਾ ਤੁਸੀਂ ਕੱਟੀ ਸੁਮੋ ਤੋਂ ਕੱਢਿਆ ਤੇ ਸਿੱਧਾ ਹੀ ਬੰਦੇ ਨੂੰ ਲੀਡਰ ਬਣਾਤਾ। ਦੱਸੋ ਕਮਾਲ ਹੋ ਗਈ ਹੈ। ਨਹੀਂ ਦੇਖੋ, ਤਰੱਕੀ ਤਾਂ ਚਾਹੀਦੀ ਆ। ਅੱਛਾ ਬਾਠ ਸਾਹਿਬ, ਅੱਜ ਜਿਹੜੀਆਂ ਗੱਲਾਂ ਆਪਾਂ ਕਰਨੀਆਂ ਉਹਦੇ 'ਚ ਮੈਨੂੰ ਐਂ ਲੱਗਦਾ ਵੀ ਇੱਕ ਯਾਰ ਵਿਸ਼ਾ ਵਿਚਾਰਨ ਵਾਲਾ ਹੈ, ਉਹਨੂੰ ਜ਼ਰੂਰ ਵਿਚਾਰ ਲਈਏ। ਤੁਹਾਨੂੰ ਯਾਦ ਹੋਣਾ, ਆਪਾਂ ਇਹ ਮੇਰਾ ਖਿਆਲ ਸਾਲ ਪਹਿਲਾਂ ਗੱਲ ਕਰਨ ਲੱਗ ਪਏ ਸੀ ਵੀ ਅਕਾਲੀ ਭਾਜਪਾ ਗੱਠਜੋੜ ਟੁੱਟ ਸਕਦਾ। ਉਦੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਗੱਲਾਂ ਸਾਹਮਣੇ ਆਉਂਦੀਆਂ ਸੀ। ਫਿਰ ਆਪਾਂ ਇਹ ਵੀ ਜ਼ਿਕਰ ਕਰਦੇ ਸੀ ਵੀ ਅਕਾਲੀ ਭਾਜਪਾ ਗੱਠਜੋੜ ਜਿਹੜਾ ਜੇ ਉਹ ਟੁੱਟ ਗਿਆ, ਤੇ ਅਕਾਲੀ ਦਲ ਕੋਲੇ ਤਾਂ ਆਧਾਰ ਹੈਗਾ, ਪੰਜਾਬ ਦੇ ਪਿੰਡ ਦੇ ਵਿੱਚ ਉਹਨਾਂ ਦੇ ਵਰਕਰ ਹੈਗੇ ਆ, ਪੁਰਾਣੀ ਪਾਰਟੀ ਆ, 100 ਸਾਲ, ਤੇ ਉਹ ਕਿਸਾਨਾਂ ਦੀ ਪਾਰਟੀ ਆ, ਪੰਜਾਬੀਆਂ ਦੀ ਪਾਰਟੀ ਆ, ਪੰਥਕ ਪਾਰਟੀ ਆ, ਆਮ ਲੋਕਾਂ ਦੀ ਪਾਰਟੀ ਆ। ਬਹੁਤ ਸਾਰੀਆਂ ਗੱਲਾਂ ਉਹ ਕਹਿੰਦੇ ਵੀ ਅਸੀਂ ਲੋਕਾਂ ਲਈ ਕੀਤੀਆਂ ਤੇ ਲੋਕਾਂ 'ਚੋਂ ਨਿਕਲੇ ਆ। ਪਰ ਜੇ ਬੀਜੇਪੀ ਗੱਠਜੋੜ ਤੋੜ ਬਹਿੰਦੀ ਹੈ ਤੇ ਫਿਰ ਪੰਜਾਬ ਦੇ ਵਿੱਚ ਕਰੂਗੀ ਕੀ? ਤੇ ਆਪਣੀਆਂ ਉਹ ਇੰਨੇ ਚਿਰ ਪਹਿਲਾਂ ਦੀਆਂ ਗੱਲਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਉਦੋਂ ਐਂ ਲੱਗਦੀਆਂ ਹੁਣ ਵੀ ਯਾਰ ਇਹ ਕਿਤੇ ਟਾਈਮ ਆਉਣਾ,
22-23 ਸਾਲ ਹੋ ਗਏ ਇਕੱਠਿਆਂ ਨੂੰ ਲੰਘੀ ਜਾਂਦੀ ਉਹਨਾਂ ਦੀ, ਕਿਤੇ ਬੀਜੇਪੀ ਵਾਲਿਆਂ ਨੇ ਕੁਸਕਣਾ ਪਤਾ ਤੇ ਉਹਨਾਂ ਨੂੰ ਵੀ ਆ ਵੀ ਸਾਡਾ ਵੱਟਿਆ ਕੁਛ ਨਹੀਂ ਜਾਣਾ। ਪਰ ਹੁਣ ਉਹ ਦਿਨ ਆ ਗਿਆ ਕਿ ਉਹ ਜਿਹੜਾ ਗੱਠਜੋੜ ਉਹ ਟੁੱਟ ਵੀ ਗਿਆ ਤੇ ਬੀਜੇਪੀ ਦੇ ਇਕੱਲੇ ਨਿੱਕੇ ਤੋਂ ਲੈ ਕੇ ਵੱਡੇ ਲੀਡਰ ਦੇ ਇਸ ਵਕਤ ਤੁਸੀਂ ਕਿਸੇ ਦਾ ਵੀ ਬਿਆਨ ਸੁਣ ਲਓ, ਇਹੀ ਹੈ ਕਿ ਬਸ ਤੁਸੀਂ ਪ੍ਰਵਾਹ ਨਾ ਕਰੋ, ਹੁਣ ਆਪਾਂ ਬੀਜੇਪੀ ਵਾਲੀ ਆਜ਼ਾਦ ਹੋ ਗਏ ਇੱਕ ਤਰ੍ਹਾਂ ਨਾਲ। ਇਹਨੂੰ ਕਿਵੇਂ ਦੇਖੀਏ? ਦੇਖੋ ਸੰਧਾਲੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਅੱਜ ਨਾ ਮੈਂ ਡਰਮੇ ਜਿਹੇ ਦੇ ਨਾਲ, ਕਿਉਂਕਿ ਘਰੇ ਬੈਠੇ ਆ ਸਲਾਹ ਕਰਦੇ ਆ, ਵੀਕਐਂਡ ਹੈਗਾ ਤੇ ਜਦੋਂ ਸਲਾਹ ਕਰਨੀ ਹੁੰਦੀ ਟੱਬਰ ਨੇ ਤਾਂ ਉਦੋਂ ਫਿਰ ਇਦਾਂ ਹੀ ਕੋਈ ਪੀੜ੍ਹੀ ਤੇ ਬੈਠਾ, ਕੋਈ ਪਰਲੇ ਪਾਸੇ ਓਟੇ ਨਾਲ ਢੋਲ ਆ ਕੇ ਬੈਠਾ। ਅੱਜ ਆਪਾਂ ਗੱਲਾਂ ਉਦਾਂ ਹੀ ਕਰਨੀਆਂ ਆਰਾਮ ਜੇ ਨਾਲ। ਪਹਿਲਾਂ ਤਾਂ ਜਿਹੜੇ ਦਰਸ਼ਕਾਂ ਦੇ ਪਰਿਵਾਰ ਦੇ ਆਪਣੇ ਮੈਂਬਰ ਆ ਉਹਨਾਂ ਨੂੰ ਬੇਨਤੀ ਕਰ ਲਈ ਹੈ ਕਿ ਤੁਹਾਨੂੰ ਹੋ ਸਕਦਾ ਗੱਲ ਕੋਈ ਕੌੜੀ ਲੱਗੇ, ਕੋਈ ਕਸੈੜੀ ਲੱਗੇ, ਕਿਸੇ ਨੂੰ ਚੰਗੀ ਲੱਗੇ ਨਾ ਲੱਗੇ, ਪਰ ਇਹ ਗੱਲ ਸੱਚ ਹੈ ਕਿ ਅਸੀਂ ਲੀਡਰਾਂ ਦੀਆਂ ਗੱਲਾਂ ਤਾਂ ਕਰਦੇ ਹਾਂ, ਕਦੇ ਕਿਸੇ ਪਾਰਟੀ ਦੀਆਂ ਕਦੇ ਕਿਸੇ ਦੀਆਂ, ਕਿਉਂਕਿ ਉਹਨਾਂ ਨੂੰ ਆਪਾਂ ਵੋਟਾਂ ਪਾ ਕੇ ਜਿਤਾਇਆ ਆ। ਉਹਨਾਂ ਨੇ ਹੀ ਕਾਨੂੰਨ ਬਣਾਉਣੇ ਆ, ਉਹਨਾਂ ਨੇ ਹੀ ਬਦਲਾਉਣੇ ਆ, ਉਹਨਾਂ ਨੇ ਰੱਦ ਕਰਨੇ ਆ, ਉਹਨਾਂ ਦੇ ਕਾਨੂੰਨ ਸਾਡੇ ਤੇ ਲਾਗੂ ਹੋਣੇ ਆ। ਇਸ ਕਰਕੇ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ ਨੂੰ ਨੋਟ ਕਰਕੇ ਤੇ ਉਹਦੀ ਪਰਖ ਪੜਚੋਲ ਕਰਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਕਰਨੀ, ਉਹਨੂੰ ਪਰਾਤ ਦੇ ਵਿੱਚ ਆਟੇ ਵਾਂਗੂ ਗੁੰਨਣਾ ਸਾਡੀ ਡਿਊਟੀ ਆ ਤੇ ਅਸੀਂ ਕਰਦੇ ਹਾਂ। ਹੁਣ ਸੰਧਾਲੀਆ ਸਾਹਿਬ, ਬਹੁਤ ਸਾਰੇ ਲੋਕ ਨਾਰਾਜ਼ ਨੇ, ਬਹੁਤ ਸਾਰੇ ਲੋਕਾਂ ਨੂੰ ਐਂ ਲੱਗਦਾ ਕਿ ਭਾਈ ਹਾਂ ਬੀਜੇਪੀ ਬਸ। ਮੈਂ ਇੱਥੇ ਇੱਕ ਗੱਲ ਕਲੀਅਰ ਕਰਦਾ। ਪਹਿਲੀ ਗੱਲ ਹੈ ਕਿ ਸਾਨੂੰ ਇਹ ਮਾਨਸਿਕਤਾ ਛੱਡਣੀ ਪਊਗੀ। ਅਸੀਂ ਜਾਂ ਤਾਂ ਅਸਮਾਨ ਤੇ ਆ ਜਾਂ ਜ਼ਮੀਨ ਤੇ ਆ, ਸਾਡੇ ਕੋਲੇ ਵਿਚਾਲੇ ਵਾਲਾ ਕੰਮ ਹੈ ਹੀ ਨਹੀਂ। ਹੁਣ ਦੋ ਤਿੰਨ ਚੀਜ਼ਾਂ, ਕਿੰਨੀ ਵਾਰੀ ਕਿੰਨੇ ਬੰਦਿਆਂ ਨੂੰ ਲੱਗਿਆ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ PPP ਬਣਾਈ ਸੀ ਨਾ, ਉਦੋਂ ਬਹੁਤ ਸਾਰਿਆਂ ਨੂੰ ਲੱਗਿਆ ਮਨਪ੍ਰੀਤ ਬਾਦਲ ਖਤਮ, ਇਹ ਨਹੀਂ ਮੁੜ ਕੇ ਆ ਸਕਦੇ। ਠੀਕ ਹੈ, ਮਨਪ੍ਰੀਤ ਬਾਦਲ ਚਲੋ ਕਾਂਗਰਸ ਦੇ ਵਿੱਚ ਚਲੇ ਗਿਆ, ਲੋਕ ਸਭਾ ਦੀ ਸੀਟ ਵੀ ਪਹਿਲਾਂ ਹਾਰ ਗਏ, ਖਤਮ, ਮਨਪ੍ਰੀਤ ਬਾਦਲ ਨਹੀਂ ਮੁੜ ਕੇ ਆ ਸਕਦੇ। ਮਨਪ੍ਰੀਤ ਬਾਦਲ ਹੋਰੀ ਪੰਜਾਬ ਦੇ ਵਿੱਤ ਮੰਤਰੀ ਬਣੇ ਹੋਣ। ਬਲਵੰਤ ਸਿੰਘ ਰਾਮੂਵਾਲੀਆ ਹੋਰੀ ਜਦੋਂ ਮੋਹਾਲੀ ਤੋਂ ਚੋਣ ਹਾਰ ਗਿਆ ਸੀ ਲੋਕ ਭਲਾਈ ਪਾਰਟੀ ਖਤਮ ਕਰਕੇ, ਤੇ ਉਦੋਂ ਇਹ ਸਾਰੇ ਕਹਿੰਦੇ ਸੀ ਕਿ ਰਾਮੂਵਾਲੀਆ ਸਾਹਿਬ ਖਤਮ, ਉਹ ਅਗਲਾ ਜਾ ਕੇ UP 'ਚ ਮੰਤਰੀ ਬਣ ਗਿਆ। ਹੋਰ ਸੁਣ ਲਓ, ਜਦੋਂ ਬਹੁਤ ਸਾਰੀ ਲੀਡਰਸ਼ਿਪ ਇਹ ਕਹਿੰਦੀ ਸੀ ਕਿ ਹੁਣ ਅਕਾਲੀ ਦਲ ਖਤਮ, ਇਹ ਤੀਜੇ ਨੰਬਰ ਤੇ ਰਹਿ ਗਿਆ ਵਿਧਾਨ ਸਭਾ ਦੇ ਵਿੱਚ, ਅਗਲੇ 2 ਸੀਟਾਂ ਫਿਰ ਜਿੱਤ ਗਿਆ। ਜਦੋਂ ਆਮ ਆਦਮੀ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ 'ਚ ਨਹੀਂ ਸੀ ਜਿੱਤ ਸਕੀ, ਉਹਦੇ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਹੋਰੀ ਅੱਡ ਹੋ ਗਿਆ, ਡਾਕਟਰ ਗਾਂਧੀ ਅੱਡ ਹੋ ਗਿਆ, ਕਿੰਨੇ ਹੀ ਅੱਡ ਹੋ ਗਿਆ। ਉਦੋਂ ਸਾਰੇ ਕਹਿੰਦੇ ਸੀ ਭਗਵੰਤ ਮਾਨ ਖਤਮ, ਅਗਲਾ ਲੱਖ ਵੋਟ ਨਾਲ ਫੇਰ ਜਿੱਤ ਗਿਆ। ਜਾਣੀ ਕਿ ਅਸੀਂ ਸਟੇਟਮੈਂਟ ਬੜੀ ਛੇਤੀ ਦਿੰਨੇ ਆ ਕਿ ਆਓ ਲੀਡਰ ਸਿਖਰ ਤੇ ਆਓ ਲੀਡਰ ਥੱਲੇ, ਅੱਧ ਵਿਚਾਲੇ ਵਾਲਾ ਸਾਨੂੰ ਕੰਮ ਨਜ਼ਰ ਹੀ ਨਹੀਂ ਆਉਂਦਾ। ਹੁਣ ਫਿਰ ਆਹੀ ਗੱਲ ਚੱਲਣ ਲੱਗ ਪਈ ਕਿ ਬੀਜੇਪੀ ਖਤਮ, ਬੀਜੇਪੀ ਪੰਜਾਬ 'ਚ ਹੈ ਨਹੀਂ, ਇਹਨਾਂ ਨੂੰ ਪਿੰਡਾਂ ਦੇ ਵਿੱਚ ਕਿਸੇ ਨੇ ਵੜਨ ਨਹੀਂ ਦੇਣਾ, ਇਹਨਾਂ ਨੂੰ ਆਹ ਨਹੀਂ ਦੇਣਾ, ਇਹਨਾਂ ਨੂੰ ਉਹ ਨਹੀਂ ਦੇਣਾ। ਜਦੋਂ ਸੰਧਾਲੀਆ ਸਾਹਿਬ ਅਕਾਲੀ ਦਲ ਦੇ SGPC ਦੇ ਮੈਂਬਰਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਸੀ, ਉਦੋਂ ਕਿਸੇ ਨੇ ਇਹ ਤਾਂ ਨਹੀਂ ਸੋਚਿਆ ਹੋਣਾ ਕਿ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ 2 ਲੱਖ ਵੋਟਾਂ ਨਾਲ ਜਿੱਤਣਗੇ। ਆਪਾਂ ਇਹ ਵੀ ਨਾ ਦੇਖੀਏ ਕਿ 2 ਲੱਖ ਵੋਟਾਂ ਨਾਲ ਜਿੱਤਣਗੇ, ਕਿ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਲੀਡ ਨਾਲ ਜਿੱਤਣਗੇ। ਜਾਂ ਕਿਸੇ ਨੇ ਇਹ ਤਾਂ ਨਹੀਂ ਸੋਚਿਆ ਹੋਣਾ ਜਦੋਂ ਜੇਤਲੀ ਸਾਹਿਬ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਲੜੀ ਸੀ, ਕੈਪਟਨ ਸਾਹਿਬ ਜਿੱਤ ਜਾਣਗੇ। ਯਾਨੀ ਬੜਾ ਕੁਝ ਹੁੰਦਾ ਆਇਆ। ਲੀਡਰ ਤੇ ਪਾਰਟੀਆਂ ਇੰਨੀ ਛੇਤੀ ਖਤਮ ਨਹੀਂ ਹੁੰਦੇ, ਉਹਨਾਂ ਦੇ ਕੋਲੇ ਢੰਗ ਤਰੀਕੇ ਬੜੇ ਆ। ਹੁਣ ਆ ਜਦੋਂ ਚਰਚਾ ਚੱਲਦੀ ਆ ਨਾ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਘਰਾਓ, ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਤੇ ਜੇ ਕੋਈ ਬੰਦਾ ਇਹ ਸੋਚਦਾ ਕਿ ਬੀਜੇਪੀ ਖਤਮ, ਤਾਂ ਇੰਨੀ ਛੇਤੀ ਸੰਭਵ ਨਹੀਂ ਹੈ, ਇੰਨੀ ਛੇਤੀ ਕੰਮ ਉਹ ਸੰਭਵ ਨਹੀਂ। ਅੱਜ ਆਪਾਂ ਕੱਲੀ ਗੱਲ ਜਿਹੜੀ ਆ ਵਿਚਾਰੀਏ ਜ਼ਰੂਰ। ਇੰਨੇ ਨਿਆਣੇ ਤਾਂ ਸੰਧਾਲੀਆ ਸਾਹਿਬ ਉਹ ਹੈ ਨਹੀਂ ਜਿਨ੍ਹਾਂ ਨੇ ਜੰਮੂ ਕਸ਼ਮੀਰ 'ਚ 6 ਚੋਂ 3 ਲੋਕ ਸਭਾ ਦੀਆਂ ਸੀਟਾਂ ਜਿੱਤ ਲਈਆਂ, ਜਿਹੜੇ ਸ਼ਿਵ ਸੈਨਾ ਨੂੰ ਪਛਾੜ ਕੇ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਗਏ, ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਹਰਿਆਣੇ 'ਚ ਸਾਡੀ ਸਰਕਾਰ ਬਣ ਜੂ। ਹੋਰ ਦੇਖੋ, ਇੰਨੇ ਨਿਆਣੇ ਤਾਂ ਹੈ ਨਹੀਂ। ਲੋਕਾਂ ਦੇ ਪੱਖ ਦੀ ਗੱਲ ਕਰਨ ਨਾ ਕਰਨ। ਪੱਛਮੀ ਬੰਗਾਲ 'ਚ ਕਦੇ ਕਿਸੇ ਨੇ ਸੋਚਿਆ ਸੀ ਕਿ ਕਾਮਰੇਡ ਥੱਲੇ ਡਿੱਗ ਪਣਗੇ, ਬੀਜੇਪੀ ਉੱਪਰ ਆਜੂ? ਕਦੇ ਕਿਸੇ ਨੇ ਸੋਚਿਆ ਸੀ ਕਿ ਕਾਂਗਰਸ ਪਾਰਟੀ ਥੱਲੇ ਡਿੱਗ ਪੂ ਤੇ ਬੀਜੇਪੀ ਉੱਪਰ ਆਜੂ? ਕਦੇ ਕਿਸੇ ਨੇ ਸੋਚਿਆ ਸੀ ਕਿ ਮਮਤਾ ਬੈਨਰਜੀ ਦੇ ਬਿਲਕੁਲ ਬਰਾਬਰ ਆ ਕੇ ਖਲੋ ਜਾਣਗੇ? ਨਹੀਂ ਸੀ ਸੋਚਿਆ। ਇਸ ਕਰਕੇ ਪੇਤਲੀ ਪੱਧਰ ਤੇ ਨਾ ਸੋਚੀਏ ਕਿ ਬੀਜੇਪੀ ਗਈ। ਬੀਜੇਪੀ ਪੰਜਾਬ ਦੇ ਬਾਰੇ ਕੀ ਸੋਚਦੀ ਆ? ਉਹਨਾਂ ਦੇ ਕੋਲੇ ਕਿਹੜਾ ਐਸਾ ਜਿਹੜਾ ਉਹ ਜਾਦੂ ਦਾ ਕੋਈ ਡੰਡਾ ਹੈਗਾ ਜਿਹਦੇ ਸਿਰ ਦੇ ਉੱਤੇ ਉਹਨਾਂ ਨੂੰ ਲੱਗਦਾ? ਆਪਾਂ ਕੱਲੀ ਗੱਲ ਵਿਚਾਰੀਏ ਜ਼ਰੂਰ। ਬਾਠ ਸਾਹਿਬ, ਮੈਂ ਇੱਥੇ ਇੱਕ ਬੇਨਤੀ ਕਰਦਿਆਂ ਵੀ ਇਹ ਭੂਮਿਕਾ ਤੁਸੀਂ ਵਧੀਆ ਕੀਤਾ, ਬੰਨਤੀ ਬੜੀ ਸੋਹਣੀ, ਤੇ ਇਹ ਜ਼ਰੂਰੀ ਵੀ ਇਸ ਕਰਕੇ ਹੋ ਜਾਂਦਾ ਕਿਉਂਕਿ ਜੇ ਆਪਾਂ ਇਹ ਗੱਲਾਂ ਨਹੀਂ ਕਰਾਂਗੇ ਨਾ, ਜੇ ਆਪਾਂ ਸਿਰਫ ਤੇ ਸਿਰਫ ਸੱਥ 'ਚ ਬਹਿ ਕੇ ਜਿੱਦਾਂ ਕਿਸੇ ਵੇਲੇ ਆਪਣਾ, ਕਿਉਂਕਿ ਪੰਜਾਬੀਆਂ ਦਾ ਸੁਭਾਅ ਇੱਕ ਇਹ ਹੈ ਵੀ ਜੇ ਆਪਾਂ ਕਿਸੇ ਦੀ ਨਹੀਂ ਮੰਨਣੀ ਤੇ ਫਿਰ ਆਪਾਂ ਬਿਲਕੁਲ ਨਹੀਂ ਮੰਨਣੀ, ਭਾਵੇਂ ਜਿਹੜਾ ਮਰਜ਼ੀ ਹੋਵੇ। ਤੇ ਜੇ ਆਪਾਂ ਨੂੰ ਕੋਈ 2 ਮਿੰਟ ਉੱਥੇ ਕੋਈ ਸਿਆਣਾ ਸਿਰ ਕਹੇ ਵੀ ਉਹ ਨਹੀਂ, ਉਹ ਇੱਦਾਂ ਵੀ ਹੋ ਜਾਂਦਾ ਹੁੰਦਾ, ਤੇ ਫਿਰ ਆਪਾਂ ਸਹਿਮਤ ਵੀ ਹੋ ਜਾਂਦੇ ਹਾਂ ਵੀ ਅੱਛਾ ਯਾਰ ਗੱਲ ਤਾਂ ਤੇਰੀ ਠੀਕ ਹੈ, ਵਜ਼ਨ ਲੱਗਦਾ। ਸੋ ਮੈਨੂੰ ਇਹ ਹੈ ਕਿ ਵੀ ਜਿਹੜੀ ਚੀਜ਼ ਇਸ ਵਕਤ ਨਹੀਂ ਮੰਨਣੀ ਆਪਾਂ ਉਹ ਵੀ ਕਰ ਲਈਏ,
ਤੇ ਜਿਹੜੀ ਚੀਜ਼ ਨੂੰ ਬੰਦਾ ਇੱਕ ਹੁੰਦਾ ਨਾ ਵੀ ਉਹ ਪੈਰਾਂ ਭਾਰ ਬੈਠੇ ਨੇ ਤੇ ਇਦਾਂ ਗੋਡਿਆਂ ਤੇ ਰੱਖ ਕੇ ਹੱਥ ਜਿਹੇ ਕਹਿੰਦਾ ਹਾਂ ਅੱਛਾ ਬਈ ਗੱਲ ਤਾਂ ਠੀਕ ਜਾਪਦੀ, ਆਪਾਂ ਉਹ ਵੀ ਕਰ ਲਈਏ। ਕੀ ਆਂਦੇ ਨਹੀਂ ਜ਼ਰੂਰੀ ਆ। ਮੈਂ ਕਿਹਾ ਜਿੱਦਾਂ ਮੰਨ ਲਓ ਸਿਆਲ ਹੁੰਦੇ ਆ, ਧੂਣੀ ਸੇਕਦਿਆਂ ਨਾਲੇ ਉਹਨਾਂ ਨੇ ਗੱਲ ਸੁਣੀ, ਦਿੱਲੀ ਦੀ ਗੱਲ ਕਰੀ ਜਾਣੀ, ਨਾਲੇ ਇਦਾਂ ਬੋਲੀ ਜਾਣਾ, ਆ ਮਾੜਿਆ ਕੱਖ ਅੱਗੇ ਕਰੀ, ਉਹ ਡਾਣਾ ਜਿਹਾ ਪਰੇ ਪਿਆ ਸੁੱਕ ਗਿਆ ਲੱਗਦਾ, ਉੱਪਰ ਰੱਖ ਲਈ, ਆਪਾਂ ਇਦਾਂ ਹੀ ਗੱਲ ਕਰਨੀ। ਸੰਧਾਲੀਆ ਸਾਹਿਬ ਮੈਂ ਇੱਥੇ ਇੱਕ ਬੇਨਤੀ ਕਰਦੇ ਹਾਂ, ਬੇਨਤੀਆਂ ਹੀ ਆ। ਬੇਨਤੀ ਇਹ ਆ ਕਿ ਇਸ ਵੇਲੇ ਅਸੀਂ ਇੱਕ ਗੱਲ ਦਾ ਖਿਆਲ ਰੱਖੀਏ ਕਿ ਬੀਜੇਪੀ ਦੀ ਗੱਲ ਕਰਨੀ ਕਿਉਂ ਜ਼ਰੂਰੀ ਹੈ। ਹੋ ਸਕਦਾ ਕਈ ਬੰਦੇ ਕਹਿਣ ਯਾਰ ਇਹਨਾਂ ਦੀ ਗੱਲ ਕਰਨ ਲੱਗ ਪਏ, ਤੁਸੀਂ ਐਂ ਕਿਉਂ ਗੱਲ ਕਰਨ ਲੱਗ ਪਏ। ਨਹੀਂ, ਅੱਜ ਕਰਨੀ ਆ, ਧੱਕੇ ਨਾਲ ਕਰਨੀ ਆ। ਟੱਬਰ ਆ, ਧੱਕੇ ਨਾਲ ਹੁੰਦਾ ਨਾ ਕਿ ਮੈਂ ਲੱਡੂ 2 ਹੀ ਖਾਣੇ ਆ ਭਾਈ, ਚਾਹੇ ਤੁਹਾਨੂੰ ਅੱਧਾ ਅੱਧਾ ਆਵੇ, ਮੈਂ 2 ਹੀ ਖਾਣੇ, ਇਦਾਂ ਜੀ ਧੱਕੇ ਨਾਲ ਗੱਲ ਕਰਨੀ ਕਿਉਂ? ਉਹਦਾ ਕਾਰਨ ਹੈ। ਕਾਰਨ ਇਹ ਹੈ, ਮੰਨ ਲਓ ਖੇਤੀਬਾੜੀ ਦੇ 3 ਬਿੱਲ ਰੱਦ ਹੋ ਗਏ, ਮੰਨ ਲਓ ਪਹਿਲਾਂ ਵਾਲੀ ਸਥਿਤੀ ਤੇ ਆ ਗਏ। ਬੀਜੇਪੀ ਦੀ ਅਜੇ ਆਉਣ ਵਾਲੇ 3.5 ਪੌਣੇ 4 ਸਾਲ ਸਰਕਾਰ ਹੈ, ਕੇਂਦਰ 'ਚ ਕੱਲਿਆਂ ਦੀ ਹੈ। ਸਾਡੇ ਪੰਜਾਬ ਦੇ ਵਿੱਚੋਂ ਬੀਜੇਪੀ ਆ, ਹੋਰ ਕੋਈ ਧਿਰ ਨਹੀਂ ਨਾਲ। ਹੁਣ ਬਿੱਲ ਰੱਦ ਵੀ ਹੋ ਗਿਆ ਤਾਂ ਕੀ ਅਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕੇ ਚੱਲ ਸਕਦੇ ਹਾਂ ਕਿ ਦੇਖਿਆ ਜੀ ਬਿੱਲ ਵਾਪਸ ਕਰਾਤੇ, ਦੇਖਿਆ ਜੀ ਦਿੱਲੀ ਦੀ ਇੱਟ ਨਾਈਟ ਖੜਕਾਤੀ, ਦੇਖਿਆ ਜੀ ਮੂਧੜੇ ਮੂੰਹ ਸੁੱਟਤੇ, ਦੇਖਿਆ ਜੀ ਥੁੱਕ ਕੇ ਚੜਾਤਾ। ਜੇ ਤਾਂ ਅਸੀਂ ਇਸ ਭਰਮ ਭੁਲੇਖੇ ਦੇ ਵਿੱਚ ਰਹਿ ਤਾਂ ਔਖਾ। ਹੁਣ ਕਿਉਂ ਗੱਲ ਕਰਨੀ ਜ਼ਰੂਰੀ ਹੈ, ਕਿਉਂ ਉਹਨਾਂ ਦੀ ਨੀਤੀ ਸਮਝਣੀ ਜ਼ਰੂਰੀ ਹੈ? ਇਸ ਕਰਕੇ ਕਿ ਮੰਨ ਲਓ 3 ਬਿੱਲ ਰੱਦ ਹੋ ਗਏ, ਜਿਹਦੀ ਆਸ ਕੋਈ ਨਹੀਂ, ਪਰ ਫਿਰ ਵੀ ਜੇ ਰੱਦ ਹੋ ਗਿਆ, ਉਹਦੇ ਤੋਂ ਬਾਅਦ ਝੋਨਾ ਜਿਹੜਾ ਸਾਡਾ ਉਹ ਮੰਡੀ 'ਚ ਆਉਣਾ ਹੈ, ਉਹਦੇ ਤੋਂ ਬਾਅਦ ਕਣਕ ਸਾਡੀ ਮੰਡੀ 'ਚ ਆਉਣੀ ਹੈ। ਜੇ ਪੁਰਾਣਾ ਮੰਡੀਕਰਨ ਸਿਸਟਮ ਰਹਿ ਗਿਆ, ਇਸੇ ਤਰੀਕੇ ਬਚ ਗਿਆ, ਆੜਤੀਏ ਆਪਣੀ ਆੜਤ ਵਾਲੀ ਦੁਕਾਨ ਤੇ ਬਹਿ ਗਏ, ਕਿਸਾਨ ਆਪਣੇ ਘਰਾਂ ਨੂੰ ਤੁਰ ਗਏ, ਪੱਲੇਦਾਰ ਮੰਡੀਆਂ 'ਚ ਹੋਏ, ਸਾਰਾ ਕੁਝ ਪਹਿਲਾਂ ਵਾਂਗੂ ਚੱਲਿਆ। ਬਾਰਦਾਨਾ ਸਾਨੂੰ ਫੇਰ ਕੇਂਦਰ ਨਹੀਂ ਭੇਜਣਾ, FCI ਨੇ ਸਾਡਾ ਸਮਾਨ ਫੇਰ ਖਰੀਦਣਾ। ਬਾਰਦਾਨਾ ਵੇਲੇ ਸਿਰ ਆਉਂਦਾ ਕਿ ਨਹੀਂ ਆਉਂਦਾ ਇਹ ਆਪਾਂ ਨੂੰ ਪਤਾ ਹੈ। ਕੇਂਦਰ ਦੀ ਸਰਕਾਰ ਕਈ ਵਾਰੀ ਇਹ ਕਹਿੰਦੀ ਹੁੰਦੀ ਹੈ ਕਿ ਤੁਸੀਂ ਫਲਾਨੇ ਮਸਲੇ ਦਾ ਹਿਸਾਬ ਨਹੀਂ ਕਲੀਅਰ ਕੀਤਾ, ਇਸ ਕਰਕੇ ਫਲਾਨੀ ਫਸਲ ਖਰੀਦਣ ਦੇ ਲਈ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਨਾ, ਉਹ ਤੁਹਾਨੂੰ ਅਸੀਂ ਥੋੜੀ ਰੁੱਕ ਕੇ ਦੇਣੀ ਹੈ। ਕਈ ਵਾਰੀ ਆਖਰੀ ਕਿਸ਼ਤ ਫਸ ਜਾਂਦੀ ਹੁੰਦੀ ਹੈ ਕਿ ਭਾਈ ਪਹਿਲਾਂ ਹਿਸਾਬ ਕਰੋ, ਬਾਕੀ ਸਾਰਾ ਕੰਮ ਫੇਰ ਦੇਖਾਂਗੇ। ਜਾਣੀ ਕਿ ਇਹ ਲੜਾਈ ਅਸੀਂ ਹਾਰੀਏ ਜਿੱਤੀਏ ਬਰਾਬਰ ਰਹਿ ਜਾਈਏ, ਪਰ ਜਿਹੜੀ ਧਿਰ ਦੀ ਕੇਂਦਰ ਦੇ ਵਿੱਚ ਸਰਕਾਰ ਆ, ਜਿਹੜੀ 543 ਦੇ ਵਿੱਚੋਂ 300 ਤੋਂ ਵੱਧ ਸੀਟਾਂ ਆਪਣੇ ਦਮ ਕੇ ਜਿੱਤ ਕੇ ਬੈਠੀ ਹੈ, ਸਾਨੂੰ ਉਹਦੀ ਰਣਨੀਤੀ ਨੂੰ ਜਾਣਨਾ ਪਊਗਾ, ਪਤਾ ਕਰਨਾ ਪਊਗਾ, ਉਹਨੇ ਕਿੱਧਰਲੇ ਪਾਸੇ ਨੂੰ ਚੱਲਣਾ, ਉਹਦੇ ਬਾਬਤ ਸਾਰੀ ਜਾਣਕਾਰੀ ਜ਼ਿਹਨ ਦੇ ਵਿੱਚ ਹੋਣੀ ਚਾਹੀਦੀ ਹੈ। ਕੀ ਆਨੇ ਹੋ? ਬਿਲਕੁਲ ਸਹੀ ਆਨੇ ਆ ਬਾਠ ਸਾਹਿਬ, ਜਿਹੜੀ ਗੱਲ ਦਾ ਤੁਸੀਂ ਛੇੜੀ ਹੈ ਨਾ, ਇਹ ਉਹ ਨਬਜ਼ ਹੈ ਜਿਹੜੀ ਵੈਦ ਦੇ ਹੱਥ 'ਚ ਹੈ ਤੇ ਉਹਨੂੰ ਪਤਾ ਵੀ ਮੈਂ ਇਹ ਕਿੰਨੀ ਕੁ ਨੱਪਣੀ ਹੈ। ਮਤਲਬ ਮਰੀਜ਼ ਭਾਵੇਂ ਲੱਖ ਬਾਂਹ ਛਡਾਈ ਜਾਵੇ, ਉਹਦਾ ਰੋਗ ਜਿਹੜਾ ਉਹਨੂੰ ਪਤਾ ਵੀ ਇਹ ਕਿੱਥੇ ਨਬਜ਼ ਹੈ। ਉਹ ਨਬਜ਼ ਜਿਹੜੀ ਇਸ ਵਕਤ ਬੀਜੇਪੀ ਕੋਲ ਹੈਗੀ ਹੈ। ਤੇ ਆਪਾਂ ਇਹ ਵੀ ਗੱਲ ਯਾਦ ਕਰਾ ਦਈਏ ਆਪਣੇ ਪੰਜਾਬ ਦੇ ਵਾਸੀਆਂ ਨੂੰ ਕਿ ਪੰਜਾਬ ਦੀਆਂ ਵੋਟਾਂ ਠੀਕ 2022 'ਚ ਨੇ, ਪਰ ਜਿਹੜੀ ਕੇਂਦਰ ਵਾਲੀ ਸਰਕਾਰ ਹੈ ਉਹ 2024 ਤੱਕ ਕਾਇਮ ਹੈ। ਤੇ ਕੁਝ ਤਾਂ ਥੱਲੇ ਪਾਸੇ ਇਹ ਵੀ ਗੱਲਾਂ ਬਾਤਾਂ ਹੋਣ ਲੱਗ ਪਈਆਂ ਕਿ ਸ਼ਾਇਦ ਇਸ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਾਉਣ ਦੀ ਚਰਚਾ ਵੀ ਚੱਲ ਪਵੇ। ਤੇ ਜੇ ਇਕੱਠੀਆਂ ਕਰਾਉਣ ਦੀ ਚਰਚਾ ਚੱਲ ਪਈ ਤੇ 24 ਦੀ ਬਜਾਏ ਆਪਣੀ ਵਾਰੀ ਗਾਂ 25, 26, 27 ਵੱਲ ਨੂੰ ਵੀ ਜਾ ਸਕਦੀ ਹੈ, ਜਾਂ ਫਿਰ ਉਹ ਜਿਹੜੀ ਸਰਕਾਰ ਉਹ ਐਜ਼ ਇਟ ਇਜ਼ ਹੀ ਅੱਗੇ ਕੰਟੀਨਿਊ ਕਰ ਸਕਦੀ ਹੈ। ਇਹ ਤਾਂ ਚਲੋ ਹਾਈਪੋਥੈਟੀਕਲ ਗੱਲਾਂ ਹੋ ਗਈਆਂ, ਪਰ ਜਿਹੜੀ ਗੱਲ ਤੁਸੀਂ ਕੀਤੀ ਨਾ ਕਿ ਵੀ ਹੁਣੇ ਮੰਡੀਆਂ ਦੀ ਪੁਰਾਣਾ ਮੰਡੀਕਰਨ ਸਿਸਟਮ, ਕੱਲ੍ਹ ਆਪਾਂ ਸੁਣਿਆ ਸੀ ਉਹ ਸੁਭਾਸ਼ ਸ਼ਰਮਾ ਹੋਰੀ ਜਿਹੜੇ ਕਿ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੀ, ਉਹਨਾਂ ਦਾ ਇੱਕ ਨੁਕਤਾ ਜੇ ਤੁਸੀਂ ਨਹੀਂ ਨੋਟ ਕੀਤਾ ਤਾਂ ਦੁਬਾਰਾ ਵੀਡੀਓ ਸੁਣ ਲੈਣੀ। ਉਹ ਕਹਿੰਦੇ ਕਿ ਜਿਹੜੀ MSP ਹੈ, ਜਿਸ ਚੀਜ਼ ਦੇ ਉੱਪਰ ਇਸ ਵਕਤ ਕਿਸਾਨੀ ਸੰਘਰਸ਼ ਚੱਲ ਰਿਹਾ, ਇਹ ਕਿਸੇ ਕਾਨੂੰਨ 'ਚ ਨਹੀਂ ਸੀ, ਇਹ ਇੱਕ ਕੈਬਨਿਟ ਦਾ ਫੈਸਲਾ ਸੀ ਤੇ ਉਸ ਫੈਸਲੇ ਦੇ ਅੰਤਰਗਤ ਇਹ ਚੱਲ ਰਹੀ ਹੈ। ਬੀਜੇਪੀ ਜਿਹੜੀ ਹੈ ਉਹਨੇ ਪਹਿਲੀ ਵਾਰ ਖੇਤੀ ਦੇ ਮੰਡੀਕਰਨ ਨਾਲ ਰਿਲੇਟਡ ਇੱਕ ਕਾਨੂੰਨ ਲਿਆਂਦਾ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ। ਹੁਣ ਇਹ ਉਹਨਾਂ ਦਾ ਵਿਊ ਪੁਆਇੰਟ ਕਿੰਨਾ ਕੁ ਸਹੀ ਹੈ ਗਲਤ ਹੈ, ਇਹ ਤਾਂ ਪੋਲੀਟੀਕਲ ਪਾਰਟੀਆਂ ਦੱਸ ਸਕਦੀਆਂ ਜਾਂ ਉਹ ਲੋਕ ਦੱਸ ਸਕਦੇ ਜਿਹੜੇ ਰਾਜਨੀਤੀ ਨੂੰ ਉੱਥੋਂ ਨੇੜਿਓਂ ਜਾਣਦੇ ਜਾਂ ਪਾਰਲੀਮੈਂਟ 'ਚ ਜਾਂਦੇ ਆ ਵੀ ਇਹ ਤੋਂ ਪਹਿਲਾਂ ਕੀ ਸੀ ਤੇ ਉਹਨਾਂ ਨੇ ਕੀ ਚੇਂਜ ਕੀਤਾ। ਪਰ ਇਹ ਗੱਲ ਤੇ ਪੱਕੀ ਆ ਵੀ ਜੇ ਅਗਲੇ ਲਿਖ ਵੀ ਦੇਣ ਵੀ MSP ਦੇ ਦਿਆਂਗੇ, ਫੇਰ ਮੁੱਕਰ ਜਾਣ ਤੇ ਫੇਰ ਆਪਾਂ ਕਿਹੜਾ ਉਹਨਾਂ ਦਾ ਕਾਂ ਲੰਡਾ ਕਰ ਲੈਣਾ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ, ਇਸ ਗੱਲ ਦੇ ਨਾਲ ਤਾਂ ਸਹਿਮਤੀ ਜਿਹੜੀ ਪ੍ਰਗਟ ਕਰਨੀ ਪਊਗੀ। ਹੁਣ ਦੇਖੋ ਸੰਧਾਲੀਆ ਸਾਹਿਬ, ਜੇ ਕਿਸੇ ਬੰਦੇ ਨੂੰ ਇਹ ਲੱਗਦਾ ਨਾ ਕਿ ਬੀਜੇਪੀ ਘਾਟੇ 'ਚ ਗਈ, ਲੋਕ ਘਾਟੇ 'ਚ ਗਏ ਕਿ ਵਾਧੇ 'ਚ ਗਏ, ਸਾਨੂੰ ਨਹੀਂ ਪਤਾ। ਇਹ ਕਾਨੂੰਨਾਂ ਦੀ ਸਮਝ ਤਾਂ ਤੁਹਾਨੂੰ ਹੋਊਗੀ ਸੰਧਾਲੀਆ ਸਾਹਿਬ, ਲੀਡਰਾਂ ਨੂੰ ਹੋਊਗੀ, ਜਾਂ ਕਾਨੂੰਨਾਂ ਦੇ ਜਿਹੜੇ ਸ਼ਾਸਤਰੀ ਲੋਕ ਨੇ ਉਹਨਾਂ ਨੂੰ ਹੋਊਗੀ। ਪਰ ਮੈਂ ਇੱਕ ਗੱਲ ਸੋਚਦਾ ਸੀ, ਲੰਮੇ ਪਏ ਜਦੋਂ ਸਰਾਣੇ ਥੱਲੇ ਜਿਹੜੀ ਬਾਂਹ ਫੇ ਸਰਾਣਾ ਪਰੇ ਕੱਢਤਾ, ਕਹਿੰਦੇ ਜੀ ਜੇ ਸਰਾਣਾ ਲਵਾਂਗੇ ਤੁਹਾਨੂੰ ਪਤਾ ਨਹੀਂ ਕੀ ਹੋ ਜਾਣਾ ਨਾ, ਤੁਹਾਡੀ ਧੌਣ ਤੋਂ ਥੱਲਿਓਂ ਮੋਢਿਆਂ ਦੇ ਕੋਲੋਂ ਦੁਖਣ ਲੱਗ ਪੈਂਦੇ। ਮੈਂ ਕਿਹਾ ਭਾਈ ਵੇਲੇ ਸਿਰ ਹੀ ਸਾਡੇ ਕੋਲ ਦਵਾਦਾਰੂ ਲੈਣ ਨੂੰ ਵੀ ਔਖਾ ਹੋ ਜਾਣਾ, ਫਿਰ ਭਾਅ ਦੀ ਮਿੰਤ ਤਰਲਾ ਕਰਾਂਗੇ।
ਮੈਂ ਸਰਾਣਾ ਪਰੇ ਕੱਢਤਾ, ਬਾਂਹ ਥੱਲੇ ਰੱਖ ਲਈ ਟੇਢੀ ਜੀ ਕਰਕੇ। ਫਿਰ ਮੈਂ ਸੋਚਿਆ, ਮੈਂ ਕਿਹਾ ਬੀਜੇਪੀ ਘਾਟੇ 'ਚ ਗਈ ਕਿ ਵਾਧੇ 'ਚ ਗਈ। ਫਿਰ ਕਾਗਜ਼ ਪੈਨ ਚੱਕ ਲਿਆ, ਕਿਉਂਕਿ ਮੇਰੇ ਵਰਗੇ ਨੂੰ ਹੁੰਦਾ ਨਾ ਕਿ ਭਾਈ ਲਿਖ ਕੇ ਹੀ ਦੇਖ ਲਈਏ, ਇੱਧਰਲੇ ਪਾਸੇ ਜਮਾ ਤੇ ਇੱਧਰਲੇ ਪਾਸੇ ਮਾਈਨਸ। ਫਿਰ ਉਹ ਸੋਚਿਆ ਕਿ ਪਿਛਲੇ 25 ਸਾਲਾਂ 'ਚ ਬੀਜੇਪੀ ਦੀ ਪੰਜਾਬ ਦੇ ਵਿੱਚ ਹਾਲਤ ਨਾ ਤਿੰਨਾਂ ਵਾਲਿਆਂ 'ਚੋਂ ਸੀ ਨਾ 13 ਵਾਲਿਆਂ 'ਚੋਂ। ਜਦੋਂ ਵੀ ਪੰਜਾਬ ਦੇ ਵਿੱਚ ਕੋਈ ਗੱਲ ਹੁੰਦੀ ਸੀ, ਜਦ ਇੱਦਾਂ ਪਿੰਡ ਦੇ ਵਿੱਚ ਮੇਰੇ ਵਰਗਾ ਮਾਤੜ ਬੰਦਾ ਨਹੀਂ ਹੁੰਦਾ, ਸਾਰੇ ਜਣੇ ਕਹਿਣਗੇ 4 ਬੰਦੇ ਸਰਪੰਚੀ ਤੇ ਖੜੇ ਹੋ ਗਏ, ਉਹਦਾ ਕਿਸੇ ਨੇ ਨਾਂ ਥੋੜੀ ਲੈਣਾ ਕਿ ਭਾਈ ਉਮੀਦਵਾਰ ਚੁਣੀਏ, ਉਹਦਾ ਨਾਂ ਨਹੀਂ ਕਿਸੇ ਨੇ ਲੈਣਾ। ਉਹ 4-5 ਜਿਹੜੇ ਵੱਡੇ ਬੰਦੇ ਹੁੰਦੇ, ਤੁਹਾਡੇ ਵਰਗੇ ਰਾਠ ਬੰਦੇ, ਉਹਨਾਂ ਦਾ ਨਾਂ ਲੈਣਾ। ਹਾਂ ਬਈ ਤੂੰ ਬਣ, ਨਹੀਂ ਤੂੰ ਬਣ, ਉਹਨੇ ਗੱਲ ਨਹੀਂ ਕਿੱਥੇ ਬਣਨਾ ਜੀ, ਇੱਦਾਂ ਦੀ ਗੱਲ ਨਹੀਂ। ਮੇਰੇ ਵਰਗੇ ਤਾਂ ਸਾਰਿਆਂ ਨੂੰ ਹੁੰਦਾ ਇਹ ਆਪਣੀਆਂ ਵੋਟਾਂ ਆਪਣੇ ਕਹੇ ਤੇ ਪਾਉਣੀਆਂ, ਉਦੋਂ ਉੱਤੋਂ ਕਹਿਣਾ ਕਿ ਤੂੰ ਭਾਈ ਜਿੰਦਾਬਾਦ ਕਰਨੀ ਬਸ। ਹੁਣ ਬੀਜੇਪੀ ਏਦਾਂ ਹੀ ਸੀ। ਗੱਲ ਕਿਹਦੀ ਹੁੰਦੀ ਸੀ? ਗੱਲ ਹੁੰਦੀ ਸੀ ਅਕਾਲੀ ਦਲ ਦੀ, ਤੇ ਨਾਲ ਕਹਿੰਦੇ ਸੀ ਬੀਜੇਪੀ ਨਾਲ ਸਮਝੌਤਾ, ਥੋੜੀਆਂ ਸੀਟਾਂ ਉਹਨਾਂ ਦੀਆਂ ਵੀ ਹੈ। ਸਾਰੇ ਕਹਿੰਦੇ ਸੀ ਕਿ ਬੀਜੇਪੀ ਨੂੰ ਤਾਂ ਹੀ ਜਿੱਤ ਪ੍ਰਾਪਤ ਹੋਣੀ ਹੈ ਜੇ ਅਕਾਲੀ ਨਾਲ ਆ। ਗੱਲ ਹੁੰਦੀ ਸੀ ਕਾਂਗਰਸ ਦੀ। ਅੰਤ ਦੇ ਵਿੱਚ ਆ ਕੇ ਪਿਛਲੇ 5-6 ਸਾਲਾਂ ਤੋਂ ਗੱਲ ਹੋਣ ਲੱਗ ਪਈ ਆਮ ਆਦਮੀ ਪਾਰਟੀ ਦੀ। ਬੀਜੇਪੀ ਦੀ ਕਿਸੇ ਰੈਲੀ ਨੂੰ, ਬੀਜੇਪੀ ਦੇ ਕਿਸੇ ਲੀਡਰ ਨੂੰ, ਬੀਜੇਪੀ ਦੀ ਕਿਸੇ ਚੋਣ ਮੁਹਿੰਮ ਨੂੰ ਕਦੇ ਸੀਰੀਅਸ ਨਹੀਂ ਸੀ ਲਿਆ ਜਾਂਦਾ ਕਿ ਉਹ ਪੰਜਾਬ 'ਚ ਮੁੱਖ ਪਾਰਟੀ ਹੈ ਹੀ ਨਹੀਂ। ਤੁਸੀਂ ਦੇਖੋ, ਉਹ ਭਾਵੇਂ ਖਤਰੇ 'ਚ ਜਾਣ ਨਾ ਖਤਰੇ 'ਚ ਜਾਣ, ਪਿਛਲੇ 20 ਦਿਨਾਂ ਦੇ ਵਿੱਚ ਗੱਲ ਕਿਹਦੀ ਹੁੰਦੀ ਹੈ ਪੰਜਾਬ 'ਚ? ਅਕਾਲੀ ਦਲ ਬੋਲਦਾ ਜੀ ਭਾਰਤੀ ਜਨਤਾ ਪਾਰਟੀ ਨੇ ਐ ਕੀਤਾ, ਘੱਟੋ ਘੱਟ ਬੀਜੇਪੀ ਦਾ ਨਾਂ ਤੁਰਿਆ। ਉਧਰ ਕਿਸਾਨ ਜਥੇਬੰਦੀਆਂ ਕੀ ਕਹਿੰਦੀਆਂ? ਬੀਜੇਪੀ ਦੇ ਲੀਡਰਾਂ ਦੇ ਘਰਾਂ ਦਾ ਘਿਰਾਓ ਕਰਨਾ, ਬੀਜੇਪੀ ਦੇ ਲੀਡਰਾਂ ਦਾ ਨਾਂ ਤੁਰਿਆ। ਉਧਰ ਬੀਜੇਪੀ ਦੇ ਲੀਡਰ ਕੀ ਕਹਿੰਦੇ? ਅਸੀਂ ਘਰ ਘਰ ਜਾਣਾ। ਇਹ ਗੱਲ ਨੋਟ ਕੀਤੀ ਜਾਵੇ ਕਿ ਅਸੀਂ ਪਿੰਡ ਪਿੰਡ ਜਾਣਾ, ਅਸੀਂ ਘਰ ਘਰ ਜਾਣਾ, ਅਸੀਂ ਕਿਸਾਨ ਸਮਝਾਉਣੇ ਆ। ਅੱਜ ਤੱਕ ਬੀਜੇਪੀ ਦਾ ਅਕਾਲੀਆਂ ਨਾਲ ਗੱਠਜੋੜ ਸੀ ਤੇ ਕਿਸਾਨ ਵੋਟ ਅਕਾਲੀਆਂ ਦੀ ਸੀ, ਬੀਜੇਪੀ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਕਿਸਾਨ ਮੰਨਣ ਨਾ ਮੰਨਣ, ਬੀਜੇਪੀ ਦੀ ਲੀਡਰਸ਼ਿਪ ਉਹਨਾਂ ਦੇ ਘਰ ਜਾ ਰਹੀ ਹੈ, ਬੀਜੇਪੀ ਦੀ ਲੀਡਰਸ਼ਿਪ ਉਹਨਾਂ ਦਾ ਦਰ ਖੜਕਾ ਰਹੀ ਹੈ ਕਿ ਭਾਈ ਆ ਕਾਨੂੰਨ ਚੰਗੇ ਆ। ਹੁਣ ਦੇਖੋ ਬੀਜੇਪੀ ਮੁੱਖ ਧਾਰਾ 'ਚ, ਵੋਟਾਂ ਘਟਣ ਵੋਟਾਂ ਵਧਣ। ਕਾਂਗਰਸ ਗੱਲ ਕਰ ਰਹੀ ਹੈ ਜੀ ਬੀਜੇਪੀ ਨੇ ਐ ਕੀਤਾ, ਅਕਾਲੀ ਉਹਨਾਂ ਦੇ ਨਾਲ ਸੀ। ਆਮ ਆਦਮੀ ਪਾਰਟੀ ਗੱਲ ਕਰ ਰਹੀ ਹੈ ਜੀ ਬੀਜੇਪੀ ਨੇ ਐ ਕੀਤਾ। ਜਾਣੀ ਕਿ ਇੱਕਦਮ ਪਿਛਲੇ 17-18 ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਸੀਨ 'ਚ ਆ ਗਈ, ਸਿਆਸੀ ਤੌਰ ਤੇ ਦ੍ਰਿਸ਼ 'ਚ ਆ ਗਈ, ਭਾਵੇਂ ਉਹ ਗਲਤ ਤਰੀਕੇ ਆਈ ਤੇ ਭਾਵੇਂ ਸਹੀ ਤਰੀਕੇ ਆਈ। ਬਾੜ ਸਾਹਿਬ, ਆਪਾਂ ਇੱਕ ਵਾਰ ਫਿਰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਯਾਦ ਕਰਾ ਦਈਏ, ਜਿਸ ਦਿਨ ਆਪਾਂ ਇਹ ਗੱਲ ਕਰਦੇ ਸੀ ਨਾ ਕਿ ਬੀਜੇਪੀ ਤੇ ਅਕਾਲੀ ਦਲ ਗੱਠਜੋੜ ਟੁੱਟ ਸਕਦਾ, ਆਪਾਂ ਉਦੋਂ ਅਕਾਲੀ ਦਲ ਦੇ ਜਿੱਥੇ ਫਾਇਦੇ ਜਾਂ ਉਹਨਾਂ ਦੀ ਚੜ੍ਹਤ ਗਣਾਉਂਦੇ ਸੀ, ਉੱਥੇ ਆਪਾਂ ਬੀਜੇਪੀ ਨੂੰ ਇੱਕ ਸਲਾਹ ਵੀ ਦਿੰਦੇ ਸੀ। ਉਹ ਇਹ ਦਿੰਦੇ ਸੀ ਕਿ ਯਾਰ ਜੇ ਬੀਜੇਪੀ ਚਾਹੁੰਦੀ ਹੈ ਨਾ ਵੀ ਪੰਜਾਬ 'ਚ ਅਸੀਂ ਆਪਣੇ ਸਿਰ ਬਸਿਰ ਇਲੈਕਸ਼ਨ ਲੜਨੀ ਆ, ਜਾਂ ਜਦੋਂ ਆਪਾਂ ਇਹ ਕਹਿ ਦਈਏ ਵੀ ਅਸੀਂ ਲੱਤ ਗੱਡਣੀ ਆ, ਤਾਂ ਲੱਤ ਗੱਡਣ ਤੋਂ ਪਹਿਲਾਂ ਚੈੱਕ ਜ਼ਰੂਰ ਕਰ ਲੈਣ ਕਿ ਲੱਤਾਂ ਭਾਰ ਚੱਲਦੀਆਂ। ਤੇ ਲੱਤਾਂ ਭਾਰ ਚੱਲਣਗੀਆਂ ਕਿੱਦਾਂ? ਲੱਤਾਂ ਭਾਰ ਚੱਲਣਗੀਆਂ ਪੰਜਾਬੀਆਂ ਦੇ ਜਿਹੜੇ ਮਸਲੇ ਨੇ, ਜਿਹੜੇ ਮੁੱਦੇ ਨੇ, ਜਿਹੜੀਆਂ ਮੰਗਾਂ ਨੇ, ਜਾਂ ਜਿਹੜੇ ਉਹਨਾਂ ਦੇ ਸ਼ੰਕੇ ਨੇ, ਉਹਨਾਂ ਸਾਰਿਆਂ ਦਾ ਜਵਾਬ ਲੈ ਕੇ ਆਵੇ। ਇੱਕ ਜਿਹੜੀ ਤੁਸੀਂ ਦੇਖਿਆ ਹੋਣਾ ਹੈ ਇਹਨਾਂ ਦਿਨਾਂ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਜਿਹੜੇ ਬੀਜੇਪੀ ਵੱਲੋਂ ਛੋਟੇ-ਛੋਟੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਜਾਂ ਸੋਸ਼ਲ ਮੀਡੀਆ ਦੇ ਉੱਪਰ ਆਪਣੀਆਂ ਸਪੀਚਾਂ ਪਾਈਆਂ ਜਾ ਰਹੀਆਂ, ਉਹਦੇ 'ਚ ਉਹ ਦੋ ਗੱਲਾਂ ਨੂੰ ਉਭਾਰ ਕੇ ਪੇਸ਼ ਕਰ ਰਿਹਾ। ਇੱਕ ਤਾਂ ਇਹ ਕਿ ਜਿਹੜਾ ਹੁਣ ਤੱਕ ਪ੍ਰਚਾਰ ਕੀਤਾ ਜਾਂਦਾ ਸੀ ਬੀਜੇਪੀ ਜਿਹੜੀ ਹੈ ਜੀ ਪੰਜਾਬ ਵਿਰੋਧੀ ਹੈ, ਇਹ ਸਾਡੇ ਵਿਰੋਧੀਆਂ ਨੇ ਕੀਤਾ, ਅਸੀਂ ਤੁਹਾਨੂੰ ਗੱਲਾਂ ਗਣਾਉਂਦੇ ਵੀ ਅਸੀਂ ਪੰਜਾਬ ਲਈ ਕੀ ਕੁਛ ਕੀਤਾ। ਫਿਰ ਉਹ ਗਣਾਉਂਦੇ ਵੀ ਨੇ, ਆਪਾਂ ਉਹ ਵੀ ਗਿਣ ਲੈਂਦੇ ਹਾਂ। ਫਿਰ ਦੂਸਰੀ ਗੱਲ ਉਹ ਇਹ ਕਰਦੇ ਨੇ ਕਿ ਜੀ ਜੋ ਕੁਛ ਉਦੋਂ ਹੁੰਦਾ ਰਿਹਾ ਪੰਜਾਬ ਦੇ ਵਿੱਚ ਸਾਡੇ ਹੇਠਲੇ ਪੱਧਰ ਦੇ ਲੀਡਰਾਂ ਦੇ ਨਾਲ, ਉਹਦੇ ਲਈ ਜ਼ਿੰਮੇਵਾਰ ਅਕਾਲੀ ਲੀਡਰ ਨੇ, ਤੇ ਇਸ ਕਰਕੇ ਸਾਡੇ ਵਰਕਰਾਂ ਦੇ ਵਿੱਚ ਗੁੱਸਾ ਸੀ। ਤੇ ਆਹ ਦੇਖੋ ਕਿੰਨੀ ਖੁਸ਼ੀ ਆ, ਲਾਓ ਜੀ ਨਾਰਾ, ਉਹ ਨਾਲ ਹੀ ਸ਼ੁਰੂ ਹੋ ਜਾਂਦੇ ਜਿੰਦਾਬਾਦ ਜਿੰਦਾਬਾਦ। ਇਹ ਦੋ ਗੱਲਾਂ ਵਿਚਾਰਨ ਵਾਲੀਆਂ ਵੀ ਇੱਕ ਪਾਸੇ ਜਿਹੜਾ ਹੇਠਲੇ ਲੈਵਲ ਦਾ ਉਹਨਾਂ ਦਾ ਕਾਡਰ ਹੈ ਜਾਂ ਵਰਕਰ ਨੇ, ਉਹਨਾਂ ਨੂੰ ਸਰਗਰਮ ਕਰ ਲਿਆ ਵੀ ਆਹ ਲਓ ਜੀ ਤੁਸੀਂ ਕਹਿੰਦੇ ਸੀ ਵੀ ਸਾਨੂੰ ਨੰਬਰਦਾਰੀ ਚਾਹੀਦੀ, ਦਵਾਤੀ ਤੁਹਾਨੂੰ। ਤੇ ਦੂਜੇ ਪਾਸੇ ਜਿਹੜੇ ਪੰਜਾਬੀਆਂ ਦੇ ਸ਼ੰਕੇ ਸ਼ੁਬੇ ਸੀ ਵੀ ਹਾਂ ਯਾਰ ਤੁਸੀਂ ਜਿਹੜੀ ਪਾਰਟੀ ਹੋ ਤੁਸੀਂ ਤਾਂ ਪੰਜਾਬੀਆਂ ਦੇ ਨਾਲ ਦੀ ਗੱਲ ਨਹੀਂ ਕਰਦੇ, ਉਹਦੀ ਉਹ ਲਿਸਟ ਚੱਕੀ ਫਿਰਦੇ ਨੇ ਭਾਈ ਸਾਹਿਬ ਵੀ ਆਹ ਕੰਮ ਅਸੀਂ ਪੰਜਾਬੀਆਂ ਲਈ ਕੀਤੇ, ਦੱਸੋ ਕਦੋਂ ਨਹੀਂ ਕੀਤੇ। ਇਹ ਵੀ ਗੱਲਾਂ ਵਿਚਾਰਨ ਵਾਲੀਆਂ ਵੀ ਸਟ੍ਰੈਟਜੀ ਇਸ ਵਕਤ ਇਹ ਚੱਲ ਰਹੀ ਵੀ ਥੱਲਿਓ ਵੀ ਉਭਾਰ ਲਓ ਤੇ ਕੇਂਦਰ ਵਾਲੇ ਪਾਸਿਓਂ ਅਸੀਂ ਕੀ ਕੁਝ ਕੀਤਾ, ਆਪਾਂ ਉਹਦੀ ਗੱਲ ਵੀ ਕਰ ਲਈਏ। ਦੇਖੋ ਸੰਧਾਲੀਆ ਸਾਹਿਬ, ਮੈਂ ਇੱਕ ਗੱਲ ਫਿਰ ਕਲੀਅਰ ਕਰਦਾ, ਜਿਵੇਂ ਤੁਸੀਂ ਸਪਸ਼ਟ ਕੀਤੀ ਹੈ ਕਿ ਇਹਨਾਂ ਸਾਰੀਆਂ ਗੱਲਾਂ ਦਾ ਪੰਜਾਬ ਦੇ ਲੋਕਾਂ ਦੀ ਭਲਾਈ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਪੰਜਾਬ ਦੀ ਸਿਆਸਤ, ਜਿਨ੍ਹਾਂ ਸਿਆਸਤਦਾਨਾਂ ਨੇ ਪੰਜਾਬ ਤੇ ਦਿੱਲੀ ਤੇ ਰਾਜ ਕਰਨਾ ਹੈ, ਉਹ ਕੀ ਕਰਦੇ ਆ, ਆਪਾਂ ਉਹਨਾਂ ਦੀਆਂ ਗੱਲਾਂ ਵਿਚਾਰਨ ਤੋਂ ਬਿਨਾਂ ਰਹਿ ਨਹੀਂ ਸਕਦੇ, ਕਿਉਂਕਿ ਫੈਸਲੇ ਉੱਥੋਂ ਹੋਣੇ ਆ। ਹੁਣ ਬੀਜੇਪੀ ਜਿਹੜੀ ਹੈ, ਕਿਉਂਕਿ ਸਾਰੇ ਕਹਿੰਦੇ ਨੁਕਸਾਨ 'ਚ ਜਾਣੀ, ਨੁਕਸਾਨ 'ਚ ਜਾਣੀ, ਪਰ ਜੇ ਆਪਾਂ ਉਹਨਾਂ ਦੇ ਵਿਹੜੇ 'ਚ ਬਹਿ ਕੇ ਸੋਚੀਏ, ਕੰਧ ਤੇ ਕੱਚ ਲਾਤਾ ਆ, ਗੇਟ ਨਵਾਂ ਲਵਾਤਾ ਆ, ਕੌਲਾ ਮਜ਼ਬੂਤ ਕਰ ਦਿੱਤਾ ਆ ਜਿਹੜਾ ਨਵਾਂ ਕਮਰਾ ਬਣਾਇਆ ਉਹ 'ਚ ਪਿੱਲਰ ਵਧੀਆ ਕੱਢੇ ਆ, ਉਹਦੇ ਵਿੱਚ ਆਪਾਂ ਕੰਕਰੀਟ ਸੋਹਣਾ ਪਾਇਆ, ਉਹ ਤਾਂ ਹੁਣ ਭੁਚਾਲ ਪ੍ਰੂਫ ਬਣਾ ਦਿੱਤਾ। ਇੱਦਾਂ ਦੀਆਂ ਗੱਲਾਂ ਉਹਨਾਂ ਦੇ ਵਿਹੜੇ 'ਚ ਬਹਿ ਕੇ ਸੋਚੀਏ। ਹੁਣ ਦੇਖੋ ਹੁਣ ਤੱਕ ਕੀ ਸੀ, ਉਹ 23 ਸੀਟਾਂ ਮੰਗਦੇ ਸੀ,
ਅਕਾਲੀਆਂ ਤੋਂ ਕਿ 23 ਤਾਂ ਸਾਡੀਆਂ ਹੈਗੀਆਂ, 23 ਹੋਰ ਦੇ ਦਿਓ, 46 ਕਰ ਦਿਓ। ਇਹ ਕਹਿੰਦੇ ਅਸੀਂ ਇੱਕ ਵੀ ਨਹੀਂ। ਫਿਰ ਉਹ ਕਹਿੰਦੇ ਚਲੋ ਕੋਈ ਨਹੀਂ 23 ਰਹਿਣ ਦਿਓ, 2 ਸਾਨੂੰ ਉਹ ਫਲਾਣੇ ਮਾਲ ਵਿੱਚ ਦੇ ਦਿਓ। ਇਹ ਕਹਿੰਦੇ ਅੱਛਾ ਜਿੱਥੇ ਬੈਠੇ ਵਾਂ ਬੈਠੇ ਰਹੋ, ਇਹ ਤੁਹਾਡੀਆਂ 23 ਦਾ ਮਤਲਬ 23 ਆ, ਤੁਸੀਂ ਦੂਜੇ ਪਾਸੇ ਝਾਕਣਾ ਵੀ ਨਹੀਂ। ਚਲੋ ਹੁਣ ਬੀਜੇਪੀ ਜੇ ਸਰਕਾਰ 'ਚ ਹੁੰਦੀ ਸੀ ਤਾਂ ਵੀ ਨਾ ਹੋਇਆ ਨਾਲ ਦੀ ਸੀ ਪੰਜਾਬ 'ਚ, ਜੇ ਅਕਾਲੀਆਂ ਦੀ ਸਰਕਾਰ ਬਣਦੀ ਸੀ ਤਾਂ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਫਿਰ ਤਾਂ ਵਿਰੋਧੀ ਧਿਰ 'ਚ ਸੀ, ਕੋਈ ਗਿਣਦਾ ਨਹੀਂ ਸੀ। ਪਰ ਹੁਣ ਸੰਧਾਲੀਆ ਸਾਹਿਬ ਇੱਕ ਗੱਲ ਹੋਣੀ ਆ, 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ 117 ਦੀਆਂ 17 ਸੀਟਾਂ ਦੇ ਉੱਤੇ ਬੀਜੇਪੀ ਲੜੇ ਜਾਂ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਕਰਕੇ 60-70 ਸੀਟਾਂ ਤੇ ਲੜੇ। ਤੁਸੀਂ ਇੱਕ ਗੱਲ ਦੇਖਿਓ ਕਿ ਘੱਟੋ ਘੱਟ ਜੇ 5-5 7-7 8-8 ਹਜ਼ਾਰ ਵੋਟਾਂ ਵੀ ਲਿਜਾਣ, ਕਾਡਰ ਖੜਾ ਕਰ ਦੇਣਾ ਨਾ ਮਾਲਵੇ 'ਚ, ਪਿੰਡਾਂ ਦੇ ਵਿੱਚ ਕਾਡਰ ਖੜਾ ਕਰ ਦੇਣਾ ਨਾ। ਜੇ ਉੱਥੇ ਕਾਡਰ ਖੜਾ ਕਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਜਿੱਦਾਂ ਆਪਣੇ ਕੋਲੇ ਹਰਿਆਣੇ ਦੀ ਉਦਾਹਰਣ ਹੈ, ਜਿਵੇਂ ਆਪਣੇ ਕੋਲੇ ਬੰਗਾਲ ਦੀ ਉਦਾਹਰਣ ਹੈ, ਜਿਵੇਂ ਆਪਣੇ ਕੋਲੇ ਉੜੀਸਾ ਦੀ ਉਦਾਹਰਣ ਹੈ, ਜਿਵੇਂ ਆਪਣੇ ਕੋਲੇ ਜੰਮੂ ਕਸ਼ਮੀਰ ਦੀ ਉਦਾਹਰਣ ਹੈ, ਅਗਲੇ 5 ਸਾਲਾਂ ਦੀ ਰਣਨੀਤੀ ਲੈ ਕੇ ਉਹਨਾਂ ਨੇ ਅਗਲੇ ਪਾਸੇ ਨੂੰ ਤੁਰ ਪੈਣਾ। ਤੇ ਜੇ ਅਗਲੇ ਪਾਸੇ ਨੂੰ ਤੁਰ ਪੈਣਗੇ ਤਾਂ ਫਿਰ ਤਾਂ ਗੱਲ ਹੈਗੀ ਆ। ਹੁਣ ਨੁਕਤੇ ਜਿਹੜੇ ਤੁਸੀਂ ਕਿਹਾ ਕਿ ਭਾਈ ਜਾ ਕੇ ਲੋਕਾਂ ਨੂੰ ਕਹਿਣਗੇ ਕੀ, ਹੁਣ ਸੰਧਾਲੀਆ ਸਾਹਿਬ ਇਹ ਬਹੁਤ ਵਿਚਾਰਨ ਵਾਲੀ ਗੱਲ ਹੈ। ਜਿਹੜੇ ਲੋਕ ਕਹਿੰਦੇ ਨਾ ਕਿ ਬੀਜੇਪੀ ਦੇ ਕੋਲੇ ਕੁਝ ਆਖਣ ਨੂੰ ਨਹੀਂ ਹੋਣਾ, ਹੁਣ ਆਪਾਂ ਇੱਕ ਇੱਕ ਕਰਕੇ ਸਾਂਝਾ ਕਰਦੇ ਹਾਂ ਕਿ ਬੀਜੇਪੀ ਨੇ ਜਦੋਂ ਲੋਕਾਂ ਦੇ ਦਰ ਖੜਕਾਉਣੇ ਤਾਂ ਕਹਿਣਾ ਕੀ ਹੈ। ਬਿਲਕੁਲ ਸਹੀ, ਆਪਾਂ ਇੱਕ ਇੱਕ ਕਰਕੇ ਆਪਾਂ ਸ਼ੁਰੂ ਹੋ ਜਾਈਏ। ਇਸ ਤੋਂ ਪਹਿਲਾਂ ਇੱਕ ਚੀਜ਼ ਮੈਂ ਐਡ ਕਰ ਦਿਆਂ, ਉਹ ਜ਼ਰੂਰ ਇਸ ਵਕਤ ਲੋਕ ਜੇ ਆਪਣੀ ਗੱਲ ਨੂੰ ਸਮਝ ਰਹੇ ਆ ਤਾਂ ਤੁਸੀਂ ਜ਼ਰੂਰ ਸੁਣਿਓ। ਅਸੀਂ ਤਾਂ ਇਹ ਗੱਲਾਂ ਕਰ ਰਹੇ ਹਾਂ ਵੀ ਇੱਕ ਵੱਖਰੀ ਤਰ੍ਹਾਂ ਦੀ ਗੱਲ, ਜਿੱਦਾਂ ਬਾਠ ਸਾਹਿਬ ਨੇ ਸ਼ੁਰੂਆਤ ਕੀਤੀ ਸੀ ਵੀ ਆਪਾਂ ਹੁਣ ਪਰਿਵਾਰ 'ਚ ਬਹਿ ਕੇ ਗੱਲਾਂ ਕਰਦੇ ਹਾਂ। ਇੱਕ ਜਦੋਂ ਵਿਚਾਰਦੇ ਹੋਈਏ ਨਾ, ਤੇ ਸਾਰੀਆਂ ਗੱਲਾਂ ਵਿਚਾਰਨੀਆਂ ਚਾਹੀਦੀਆਂ ਵੀ ਜੇ ਬਾਹਰ ਬੱਦਲਵਾਈ ਹੈਗੀ ਆ ਤੇ ਤਰਪਾਲ ਕਿੱਥੇ ਪਈ ਹੈ, ਜੇ ਪਾਉਣੀ ਪਈ ਤੇ ਪਾਉਣੀ ਕਿੱਦਾਂ। ਇਸ ਵਕਤ ਆਮ ਆਦਮੀ ਪਾਰਟੀ ਬਾਠ ਸਾਹਿਬ ਪੰਜਾਬ 'ਚ ਜਦੋਂ ਵੀ ਆਉਂਦੀ ਹੈ, ਉਹ ਆਪਣੀ ਦਿੱਲੀ ਵਾਲੀ ਜਿਹੜੀ ਸਰਕਾਰ ਹੈ ਉਹਦਾ ਗੁਣਗਾਨ ਕਰਦੀ ਹੈ। ਤੇ ਉਹ 2022 ਦਾ ਪਲਾਨ ਇਹ ਕਹਿੰਦੀ ਹੈ ਕਿ ਦਿੱਲੀ 'ਚ ਅਸੀਂ ਕਰ ਦਿੱਤਾ, ਪੰਜਾਬ ਸਾਨੂੰ ਦੇ ਦਿਓ, ਅਸੀਂ ਕਰ ਦਿਆਂਗੇ। ਫਿਰ ਉਹਨਾਂ ਦੇ ਵਿਰੋਧੀ ਜਾਂ ਬਹੁਤ ਸਾਰੇ ਲੋਕ ਜਿਹੜੇ ਸ਼ੰਕੇ ਸ਼ੁਬੇ ਦਿਖਾਉਂਦੇ ਨੇ ਕਿ ਯਾਰ ਸਟੇਟ ਗਵਰਨਮੈਂਟ ਦੇ ਕੋਲ ਤਾਂ ਅੱਗੇ ਹੀ ਕੁਛ ਨਹੀਂ ਹੁੰਦਾ, ਸਾਰਾ ਕੁਛ ਤਾਂ ਕੇਂਦਰ ਵਾਲੇ ਪਾਸਿਓਂ ਕਰਨਾ, ਤੇ ਕੇਂਦਰ ਨਾਲ ਤਾਂ ਫਿਰ ਟਕੜਕਾ ਉਹੀ ਰਹਿ ਜਾਣਾ, ਫਿਰ ਅਸੀਂ ਕੀ ਕਰਾਂਗੇ। ਇਹ ਉਹਨਾਂ ਦੀ ਗੱਲ ਹੈ। ਪਰ ਬੀਜੇਪੀ ਜਦੋਂ ਇਹ ਬਿਆਨ ਦਿੰਦੀ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਦਊਗੀ ਕਿ ਪੰਜਾਬ ਦੇ ਵਿੱਚ ਦੇਖੋ ਜੀ ਅਸੀਂ ਸਾਰਾ ਕੁਝ ਕਰ ਸਕਦੇ ਕਿਉਂਕਿ ਕੇਂਦਰ 'ਚ ਸਰਕਾਰ ਸਾਡੀ ਹੈ, ਤੇ ਮੋਦੀ ਸਾਹਿਬ ਤਾਂ ਪੰਜਾਬ ਨੂੰ ਪਿਆਰ ਹੀ ਬੜਾ ਕਰਦੇ ਆ। ਹੁਣ ਇਹਦੇ ਲਈ ਉਹ ਕਿਹੜੀਆਂ ਉਦਾਹਰਨਾਂ ਦਿੰਦੇ, ਜਿਹੜਾ ਤੁਸੀਂ ਜ਼ਿਕਰ ਕੀਤਾ ਸੀ, ਆਪਾਂ ਨੂੰ ਇਹ ਆ ਵੀ ਇੱਕ ਇੱਕ ਕਰਕੇ ਦੱਸ ਦਈਏ। ਪਹਿਲੀ ਗੱਲ ਤਾਂ ਇਹ ਕਹਿੰਦੇ ਆ ਕਿ ਵੀ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਘ ਹੈ, ਜਿਹੜਾ ਕਿ ਇੰਨੇ ਚਿਰ ਤੋਂ ਇੰਨੇ ਲੰਮੇ ਸਮੇਂ ਤੋਂ ਅਰਦਾਸਾਂ ਕਰਦਾ ਸੀ ਸਿੱਖ ਭਾਈਚਾਰਾ ਕਿ ਸਾਨੂੰ ਪਾਕਿਸਤਾਨ ਦੇ ਵਿੱਚ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲੇ, ਉਹ ਜਿਹੜਾ ਕਹਿੰਦੇ ਆ ਕਿ ਵੀ ਲੰਘ ਹੈ, ਜੇ ਮੋਦੀ ਸਾਹਿਬ ਨਾ ਚਾਹੁੰਦੇ, ਜੇ ਮੋਦੀ ਸਾਹਿਬ ਕਿਸਾਨ ਹਿਤੈਸ਼ੀ ਜਾਂ ਪੰਜਾਬ ਹਿਤੈਸ਼ੀ ਜਾਂ ਸਿੱਖ ਹਿਤੈਸ਼ੀ ਨਾ ਹੁੰਦੇ ਤੇ ਫਿਰ ਉਹ ਖੋਲ੍ਹਦੇ। ਹੁਣ ਇਹ ਗੱਲ ਤੇ ਆਪਣੇ ਆਪ ਦੇ ਵਿੱਚ ਵਿਚਾਰਨ ਵਾਲੀ ਹੈ ਵੀ ਭਾਵੇਂ ਇੱਥੇ ਜਿਹੜੇ ਮਰਜ਼ੀ ਬੰਦੇ ਫੀਤੀਆਂ ਲਵਾਈ ਫਿਰਨ, ਸਭ ਤੋਂ ਵੱਡੀ ਅਥਾਰਟੀ ਤਾਂ ਕੇਂਦਰ 'ਚ ਹੀ ਬੈਠੀ ਹੈ ਨਾ, ਤੇ ਜੇ ਉਹ ਬੰਦਾ ਦਸਤਖਤ ਨਾ ਕਰਦਾ ਤੇ ਫੇਰ। ਸੰਧਾਲੀਆ ਸਾਹਿਬ ਮਸਲਾ ਇਹ ਘੱਟ ਹੈ ਕਿ ਕੰਮ ਕਿਹਨੇ ਕੀਤਾ, ਮਸਲਾ ਇਹ ਹੈ ਕਿ ਉਹਨੂੰ ਲੋਕਾਂ ਦੇ ਕੋਲੇ ਵੱਧ ਗਿਣਤੀ ਦੇ ਵਿੱਚ ਲੈ ਕੇ ਕੌਣ ਜਾਂਦਾ, ਉਹਨੂੰ ਆਪਣੇ ਆਪ ਦੇ ਨਾਲ ਜੋੜਦਾ ਕੌਣ ਹੈ। ਹੋ ਸਕਦਾ ਕਿ ਸਾਰੇ ਦਾ ਸਾਰਾ ਜਿਹੜਾ ਉਹ ਟੂਰਨਾਮੈਂਟ ਦੇ ਪੈਸੇ ਇਕੱਠੇ ਕਰਨ ਦਾ ਕੰਮ, ਗਰਾਊਂਡ ਵਾਹ ਕੇ ਪੱਧਰੀ ਕਰਨ ਦਾ ਕੰਮ, ਉੱਥੇ ਝੰਡੀਆਂ ਲਵਾਉਣ ਦਾ ਕੰਮ, ਜਿੱਥੇ ਕਬੱਡੀ ਖੇਡੀ ਜਾਣੀ ਆ ਉਹਦੇ ਆਲੇ ਦੁਆਲੇ ਬੱਲੀਆਂ ਕੱਢ ਕੇ ਰੱਸੀਆਂ ਲਵਾਉਣ ਦਾ ਕੰਮ, ਸਾਰਾ ਕੰਮ ਕਿਸੇ ਹੋਰ ਨੇ ਕੀਤਾ ਹੋਵੇ। ਪਰ ਜਦੋਂ ਮੁੱਖ ਮਹਿਮਾਨ ਮੰਤਰੀ ਸਾਹਿਬ ਆਉਣਗੇ, ਉਹਨਾਂ ਨੂੰ ਅੱਗੇ ਹੋ ਕੇ ਹੱਥ ਕੌਣ ਮਿਲਾਉਂਦਾ ਹੈ ਤੇ ਉਹਨਾਂ ਨੂੰ ਜਾ ਕੇ ਸਟੇਜ ਦੇ ਉੱਤੇ ਬਹਾਉਂਦਾ ਕੌਣ ਹੈ, ਕਈ ਵਾਰੀ ਸਿਹਰਾ ਉਹੀ ਲੈ ਜਾਂਦੇ ਹੁੰਦੇ ਆ। ਹੁਣ ਦੇਖੋ ਇਹ ਜਿਹੜਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਹੈ, ਦੇਖੋ ਪੰਜਾਬ 'ਚ ਪੰਥਕ ਵੋਟ ਬੜੀ ਹੈ, ਪੰਜਾਬ ਦੇ ਵਿੱਚ ਵੋਟਾਂ ਧਰਮ ਦੇ ਆਧਾਰ ਦੇ ਉੱਤੇ ਹਿੱਲਦੀਆਂ ਪੈਂਦੀਆਂ ਵਿਰੋਧ ਦੇ ਵਿੱਚ ਹੁੰਦੀਆਂ ਆਈਆਂ, ਇਸ ਗੱਲ ਤੋਂ ਕੋਈ ਬੰਦਾ ਇਨਕਾਰ ਨਹੀਂ ਕਰ ਸਕਦਾ। ਆਹ ਜਿਹੜਾ ਪੁਆਇੰਟ ਤੁਸੀਂ ਚੁੱਕਿਆ ਨਾ, ਇਹ ਬਹੁਤ ਵੱਡਾ ਹੈ। ਹੁਣ ਨਵਜੋਤ ਸਿੰਘ ਸਿੱਧੂ ਹਰੀ ਮਾਨਸਰ ਦੇ ਵਿੱਚ ਗਏ ਸੀ, ਉੱਥੇ ਤੇ ਮਾਨਵਾਲ 'ਚ, ਹੁਣ ਉੱਥੇ ਜਦੋਂ ਗਏ ਆ ਧੁਰੀ ਦੇ ਨੇੜੇ, ਉੱਥੇ ਜਾ ਕੇ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਇੱਕ ਖਾਸ ਜ਼ਿਕਰ ਕੀਤਾ। ਜ਼ਿਕਰ ਕੀ ਕੀਤਾ? ਉਹ ਕਹਿੰਦੇ ਕਿ ਜਦੋਂ ਬਾਬੇ ਨਾਨਕ ਦਾ ਦਰ ਖੁੱਲ੍ਹਣਾ ਸੀ, ਬੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਦੇ ਬਾਰੇ ਕੀਤੀਆਂ, ਪਰ ਸਿੱਧੂ ਨੂੰ ਪਤਾ ਸੀ ਕਿ ਬਾਬੇ ਨਾਨਕ ਦਾ ਦਰ ਖਿਲਾਉਣਾ ਹੈ ਤੇ ਸਿੱਧੂ ਜੋ ਕੁਝ ਕਰ ਸਕਦਾ ਸੀ ਕੀਤਾ। ਨਵਜੋਤ ਸਿੰਘ ਸਿੱਧੂ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਵੋਟਰ ਦੀ ਰਗ ਕਿੱਥੇ ਹੈ, ਤੇ ਨਵਜੋਤ ਸਿੰਘ ਸਿੱਧੂ ਤਾਂ ਉੱਥੋਂ ਸੁੱਖ ਸੁਨੇਹਾ ਲੈ ਕੇ ਆਇਆ ਸੀ। ਤੇ ਜੇ ਕੱਲ ਨੂੰ ਇਹ ਠੋਕ ਵਜਾ ਕੇ ਪ੍ਰਚਾਰ ਕਰਨਗੇ ਕਿ ਬੜੀਆਂ ਸਰਕਾਰਾਂ ਆਈਆਂ ਪਰ ਆਹ ਜਿਹੜਾ 2.5-3 ਕਿਲੋਮੀਟਰ ਦਾ ਪੈਂਡਾ ਨਹੀਂ ਸੀ ਤੈਅ ਹੋਇਆ, ਇਹ ਮੋਦੀ ਸਾਹਿਬ ਆਏ ਤਾਂ ਤੈਅ ਹੋਇਆ। ਜੇ ਬੀਜੇਪੀ ਦਾ ਸੋਸ਼ਲ ਮੀਡੀਆ ਦਾ ਬਹੁਤ ਸਟਰੋਂਗ ਵਿੰਗ ਹੈ, ਆਪਾਂ ਸਾਰਿਆਂ ਨੂੰ ਪਤਾ ਹੈ, ਸੋਸ਼ਲ ਮੀਡੀਆ ਦੇ ਉੱਤੇ ਉਹ ਜੇ ਕਿਸੇ ਪਾਸੇ ਨੂੰ ਹਨੇਰੀਆਂ ਚਲਾਉਣ ਲੱਗ ਪੈਣ ਤਾਂ ਆਪਣੇ ਹਿਸਾਬ ਨਾਲ ਚਲਾ ਦਿੰਦੇ। ਪਿਛਲੇ ਦਿਨਾਂ 'ਚ ਕੰਮ ਭਾਵੇਂ ਉਲਟ ਹੋਇਆ ਸੀ। ਤੇ ਜੇ ਉਹ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰਨਗੇ, ਮੈਨੂੰ ਹੋਰ ਲੱਗਦਾ ਲਾਂਘਾ ਫਿਰ ਬੰਦ ਹੈ। ਪਾਕਿਸਤਾਨ ਵਾਲੇ ਕਹਿੰਦੇ ਅਸੀਂ ਦੁਬਾਰਾ ਖੋਲ੍ਹ ਰਹੇ ਹਾਂ, ਤੇ ਹੋ ਸਕਦਾ
ਕਿ ਹੁਣ ਤਾਂ ਗੱਠਜੋੜ ਕਿਸੇ ਦੇ ਨਾਲ ਨਹੀਂ, ਹੁਣ ਤਾਂ ਬੇਨਤੀਆਂ ਹੀ ਕੀਤੀਆਂ, ਕਿਸੇ ਨੇ ਜਾ ਕੇ ਮੁਲਾਕਾਤਾਂ ਵੀ ਨਹੀਂ ਕੀਤੀਆਂ। ਕੇਂਦਰ ਸਰਕਾਰ ਦਾ ਕੋਈ ਵੱਡਾ ਮੰਤਰੀ ਆ ਕੇ ਭਾਰਤੀ ਜਨਤਾ ਪਾਰਟੀ ਵੱਲੋਂ, ਹੋ ਸਕਦਾ ਪ੍ਰਧਾਨ ਮੰਤਰੀ ਸਾਹਿਬ ਆ ਕਹਿਣ ਕਿ ਭਾਈ ਕੋਈ ਗੱਲ ਨਹੀਂ ਆਪਾਂ ਦੁਬਾਰਾ ਖੋਲਦੇ ਆ, ਸੰਗਤ ਇਹਨਾਂ ਕੰਡੀਸ਼ਨਾਂ ਦੇ ਵਿੱਚ ਉੱਥੇ ਜਾ ਸਕਦੀ ਹੈ। ਜਾਣੀ ਕਿ ਸਿਹਰਾ ਲੈਣ ਨੂੰ ਕੀ ਹੈ, ਗੱਲ ਨੂੰ ਅੱਗੇ ਤੋਰਨ ਨੂੰ ਕੀ ਹੈ, ਕੁਝ ਵੀ ਹੋ ਸਕਦਾ। ਜਾਣੀ ਕਿ ਆਉਣ ਵਾਲੇ ਦਿਨਾਂ 'ਚ ਰਣਨੀਤੀ ਵੱਡੀ ਹੋ ਸਕਦੀ ਹੈ। ਨਹੀਂ, ਵੱਡੀ ਹੋ ਸਕਦੀ ਆ। ਲਿਸਟਾਂ ਬਣਾਈ ਬੈਠੇ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਤਾਂ ਚਲੋ ਆਪਾਂ ਨੂੰ ਯਾਦ ਆ ਗਿਆ। ਉਸੇ ਦੌਰਾਨ ਹੀ ਜਦੋਂ ਨਰਿੰਦਰ ਮੋਦੀ ਹੋਰੀ ਪੰਜਾਬ ਆਏ ਸੀ ਤਾਂ ਆਪਾਂ ਇਹ ਵੀ ਨਾ ਭੁੱਲੀਏ ਕਿ ਸੁਲਤਾਨਪੁਰ ਲੋਧੀ ਵੀ ਗਏ ਸੀ, ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਵੀ ਉਹਨਾਂ ਨੇ ਟੇਕਿਆ ਸੀ। ਤੇ ਇਹ ਵੀ ਬੀਜੇਪੀ ਵਾਲੇ ਵਾਰ-ਵਾਰ ਇਸ ਚੀਜ਼ ਨੂੰ ਲੋਕਾਂ ਨੂੰ ਦਰਸਾਉਂਦੇ ਨੇ, ਦੱਸਦੇ ਨੇ ਕਿ ਕੇਂਦਰ ਸਰਕਾਰ ਨੇ ਉੱਥੋਂ ਦੀ ਖੂਬਸੂਰਤੀ ਦੇ ਲਈ ਜਾਂ ਉਹਦੀ ਡਿਵੈਲਪਮੈਂਟ ਦੇ ਲਈ ਕਿੰਨੇ ਕਰੋੜ ਰੁਪਈਆ ਜਾਰੀ ਕੀਤਾ। ਫਿਰ ਸਵਾਲ ਐਂਡ ਤੇ ਪੁੱਛਦੇ ਆ ਵੀ ਜੇ ਮੋਦੀ ਸਾਹਿਬ ਕਿਸਾਨ ਵਿਰੋਧੀ ਹੈ ਜਾਂ ਸਿੱਖ ਵਿਰੋਧੀ ਹੈ ਤੇ ਫਿਰ ਉਹਨਾਂ ਨੂੰ ਇਹ ਕੰਮ ਕਰਨ ਦੀ ਕੀ ਲੋੜ ਸੀ। ਫਿਰ ਉਹ ਪਿੱਛੇ ਲੈ ਜਾਂਦੇ ਆ। 2016 ਦਾ ਐਂਡ ਤੇ 2017 ਦਾ ਚੜ੍ਹਾਅ ਜਦੋਂ 350 ਸਾਲਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਤਾਂ ਉਸ ਮੌਕੇ ਤੇ ਬੀਜੇਪੀ ਨੇ ਜਾਂ ਜਿਹੜੀ ਉਹਨਾਂ ਦੀ ਰਾਸ਼ਟਰੀ ਸਿੱਖ ਸੰਗਤ ਵਾਲੀ ਸ਼ਾਖਾ ਹੈ ਉਹਨਾਂ ਨੇ ਜਿਹੜੇ ਸਮਾਗਮ ਕਰਾਏ। ਪਲੱਸ ਪਟਨਾ ਸਾਹਿਬ ਵਿਖੇ ਉਹ ਕਹਿੰਦੇ ਵੀ ਕਿੰਨਾ ਖਰਚਾ ਸਾਡੀ ਸਰਕਾਰ ਨੇ ਕੀਤਾ ਤੇ ਮੋਦੀ ਸਾਹਿਬ ਉੱਥੇ ਵੀ ਗਏ। ਉਹ ਨਾ ਕਰਦੇ ਜੇ ਮੋਦੀ ਸਾਹਿਬ ਸਿੱਖ ਵਿਰੋਧੀ ਹੁੰਦੇ। ਇਹ ਗੱਲਾਂ ਅਸੀਂ ਤਾਂ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਇਸ ਵਕਤ ਉਹ ਜਿੱਥੇ ਕਿਤੇ ਵੀ ਧਰਨਾ ਲਾਉਂਦੇ ਆ, ਜਿੱਥੇ ਕਿਤੇ ਵੀ ਜਾ ਕੇ ਗੱਲ ਕਰਦੇ, ਹਰ ਥਾਂ ਕਰਦੇ ਆ। ਤੇ ਫਿਰ ਉਹ ਗਿਣਾਉਣ ਦੀਆਂ ਜਦੋਂ ਕਰਨ ਲੱਗ ਪਏ ਗੱਲਾਂ ਵੀ ਅਸੀਂ ਆਹ ਕੁਛ ਗਿਣਾ ਦਿੰਦੇ ਵੀ ਜੋ ਅਸੀਂ ਕੀਤਾ, ਫਿਰ ਉਹਦਾ ਜਵਾਬ ਤਾਂ ਵਿਰੋਧੀਆਂ ਨੂੰ ਲੱਭਣਾ ਹੀ ਪੈਣਾ। ਸੰਧਾਵਾਲੀਆ ਸਾਹਿਬ, ਪਹਿਲੀ ਗੱਲ ਹੈ ਕਿ ਕੋਈ ਵੀ ਸਾਡਾ ਦਰਸ਼ਕ ਜਾਂ ਕੋਈ ਵੀ ਬੰਦਾ ਇਹ ਨਾ ਸਮਝੇ ਕਿ ਅਸੀਂ ਬੀਜੇਪੀ ਨੂੰ ਮਜ਼ਬੂਤ ਦੱਸ ਰਹੇ। ਨਹੀਂ, ਅਸੀਂ ਕੇਵਲ ਤੇ ਕੇਵਲ ਵਿਚਾਰ ਹੀ ਕਰ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਕੀ ਹੋ ਸਕਦੀ ਹੈ। ਉਹ ਏਡਾ ਵੱਡਾ ਫੈਸਲਾ ਲੈ ਲਿਆ, ਕਿਸਾਨ ਸੜਕਾਂ ਤੇ ਆ, ਸਾਰੀਆਂ ਪਾਰਟੀਆਂ ਹਮਲੇ ਕਰਦੀਆਂ, ਪੁਰਾਣਾ ਸਹਿਯੋਗੀ ਗਵਾ ਲਿਆ ਤੇ ਬੀਜੇਪੀ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ। ਮੈਨੂੰ ਇਹ ਲੱਗਦਾ, ਤੁਹਾਨੂੰ ਵੀ ਲੱਗਦਾ, ਦਰਸ਼ਕਾਂ ਨੂੰ ਬਹੁਤ ਸਾਰਿਆਂ ਨੂੰ ਲੱਗਦਾ ਹੋਊਗਾ, ਟਿੱਪਣੀਆਂ ਕਰ ਦੇਣ ਕਿ ਜਦੋਂ ਪੁਰਾਣੇ ਸਮੇਂ 'ਚ ਲੜਾਈਆਂ ਹੁੰਦੀਆਂ ਸੀ ਨਾ, ਘੋੜਸਵਾਰ ਖੜੇ ਆ, ਉਹਨਾਂ ਦੇ ਪਿੱਛੇ ਪੈਦਲ ਫੌਜ ਖੜੀ ਹੈ, ਕੋਈ ਨੇਜਿਆਂ ਵਾਲੇ ਖੜੇ ਆ, ਕਿਰਪਾਨਾਂ ਲੈ ਕੇ ਖੜੇ ਆ, ਤੀਰ ਕਮਾਨਾਂ ਵਾਲੇ। ਉਦੋਂ ਪਹਿਲਾਂ ਰਾਜਾ ਸਾਹਿਬ ਮੋਰੇ ਘੋੜੇ ਤੇ ਜਾਂ ਪੂਰੇ ਦੇ ਪੂਰੇ ਰੱਥ ਤੇ ਹੁੰਦੇ ਸੀ। ਉਹਨਾਂ ਨੇ ਪਹਿਲਾਂ ਦੂਰਬੀਨ ਐਂ ਦੇਖਣਾ, ਪਹਿਲਾਂ ਅੰਦਾਜ਼ਾ ਲਾਉਣਾ ਕਿ ਵਿਰੋਧੀਆਂ ਦੀ ਫੌਜ ਕਿੰਨੀ ਕਾ, ਉਹਨਾਂ ਦੇ ਕੋਲੇ ਤੋਪਾਂ ਕਿੰਨੀਆਂ ਕਾ। ਉਹਦੇ ਤੋਂ ਬਾਅਦ ਉਹ ਦੂਜੇ ਪਾਸੇ ਵਾਲਾ ਅੰਦਾਜ਼ਾ ਲਾਉਣਾ। ਫਿਰ ਉਹਨਾਂ ਨੇ ਕਿਰਪਾਨ ਐਂ ਖੜੀ ਕਰਕੇ ਆਕਰਮਣ, ਚਾਹੇ ਉਧਰਲੇ ਪਾਸੇ ਉਹ ਤੀਰ ਉਹ ਚਲਾਉਂਦੇ ਹੀ ਹੋਣ। ਮੈਨੂੰ ਲੱਗਦਾ ਕਿ ਬੀਜੇਪੀ ਵਾਲੇ ਜਿਹੜੇ ਆ ਨਾ, ਉਹ ਅਜੇ ਦੂਰਬੀਨ ਨਾਲ ਦੇਖ ਰਹੇ ਆ ਕਿ ਕੌਣ ਕੀ ਕਰਦਾ ਕੀ ਨਹੀਂ ਕਰਦਾ। ਉਹਨਾਂ ਨੇ ਅਜੇ ਸਿਆਸੀ ਤੌਰ ਦੇ ਉੱਤੇ ਆਕਰਮਣ ਕਿਹਾ ਨਹੀਂ। ਹੁਣ ਹੋ ਕੀ ਸਕਦਾ ਹੈ, ਮੈਂ ਸੋਚ ਰਿਹਾ WhatsApp ਜੀ WhatsApp ਇਹ ਆਕਰਮਣ ਕਹਿਤਾ, ਉਹ ਗੱਲ ਵੱਖਰੀ ਹੈ ਵੀ ਅਜੇ ਉਹ ਜਿਹੜਾ ਵੱਡਾ ਤੁਸੀਂ ਕਹਿੰਦੇ ਰਾਜਾ ਕਿਰਪਾਨ ਲੈ ਕੇ ਜਿਹੜਾ ਕਹਿੰਦਾ ਆਕਰਮਣ, ਉਹਦਾ ਹਾਥੀ ਅਜੇ ਮਗਰ ਝੂਲਦਾ ਆਉਂਦਾ ਹੋਵੇ। ਉਹ ਜਿਹੜੇ ਆਪਣੇ ਵਰਗੇ ਪਿਆਦੇ ਹੁੰਦੇ ਆ ਸਾਹਮਣੇ ਨੇਜੇ ਵਾਲੇ ਤੇ ਜਿਨ੍ਹਾਂ ਦਾ ਟੋਪ ਜਿਹਾ ਅੱਖਾਂ ਤੇ ਡਿੱਗਦਾ ਫਿਰਦਾ ਹੁੰਦਾ, ਉਹ ਜਵਾਨਾਂ ਨੇ ਸ਼ੂਟ ਵੱਟ ਲਈ ਆ। ਨਹੀਂ, ਗੱਲ ਤੁਹਾਡੀ ਠੀਕ ਹੈ। ਹੁਣ ਮੈਨੂੰ ਲੱਗਦਾ ਕੀ ਸੀ, ਮੈਨੂੰ ਇਹ ਲੱਗਦਾ ਸੀ ਕਿ ਬਣਾਉਣ ਨੂੰ ਕੀ ਹੈ, ਵੋਟਾਂ ਲੈਣ ਨੂੰ ਕੀ ਹੈ। ਜੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਨਿਤਿਸ਼ ਕੁਮਾਰ ਤੇ ਮੋਦੀ ਸਾਹਿਬ ਦਾ ਗੱਠਜੋੜ, ਜਨਤਾ ਦਲ ਯੂਨਾਈਟਿਡ ਤੇ ਬੀਜੇਪੀ ਦਾ ਗੱਠਜੋੜ ਜਿੱਤ ਜਾਂਦਾ, ਮੰਨ ਲਓ ਸਰਕਾਰ ਦੁਬਾਰਾ ਬਣ ਜਾਂਦੀ, ਮੰਨ ਲਓ, ਤਾਂ ਭਲਕ ਨੂੰ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਤਾਂ ਨਿਤਿਸ਼ ਕੁਮਾਰ ਨੂੰ ਮੋਦੀ ਸਾਹਿਬ ਕਿਉਂ ਨਹੀਂ ਲੈ ਕੇ ਆਉਣਗੇ ਪੰਜਾਬ ਤੇ ਆ ਕੇ ਕਹਿਣਗੇ ਜੀ ਆਹ ਦੇਖੋ ਸਿੱਖ ਭਰਾਓ, ਸਿੱਖ ਭੈਣੋ, ਆਹ ਬੰਦਾ ਹੈ ਜਿਹੜਾ ਅੱਧੀ ਰਾਤ ਨੂੰ 12 ਵਜੇ ਵੀ ਉੱਥੇ ਜਾ ਕੇ ਪਟਨਾ ਸਾਹਿਬ ਦੀ ਧਰਤੀ ਤੇ ਦੌਰੇ ਕਰਦਾ ਸੀ। ਇਹ ਬੰਦਾ ਹੈ ਜਿਹਨੇ ਉਦੋਂ ਸਮਾਗਮਾਂ ਦੇ ਉੱਤੇ ਪੁਖਤਾ ਪ੍ਰਬੰਧ ਕੀਤੇ ਸੀ, ਬੱਸਾਂ ਲਾਈਆਂ ਕਿ ਨਹੀਂ ਲਾਈਆਂ। ਫਿਰ ਉਹ ਪੁੱਛਣਗੇ ਕਿ ਭਾਈ ਤੁਸੀਂ ਦੱਸੋ, ਉੱਥੇ ਸੰਗਤੋਂ ਗਏ ਹੋਣੇ ਆ, ਤੁਸੀਂ ਦੱਸੋ ਕਿ ਆਹ ਬੰਦਾ ਸਾਡੇ ਗੱਠਜੋੜ ਵਾਲਾ ਇਹ ਪ੍ਰਬੰਧ ਵਧੀਆ ਕਰਦਾ ਕਿ ਆ ਜਿਹੜੇ ਸਾਨੂੰ ਛੱਡ ਕੇ ਗਏ ਨੇ ਜਾਂ ਜਿਹੜੇ ਹੁਣ ਸਰਕਾਰਾਂ ਚਲਾਉਂਦੇ ਫਿਰਦੇ ਤੁਹਾਡੀਆਂ, ਇਹ ਪ੍ਰਬੰਧ ਵਧੀਆ ਕਰਦੇ ਆ। ਜਦੋਂ ਕਰਤਾਰਪੁਰ ਸਾਹਿਬ ਦਾ ਮਸਲਾ ਲੈ ਕੇ ਆਉਣਗੇ, ਜਦੋਂ ਇਸ ਵੇਲੇ ਉਹ ਜਾ ਕੇ ਲੈ ਕੇ ਆਉਣਗੇ ਕਿ ਭਾਈ ਆਹ ਦੇਖੋ ਤੁਹਾਡੇ ਵਿੱਚ ਹੀ ਨਿਤਿਸ਼ ਕੁਮਾਰ ਹੋਰੀ ਆਏ ਆ, ਇਹਨਾਂ ਨੇ ਵਧੀਆ ਪ੍ਰਬੰਧ, ਵੀਡੀਓ ਦਿਖਾਉਣੀਆਂ ਅਗਲਿਆਂ ਨੇ ਤੇ ਸਾਰੀ ਦੁਨੀਆ 'ਚ ਬੱਲੇ ਬੱਲੇ ਹੋਈ ਸੀ, ਅਖਬਾਰਾਂ ਦੀਆਂ ਕਟੀਆਂ ਤੇ ਤੁਹਾਡੇ ਟੀਵੀ ਦੀਆਂ ਰਿਪੋਰਟਾਂ ਵੀ ਦਿਖਾਉਣਗੇ ਉਹ ਕਿ ਭਾਈ ਵੋਟਾਂ ਹੁਣ ਦੱਸੋ ਕਿੱਦਾਂ ਪਾਉਣੀਆਂ। ਜਾਣੀ ਕਿ ਅਗਲੇ ਰਜਿਸਟਰ ਲਾ ਕੇ ਬੈਠੇ ਆ, ਨਾਲ ਫੀਤੀਆਂ ਦੀਆਂ ਗੱਡ ਕੇ ਬੈਠੇ ਆ ਕਿ ਸਾਰਾ ਨਾ ਖੋਲਣਾ ਪਵੇ, ਹਰੇ ਰੰਗ ਦਾ ਕਾਗਜ਼ ਜਿੱਥੇ ਉੱਥੋਂ ਖੋਲ ਲੈਣਾ ਆਪਾਂ। ਨਹੀਂ, ਇਹਦੇ 'ਚ ਆਪਾਂ ਜਦੋਂ ਤੁਸੀਂ ਵੀਡੀਓ ਦਾ ਜ਼ਿਕਰ ਕਰਦੇ ਹੋ ਨਾ, ਤਾਂ ਵੀਡੀਓ ਤੋਂ ਉਹਨਾਂ ਨੇ ਕੱਢਣੀਆਂ ਸ਼ੁਰੂ ਕਰ ਵੀ ਦਿੱਤੀਆਂ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹਨਾਂ ਨਾਲੋਂ ਨਾਤਾ ਟੁੱਟਿਆ ਨਾ, ਜਿਹੜੀ ਅੱਗੇ ਆਪਾਂ ਇੱਕ ਦਿਨ ਜ਼ਿਕਰ ਕਰਦੇ ਸੀ ਕਿ ਵੀ ਜਿਹੜਾ ਘਰ ਦਾ ਭੇਤੀ ਹੁੰਦਾ ਨਾ, ਉਹਦੇ ਕੋਲੇ ਬੜੇ ਭੇਤ ਹੁੰਦੇ ਆ। ਹੁਣ ਅਕਾਲੀ ਦਲ ਤੇ ਭਾਜਪਾ ਦਾ ਇੰਨੇ ਸਾਲ ਲੰਮਾ ਪੁਰਾਣਾ ਗੱਠਜੋੜ ਚੱਲਿਆ, ਜੇ ਅਕਾਲੀ ਦਲ ਕੋਲੇ ਬੀਜੇਪੀ ਦੀਆਂ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਤਾਂ ਬੀਜੇਪੀ ਵਾਲੇ ਪਤਾ ਨਹੀਂ ਕੀ ਕੁਝ ਸਾਂਭੀ ਬੈਠੇ ਆ। ਹੁਣ ਉਹਨਾਂ ਨੇ ਕੰਮ ਵੀ ਸ਼ੁਰੂ ਕਰਤਾ, ਉਹ ਕੱਲੀ ਵੀਡੀਓ ਲਈ ਆ ਰਹੇ ਨੇ, ਕੱਲੇ ਜਿਹੜੇ ਮੀਟਿੰਗਾਂ ਨੇ ਹੋਈਆਂ ਨੇ। ਈਵਨ ਜੇ ਤੁਸੀਂ ਨੋਟ ਕੀਤਾ ਹੋਵੇ ਤਾਂ ਜਿਹੜਾ ਪਿਛਲੇ ਸਮੇਂ 'ਚ ਆਪਾਂ ਕਾਂਗਰਸ ਵਾਲੀ ਗੱਲ ਵੀ ਕਰ ਲਈ ਵੀ ਆਪਣੇ ਵਿਰੋਧੀਆਂ ਨੂੰ, ਕਿਉਂਕਿ ਅਕਾਲੀ ਦਲ ਵੀ ਹੁਣ ਵਿਰੋਧ 'ਚ ਆ ਗਿਆ, ਕਾਂਗਰਸ ਪਾਰਟੀ ਵੀ ਵਿਰੋਧ 'ਚ ਹੈ,
ਮਨਪ੍ਰੀਤ ਬਾਦਲ ਹੋਰਾਂ ਦੀ ਇੱਕ ਮੀਟਿੰਗ ਦੇ ਵਿੱਚ ਬੈਠਿਆਂ ਦੀ ਵੀਡੀਓ ਤੇ ਫੋਟੋ ਉਹਨਾਂ ਨੇ ਰਿਲੀਜ਼ ਕਰਤੀਆਂ ਗੋਲ ਚੱਕਰ ਵਾਹ ਕੇ, ਤੇ ਉਹਦੇ 'ਚ ਹੋਇਆ ਕਿ ਉਹ ਵੀ ਦੱਸਤਾ ਉਹਨਾਂ ਦਾ ਸੋਸ਼ਲ ਮੀਡੀਆ ਵਿੰਗ ਇਸ ਵਕਤ ਉਸ ਪਾਸੇ ਤੁਰ ਪਿਆ। ਐਂਡ ਸੇਮ ਸੋਸ਼ਲ ਮੀਡੀਆ ਵਿੰਗ ਦੇ ਉੱਪਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਪਹਿਲੇ ਬਿਆਨ ਤੇ ਬਾਅਦ ਵਾਲੇ ਬਿਆਨ ਜਮ੍ਹਾਂ ਕੱਟ ਕੇ, ਇੱਕ ਦਾ ਇੱਧਰ ਨੂੰ ਮੂੰਹ ਕਰਕੇ ਇੱਕ ਦਾ ਇੱਧਰ ਨੂੰ ਮੂੰਹ ਕਰਕੇ ਥੱਲੇ ਲਿਖਿਆ। ਅੱਛਾ, ਇੱਕ ਚੀਜ਼ ਹੋਰ ਦੱਸਦੇ ਹਾਂ, ਪਹਿਲਾਂ ਉਹ ਬਾਹਲੀ ਲਿਖਦੇ ਸੀ ਹਿੰਦੀ, ਅੱਜ ਕੱਲ੍ਹ ਪਤਾ ਨਹੀਂ ਕਿਹੜਾ ਬੰਦਾ ਪੰਜਾਬੀ ਵਾਲਾ ਮਾਸਟਰ ਰੱਖ ਲਿਆ ਉਹਨਾਂ ਨੇ, ਜਮ੍ਹਾਂ ਠੋਕ ਠੋਕ ਪੰਜਾਬੀ 'ਚ ਲਿਖਦੇ ਵੀ ਆਹ ਦੇਖੋ ਕੀ ਕਿਹਾ ਸੀ। ਉਹਦੇ 'ਚ ਵੱਡੇ ਬਾਦਲ ਸਾਹਿਬ ਦੀ ਉਹ ਵੀਡੀਓ ਜਿਹੜੀ ਉਹ ਵੀ ਐਡ ਕਰ ਦਿੱਤੀ ਉਹਨਾਂ ਨੇ ਵੀ ਲਓ ਜੀ ਵੱਡੇ ਬਾਦਲ ਸਾਹਿਬ ਤਾਂ ਸਪੋਰਟ ਕਰਦੇ ਸੀ, ਹੁਣ ਵੱਡੇ ਬਾਦਲ ਸਾਹਿਬ ਕਾਲਾ ਦਿਨ ਦੱਸੀ ਜਾਂਦੇ ਆ। ਹੁਣ ਜੇ ਇਸ ਹੱਦ ਤੱਕ ਆ ਗਏ, ਕਿਉਂਕਿ ਆਪਾਂ ਇਹ ਵੀ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀਆਂ ਵੱਡੇ ਬਾਦਲ ਸਾਹਿਬ ਦੇ ਪੈਰੀਂ ਹੱਥ ਲਾਉਂਦੇ ਦੀਆਂ ਤਸਵੀਰਾਂ ਫੋਟੋਆਂ ਲੋਕਾਂ ਦੇਖੀਆਂ, ਪਰ ਜੇ ਬੀਜੇਪੀ ਦੀ ਸਟ੍ਰੈਟਜੀ ਦੇ ਵਿੱਚ ਵੱਡੇ ਬਾਦਲ ਸਾਹਿਬ ਨੂੰ ਵੀ ਨਹੀਂ ਅਜੇ ਬਖਸ਼ਿਆ ਜਾ ਰਿਹਾ, ਉਹਨਾਂ ਦੀ ਵੀਡੀਓ ਨੂੰ ਵੀ ਪੇਸ਼ ਕੀਤਾ ਜਾ ਰਿਹਾ, ਤੇ ਆਪਾਂ ਇਹ ਅੰਦਾਜ਼ਾ ਲਾ ਲਈਏ ਵੀ ਉਹ ਜਿਹੜਾ ਆਕਰਮਣ ਵਾਲੀ ਗੱਲਬਾਤ ਹੈ ਨਾ, ਉਹ ਹੁਣ ਤੁਰ ਪਈ। ਸੰਧਾਲੀਆ ਸਾਹਿਬ ਦੇਖੋ ਗੱਲ ਇਹ ਆ ਨਾ ਕਿ ਇੱਕ ਹੁੰਦਾ ਸਿੱਧਾ ਹਮਲਾ ਕਰਨਾ, ਦੂਜਾ ਹੁੰਦਾ ਅੰਦਰ ਜਾ ਕੇ ਬੰਦੇ ਕੱਢਣੇ, ਉੱਥੇ ਜਾ ਕੇ ਮਾਈਨਸ ਪਹਿਲਾਂ ਵਿਛਾਉਣੀਆਂ ਕਿ ਭਾਈ ਸਾਨੂੰ ਤੀਰ ਚਲਾਉਣ ਦੀ ਕੀ ਲੋੜ ਆ, ਅਗਲੇ ਆਪੇ ਹੀ ਪੈਰ ਰੱਖਣ ਤੇ ਫੜੁੱਕ ਏਦਾਂ ਹੋ ਜਾਵੇ ਕੰਮ। ਹੁਣ ਉਹ ਜਿਹੜਾ ਫੜੁੱਕ ਦੇਣੀ ਕਰਨ ਦਾ ਕੰਮ ਉਹਨਾਂ ਨੇ ਸ਼ੁਰੂ ਕਰ ਦਿੱਤਾ। ਦੇਖੋ ਪਿਛਲੇ ਦਿਨੀ ਆਪਾਂ ਸੱਚੀ ਮੁੱਚੀ ਇਹ ਚਰਚਾ ਕੀਤੀ ਸੀ ਕਿ ਭਾਈ ਬੜਾ ਲੰਬਾ ਸਮਾਂ ਹੋ ਗਿਆ ਦੋਵੇਂ ਧਿਰਾਂ ਇਕੱਠੀਆਂ ਨੇ, ਕਈ ਵਿਗਾੜ ਪਏ, ਦੋਵੇਂ ਧਿਰਾਂ ਇਕੱਠੀਆਂ ਰਹੀਆਂ। ਹੁਣ ਜੇ ਤਾਂ ਅੰਡਰਸਟੈਂਡਿੰਗ ਕਰਕੇ ਅੱਡ ਅੱਡ ਹੋਏ ਤਾਂ ਕੰਮ ਵੱਖਰਾ ਹੈ, ਪਰ ਜੇ ਕਿਤੇ ਇੱਕ ਦੂਜੇ ਦੀ ਖਿੱਦੋ ਚੋਂ ਲੀਰਾਂ ਬਾਹਰ ਕੱਢਣ ਲੱਗ ਪਏ ਫਿਰ ਪੱਲੇ ਦੋਨਾਂ ਧਿਰਾਂ ਦੇ ਕੱਖ ਨਹੀਂ ਰਹਿਣਾ। ਹੁਣ ਦੇਖੋ ਗੱਲ ਇਹ ਹੈ, ਬੀਜੇਪੀ ਵਾਲੇ 4 ਗੱਲਾਂ ਸਾਹਮਣੇ ਲਿਆਉਣਗੇ, ਅਕਾਲੀ 8 ਲੈ ਆਉਣਗੇ, ਪਰ ਇੱਥੇ ਸੋਚਣ ਵਾਲੀ ਗੱਲ ਹੈ ਕਿ ਨੁਕਸਾਨ ਕਿਹਦਾ ਹੋਣਾ। ਬੀਜੇਪੀ ਤਾਂ ਕਦੇ ਮੁੱਖ ਧਿਰ ਸੀਗੀ ਹੀ ਨਹੀਂ, ਬੀਜੇਪੀ ਤਾਂ ਕਦੇ ਮੁੱਖ ਧਾਰਾ ਦੇ ਵਿੱਚ ਆਈ ਹੀ ਨਹੀਂ, ਉਹ ਤਾਂ ਇਹਨਾਂ ਦੀਆਂ ਪੌੜੀਆਂ ਦੇ ਨਾਲ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਜਾਂਦੇ ਸੀ ਤਾਂ ਗੱਲ ਵੱਖਰੀ ਹੈ। ਪਰ ਹੁਣ ਅਕਾਲੀ ਦਲ ਨੂੰ ਇਹਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ। ਜਿਹੜੀਆਂ ਤੁਸੀਂ ਵੀਡੀਓਜ਼ ਦੀ ਗੱਲ ਕੀਤੀ ਨਾ, ਮੈਂ ਹੈਰਾਨ ਸੀ ਕਿ ਬੀਜੇਪੀ ਵਾਲੇ ਪੋਸਟ ਕਰ ਰਿਹਾ ਕਿ ਆਹ ਦੇਖੋ ਜੀ ਪਹਿਲਾਂ ਅਕਾਲੀ ਦਲ ਦੇ ਲੀਡਰ ਕਹਿ ਰਿਹਾ ਕਿ ਇਹਦੇ ਵਿੱਚ 4 ਹੀ ਤਾਂ ਚੀਜ਼ਾਂ ਬਿੱਲ ਦੇ ਵਿੱਚ, ਤੇ ਕਾਂਗਰਸੀਆਂ ਨੂੰ ਸਮਝ ਕਿਉਂ ਨਹੀਂ ਆਉਂਦੀਆਂ, ਤੇ ਮੁੜ ਕੇ ਕਹੀ ਜਾਂਦੇ ਆ ਕਿ ਭਾਈ ਸਾਨੂੰ ਦੱਸਿਆ ਕੁਛ ਨਹੀਂ। ਹੁਣ ਕਾਂਗਰਸੀ ਦੋਸ਼ ਲਾਉਂਦੇ ਸੀ, ਉਹਦੇ ਵਿੱਚ ਤਾਂ ਅਕਾਲੀ ਇਹ ਕਹਿ ਸਕਦੇ ਜੀ ਵਿਰੋਧੀ ਧਿਰ ਹੈ। ਆਮ ਆਦਮੀ ਪਾਰਟੀ ਵਾਲੇ ਦੋਸ਼ ਲਾਉਂਦੇ ਸੀ, ਉਹਦੇ ਵਿੱਚ ਤਾਂ ਕਹਿ ਸਕਦੇ ਆ ਕਿ ਭਾਈ ਉਹ ਵਿਰੋਧੀ ਧਿਰ ਸਾਨੂੰ ਬਦਨਾਮ ਕਰਦੇ ਆ। ਪਰ ਬੀਜੇਪੀ ਵਾਲਿਆਂ ਦੀਆਂ ਵੀਡੀਓ ਜਿਹੜੀਆਂ ਕਿ ਮੀਟਿੰਗਾਂ ਦੇ ਵਿੱਚ ਬੈਠਿਆਂ ਦੀਆਂ, ਬੀਜੇਪੀ ਵਾਲਿਆਂ ਦੀਆਂ ਵੀਡੀਓਜ਼ ਜਿਹਦੇ ਵਿੱਚ ਉਹ ਬਿਆਨ ਜਾਰੀ ਕਰਦੇ ਆ, ਉਹ ਕੀ ਕਹਿਣਗੇ ਕਿ ਭਾਈ ਹੁਣ ਕਿਉਂ ਬਦਨਾਮ ਕਰਦੇ ਆ। ਫੈਸਲੇ ਤਾਂ ਪਿਛਲੇ ਸਮੇਂ ਦੇ ਵਿੱਚ ਇਕੱਠੇ ਕੁੱਠੇ ਹੋ ਕੀਤੇ ਸੀ ਨਾ, ਸੱਚੀ ਔਖਾ ਹੋ ਜੂ, ਪਰ ਬਹੁਤ ਸਾਰੇ ਸੱਚ ਲੋਕਾਂ ਦੇ ਸਾਹਮਣੇ ਆ ਜਾਣੇ ਆ। ਹਾਂ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਜਿਹੜੀ ਉਹ ਸੁਭਾਸ਼ ਸ਼ਰਮੇ ਹੋਰਾਂ ਦੀ ਉਹ ਇੱਥੇ ਦੱਸ ਵੀ ਗਿਆ ਬੰਦਾ ਕਿ ਵੀ ਜਿਹੜਾ ਕੰਟਰੈਕਟ ਫਾਰਮਿੰਗ ਵਾਲਾ ਬਿੱਲ ਹੈ ਉਹ ਵੀ ਦਿਖਾਈ ਜਾਂਦਾ ਵੀ ਆਹ ਦੇਖ ਲਓ ਭਾਈ ਸਾਹਿਬ ਇਹ 2013 ਦਾ ਬਣਿਆ। ਅੱਛਾ, ਨਾਲ ਮੰਨੇ ਵੀ ਜਾਂਦੇ ਵੀ ਅਸੀਂ ਭਾਈਵਾਲ ਸੀਗੇ ਉਦੋਂ, ਪਰ ਇਹ ਨਾ ਕਹੋ ਵੀ ਭਾਈ ਸਾਹਿਬ ਅਸੀਂ ਕੀਤਾ, ਜਿਹੜੀ ਵੱਡੀ ਧਿਰ ਹੈ ਤੁਸੀਂ ਉਹਨੂੰ ਪੁੱਛ ਲਓ। ਸੋ ਇਸ ਵਕਤ ਇੱਕ ਤੇ ਹੁੰਦਾ ਨਾ ਜੀ ਮੋਢੇ ਤੇ ਰੱਖ ਕੇ ਚਲਾਉਣੀ, ਇੱਕ ਹੁੰਦਾ ਬਾਠ ਸਾਹਿਬ ਦੋਵਾਂ ਮੋਢਿਆਂ ਤੇ ਰੱਖ ਲੈਣੀ ਐਂ ਕਰਕੇ ਵੀ ਜਾਏਗਾ ਕਿੱਥੇ। ਮੈਨੂੰ ਇਹ ਲੱਗਦਾ ਵੀ ਬੀਜੇਪੀ ਵਾਲਿਆਂ ਨੇ ਅਕਾਲੀ ਦਲ ਦੇ ਦੋਵਾਂ ਮੋਢਿਆਂ ਤੇ ਰੱਖ ਲਈ ਵੀ ਨਾ ਖੱਬੇ ਜਾਣ ਦੇਣਾ ਨਾ ਸੱਜੇ ਜਾਣ ਦੇਣਾ, ਰੱਖਣਾ ਤੁਹਾਨੂੰ ਵਿਚਾਲੇ ਆ। ਇਹਦੇ 'ਚ ਇੱਕ ਮੈਂ ਪੰਜਾਬੀ ਵਾਲੀ ਗੱਲ ਹੁਣੇ ਕੀਤੀ ਸੀ ਨਾ ਬਾਠ ਸਾਹਿਬ, ਹੁਣ ਪਿਛਲੇ ਦਿਨਾਂ 'ਚ ਬੜਾ ਰੌਲਾ ਸੀ ਕਿ ਜੰਮੂ ਕਸ਼ਮੀਰ ਦੇ ਵਿੱਚੋਂ ਜਿਹੜੀ ਪੰਜਾਬੀ ਭਾਸ਼ਾ ਹੈ ਜੀ ਉਹ ਕਿਉਂ ਨਹੀਂ ਬਿੱਲ ਦੇ ਵਿੱਚ ਸ਼ਾਮਲ ਕੀਤੀ ਗਈ, ਉੱਥੇ ਕਿਉਂ ਇੱਦਾਂ ਕਹਿ ਦਿੱਤਾ ਗਿਆ ਵੀ ਪੰਜਾਬੀ ਨਹੀਂ ਹੋਊਗੀ, ਬਾਕੀ ਭਾਸ਼ਾਵਾਂ ਉਰਦੂ ਇੰਗਲਿਸ਼ ਜਾਂ ਜਿਹੜੀਆਂ ਦੂਸਰੀਆਂ ਭਾਸ਼ਾਵਾਂ ਨੇ ਉਹਦੇ ਵਿੱਚ ਕਿਉਂ ਰੱਖੀਆਂ। ਉਹਦੇ ਬਾਰੇ ਜਿਹੜਾ ਬੀਜੇਪੀ ਦਾ ਸਟੈਂਡ ਹੈ ਉਹ ਤਾਂ ਕੁਝ ਹੋਰ ਹੀ ਕਹਿੰਦਾ। ਉਹ ਕਹਿੰਦੇ ਆ ਵੀ ਸਾਨੂੰ ਉਹ ਕਾਗਜ਼ ਦਿਖਾ ਦਿਓ ਜਿਹੜਾ ਇਹ ਸ਼ੋਅ ਕਰ ਦਿਓ ਕਿ ਜੰਮੂ ਕਸ਼ਮੀਰ ਦੇ ਵਿੱਚ ਪਹਿਲਾਂ ਪੰਜਾਬੀ ਕਿਸੇ ਵੀ ਤਰ੍ਹਾਂ ਨਾਲ ਸਰਕਾਰੀ ਭਾਸ਼ਾ ਸੀ। ਤੁਹਾਨੂੰ ਪਤਾ ਇਹ ਗੱਲ ਦਾ? ਨਹੀਂ, ਇਹ ਤਾਂ ਬੜੀ ਕਮਾਲ ਦੀ ਗੱਲ ਹੈ, ਕਿਉਂਕਿ ਸਾਰੇ ਕਹੀ ਜਾਂਦੇ ਆ, ਅਕਾਲੀ ਦਲ ਵਾਲੇ ਨੇ ਵੀ ਕਿਹਾ ਸੀ, ਕਾਂਗਰਸੀਆਂ ਨੇ ਵੀ ਕਿਹਾ ਸੀ ਜੀ ਇੰਨੇ 100 ਇੰਨੇ ਤੋਂ ਚੱਲੀ ਜਾਂਦੀ ਹੈ, ਇਹਨਾਂ ਨੇ ਖਤਮ ਕਰਤੀ, ਇਹਨਾਂ ਨੇ 3 ਜੀ ਚੱਲੀ ਜਾਂਦੀ ਵਾਲੀ ਗੱਲ ਹੀ ਤਾਂ ਉਹ ਫੇਰ ਰੋਕੀ ਜਾਂਦੇ ਨੇ। ਆਹੀ ਤਾਂ ਮੈਂ ਕਹਿਣਾ ਵੀ ਮੈਨੂੰ ਲੱਗਦਾ ਹੈ ਕਿ ਵੀ ਇਹ ਆਪਾਂ ਨੂੰ ਯਾਦ ਆ ਵੀ ਬੀਜੇਪੀ ਨਾਲ ਉਹ ਤੜਿੰਗ ਹੋ ਗਿਆ ਜੀ, ਅਕਾਲੀ ਦਲ ਤੇ ਰਾਤੋਂ ਰਾਤ ਖੇਡ ਖਿਲਰ ਗਈ। ਉਹਨਾਂ ਦੀ ਪਲੈਨਿੰਗ ਬੜੇ ਸਾਲ ਪੁਰਾਣੀ ਸੀ। ਉਹ ਕਹਿੰਦੇ ਜੀ ਅੱਜ ਤੱਕ ਤੁਸੀਂ ਦਿਖਾ ਦਿਓ ਵੀ ਉੱਥੇ ਕਿਤੇ ਹੋਇਆ ਹੋਵੇ। ਮੈਂ ਨਹੀਂ ਕਹਿੰਦਾ ਵੀ ਹੈਗਾ ਕਿ ਨਹੀਂ ਹੈਗਾ, ਜੇ ਵਿਰੋਧੀ ਕੱਢ ਕੇ ਲੈ ਆਉਣ ਤੇ ਉਹ ਜ਼ਰੂਰ ਨਸ਼ਰ ਕਰਾਂਗੇ, ਪ੍ਰਾਈਮ ਏਸ਼ੀਆ ਦੇ ਮਾਧਿਅਮ ਰਾਹੀਂ ਦਿਖਾਉਣਾ ਚਾਹੁਣ ਤੇ ਅਸੀਂ ਜ਼ਰੂਰ ਸਾਹਮਣੇ ਲੈ ਕੇ ਆਵਾਂਗੇ। ਪਰ ਅਕੋਰਡਿੰਗ ਟੂ ਬੀਜੇਪੀ ਉਹ ਇਹ ਕਹਿੰਦੇ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ ਕਿਤੇ ਵੀ ਸਰਕਾਰੀ ਰਿਕਾਰਡ ਦੇ ਵਿੱਚ ਨਹੀਂ ਸੀ ਹੈਗੀ। ਹਾਂ, ਬੋਲੀ ਜਾਂਦੀ ਸੀ, ਉਹ ਗੱਲ ਵਧੀਆ। ਉਹ ਕਹਿੰਦੇ ਸਗੋਂ ਬੋਲੀ ਜਾਂਦੀ ਸੀ, ਇਸ ਚੀਜ਼ ਨੂੰ ਅਸੀਂ ਇਹ ਜਿਹੜਾ ਹੁਣ ਉਹਨਾਂ ਨੇ ਬਿੱਲ ਲਿਆਂਦਾ ਜਾਂ ਕਾਨੂੰਨ ਬਣਾਇਆ, ਉਹ ਕਹਿੰਦੇ ਅਸੀਂ ਉਹਦੇ ਵਿੱਚ ਇੱਕ ਪੈਰਾ ਪਾਇਆ ਜਿਹਦੇ 'ਚ ਇਹ ਕਿਹਾ ਕਿ ਪੰਜਾਬੀ ਜਾਂ ਜਿਹੜੀਆਂ ਹੋਰ ਪੰਜਾਬੀ ਨਾਲ ਜਾਂ ਕਸ਼ਮੀਰ ਦੇ ਵਿੱਚ ਬੋਲੀਆਂ ਜਾਂਦੀਆਂ ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ਨੇ, ਉਹਨਾਂ ਦੇ ਉਭਾਰ ਲਈ, ਉਹਨਾਂ ਦੇ ਅੱਗੇ ਵਧਣ ਦੇ ਲਈ ਮਾਹੌਲ ਬਣਾਇਆ ਜਾਵੇ ਜਾਂ ਕੰਮ ਕੀਤਾ ਜਾਵੇ। ਕਹਿੰਦੇ ਕਾਨੂੰਨ 'ਚ ਅਸੀਂ ਲਿਖਿਆ ਕਿ ਪੰਜਾਬੀ ਦੇ ਬੜਾਵੇ ਲਈ ਉੱਥੇ ਕੁਛ ਨਾ ਕੁਛ ਕਰੋ। ਇਹਦੋਂ ਪਹਿਲਾਂ ਤਾਂ ਲਿਖਿਆ ਵੀ ਕਿਤੇ ਨਹੀਂ ਸੀ ਹੈਗਾ। ਹੁਣ ਜਦੋਂ ਇਹੋ ਜਿਹੇ ਕਾਗਜ਼ ਅਗਲੇ ਕੱਢ ਕੇ ਤੇ ਪਿੰਡਾਂ 'ਚ ਜਾਣਗੇ, ਮੈਂ ਕਹਿੰਦਾ ਵੋਟਾਂ ਨਾ ਪਾਉਣ ਆਪਣੇ ਬਾਪੂ, ਪਰ ਇੱਕ ਨਾ ਸੋਚਣਗੇ ਤੇ ਸਹੀ ਯਾਰ, ਸੋਚਿਆ ਸਿਆ ਗੱਲ ਤੇ ਠੀਕ ਜਾਪਦੀ ਆ ਯਾਰ, ਬਾਊ ਜਿਹੜਾ ਸ਼ਹਿਰੋਂ ਆਇਆ ਇਹ ਗੱਲਾਂ ਠੀਕ ਕਰਦਾ ਹੀ, ਬਾਕੀ ਪਤਾ ਨਹੀਂ ਵੀ ਬਾਊ ਦੀ ਜੇਬ 'ਚ ਹੈ ਕਿ ਨਹੀਂ ਕੁਛ ਹੈ।
ਕੀ ਕਹਿੰਦੇ? ਦੇਖੋ ਉਹ ਸਿਆਣੇ ਬੜੇ ਆ, ਇਹ ਤਾਂ ਬਿਲਕੁਲ ਉਦਾਂ ਹੀ ਆ ਜਿੱਦਾਂ ਪਾਪਾ ਫੌਜੀ ਹੋਵੇ, ਉਹਨੂੰ ਫਿਰ ਚਿੱਠੀ ਪਾਈ ਜਾਵੇ, ਚਿੱਠੀ ਇਹ ਪਾਈ ਜਾਵੇ ਕਿ ਭਾਈ ਮੰਨ ਲਓ ਕਿ ਘਰੋਂ ਉਹ ਫੌਜੀ ਸਾਹਿਬ ਦੀ ਧਰਮ ਪਤਨੀ ਜਿਹੜੀ ਉਹ ਚਿੱਠੀ ਪਾਉਂਦੀ ਆ, ਜੀ ਤੁਸੀਂ 2 ਸੂਟ ਮੇਰੇ ਲਈ ਲੈ ਆਇਓ, ਕਾਕੇ ਦੇ ਲਈ ਵੀ ਕੱਪੜੇ ਲੈ ਆਇਓ, ਤੁਸੀਂ ਐਂ ਕਰਿਓ, ਫਿਰ ਇੱਥੋਂ ਜਿਹੜੀ ਆਹ ਚੀਜ਼ ਸਸਤੀ ਮਿਲਦੀ ਉਹ ਵੀ ਲੈ ਆਇਓ, ਤੇ ਭੈਣ ਜੀ ਹੋਰਾਂ ਨੂੰ ਵੈਸੇ ਪਿਛਲੀ ਵਾਰੀ ਤੁਸੀਂ ਸੂਟ ਲਿਆਤਾ ਸੀ, ਜੇ ਤੁਹਾਨੂੰ ਠੀਕ ਲੱਗੇ ਤੁਸੀਂ ਲੈ ਆਇਓ, ਬਾਕੀ ਤੁਹਾਡੀ ਮਰਜ਼ੀ ਆ। ਪਿਛਲੇ ਵਾਲਾ ਸੂਟ ਹੈ ਜੀ ਉਹ ਛਿਜਿਆ ਨਹੀਂ ਹੈਗਾ, ਮੈਂ ਦੇਖਿਆ ਸੀ ਕੱਲ ਪਾ ਕੇ ਆਇਆ ਸੀ, ਬੜਾ ਚਮਕਦਾ। ਹੁਣ ਬਾਕੀ ਭਾਸ਼ਾਵਾਂ ਜਿਹੜੀਆਂ ਬੀਜੇਪੀ ਵਾਲਿਆਂ ਨੇ ਸਿਆਣਪ ਕੀਤੀ ਆ ਕਿ ਉਹਨੂੰ ਵਿੱਚ ਪਾ ਲਿਆ ਤੇ ਪੰਜਾਬੀ ਦੇ ਲਈ ਪਹਿਰਾ ਲਿਖ ਦਿੱਤਾ ਕਿ ਜਿਹੜੀਆਂ ਬੋਲੀਆਂ ਜਾਂਦੀਆਂ ਇੱਥੇ ਤਾਂ ਬੀਜੇਪੀ ਵਾਲੇ ਉਹ ਪੰਜਾਬ ਦੇ ਵਿੱਚ ਜਿਹੜੀ ਆਪਣੀ ਭਾਸ਼ਾ ਉਹਦੇ ਉੱਤੇ ਪਾਬੰਦੀ ਲੱਗੀ ਹੋਈ ਹੈ। ਚਲੋ ਠੀਕ ਹੈ, ਕੋਈ ਗੱਲ ਨਹੀਂ, ਅਸੀਂ ਤਾਂ ਇਹ ਲੋਕਾਂ ਦੇ ਪੱਖ ਦੀ ਗੱਲ ਕਰਤੀ ਹੈ, ਪਰ ਵਿਰੋਧੀਆਂ ਨੂੰ ਕਾਟ ਕਰਨ ਦੇ ਲਈ ਉਹਨਾਂ ਨੇ ਪਹਿਰਾ ਪਾ ਦਿੱਤਾ। ਸੰਧਾਲੀਆ ਸਾਹਿਬ ਉਹ ਚੰਗਾ ਹੋਇਆ, ਪਰ ਉਹ ਭਾਰਤੀ ਜਨਤਾ ਪਾਰਟੀ ਦਾ ਕਿਹੜਾ ਲੀਡਰ ਹੈ? ਕਿਉਂਕਿ ਜੇ ਇਸ ਪਹਿਰੇ ਨਾਲ ਸਰਦਾ ਹੁੰਦਾ ਤਾਂ ਅਸ਼ਵਨੀ ਸ਼ਰਮਾ ਪਠਾਨਕੋਟ ਵਾਲੇ ਨੇ ਪ੍ਰਧਾਨ ਨੇ ਬੀਜੇਪੀ ਦੇ, ਫਿਰ ਚਿੱਠੀ ਕਾਹਨੂੰ ਲਿਖਣੀ ਸੀ? ਹੁਣ ਉਸ ਚਿੱਠੀ ਦਾ ਜਵਾਬ ਤਾਂ ਕੋਈ ਨਹੀਂ, ਪਰ ਉਹਨਾਂ ਨੇ ਡਾਕੂਮੈਂਟ ਦੇ ਤੌਰ ਦੇ ਉੱਤੇ ਜਵਾਬ ਦੇਣ ਦੇ ਲਈ ਆਪਣੇ ਕੋਲੇ ਜੁਗਾੜ ਰੱਖ ਲਿਆ। ਇਹ ਗੱਲ ਤੁਹਾਡੀ ਠੀਕ ਹੈ। ਹੁਣ ਇੱਕ ਗੱਲ ਮੈਂ ਕਰਨੀ, ਜੇ ਆਗਿਆ ਹੋਵੇ ਤਾਂ। ਜੀ ਕਰੋ ਕਰੋ ਕਰੋ। ਹਾਂ, ਮੈਂ ਇਹ ਸੋਚ ਰਿਹਾ ਸੀ, ਕਿਉਂਕਿ ਕੋਈ ਬੰਦਾ ਇਹ ਨਾ ਸੋਚੇ ਕਿ ਭਾਈ ਇਹ ਬੀਜੇਪੀ ਦੀਆਂ ਗੱਲਾਂ ਕਿਉਂ ਕਰ ਰਹੇ, ਇਸ ਕਰਕੇ ਕਰ ਰਹੇ ਕਿ ਗੱਲਾਂ ਸਾਰੀਆਂ ਕੱਲ ਨੂੰ ਤੁਹਾਡੇ ਸਾਹਮਣੇ ਆਉਣੀਆਂ। ਇੱਥੇ ਹੀ ਤੁਸੀਂ ਹੈ, ਇੱਥੇ ਹੀ ਅਸੀਂ ਹੈ, ਪੰਜਾਬ ਦੇ ਮੈਦਾਨ 'ਚ ਉਹਨਾਂ ਨੇ ਨਿੱਤਰਨਾ। ਹੁਣ ਹੋ ਕੀ ਸਕਦਾ? ਮੈਂ ਸੋਚ ਰਿਹਾ ਸੀ ਐਡਵਾਂਸ 'ਚ ਦੱਸ ਰਹੇ ਆ, ਆਪਾਂ ਫਿਰ ਦੱਸ ਦਈਏ ਵੀ ਜਿਹੜਾ ਗੱਠਜੋੜ ਟੁੱਟਣ ਵਾਲੀ ਗੱਲ ਸੀ ਉਹ ਵੀ ਸਾਲ ਪਹਿਲਾਂ ਆਪਾਂ ਕਹਿੰਦੇ ਸੀ, ਉਦੋਂ ਸ਼ਾਇਦ ਨਹੀਂ ਸੀ ਉਸ ਚੀਜ਼ ਨੂੰ ਸੀਰੀਅਸਲੀ ਲਿਆ ਜਾਂਦਾ। ਹੁਣ ਆਪਾਂ ਬੀਜੇਪੀ ਦੀ ਆਉਣ ਵਾਲੀ ਰਣਨੀਤੀ ਸਮਝਾ ਰਹੇ, ਸ਼ਾਇਦ ਹੁਣ ਵੀ ਆਪਣੇ ਕਈ ਪਰਿਵਾਰ ਦੇ ਮੈਂਬਰ ਕਹਿਣ ਉਹਨੇ ਨਹੀਂ ਐਵੇਂ ਮਾਰਦੇ ਦੋਵੇਂ। ਜੀ, ਇਹ ਗੱਲ ਤੁਹਾਡੀ ਠੀਕ ਹੈ। ਜਿਹੜੀ ਸਿਆਣੀ ਬੇਬੇ ਹੁੰਦੀ ਨਾ, ਉਹਨੂੰ ਹੁੰਦਾ ਕਿ ਭਾਈ ਆ ਹੁਣ ਠੀਕ ਹੈ, ਅਕਤੂਬਰ 'ਚ ਆ ਗਿਆ, ਥੋੜਾ ਥੋੜਾ ਨਾ ਠੰਡਾ ਜਿਹਾ ਹੋਣ ਲੱਗ ਪਿਆ, ਉਹਨੇ ਟਾਈਮ ਨਾਲ ਰਜਾਈਆਂ ਨੂੰ ਧੁੱਪ ਲਵਾਉਣੀ ਹੁੰਦੀ ਹੈ ਕਿ ਭਾਈ ਆ ਰਜਾਈ ਨੂੰ ਧੁੱਪ ਲਵਾ ਦਈਏ। ਇਹ ਨਾ ਹੋਵੇ ਕਿ ਨਿੱਕੇ ਨਿਆਣੇ ਜਿੱਦਣ ਬਹੁਤੀ ਠੰਡ ਹੋਵੇ ਤਾਂ ਰਾਤ ਨੂੰ ਠਾਰੀ ਜਾਣ, ਮੁੜ ਕੇ ਫਰਨੈਲ ਦੀ ਸਮੈਲ ਜੀ ਆਈ ਜਾਂਦੀ ਹੁੰਦੀ ਹੈ। ਇਸ ਕਰਕੇ ਬੀਬੀ ਦਾ ਕੰਮ ਹੁੰਦਾ ਕਿ ਪਹਿਲਾਂ ਰਜਾਈ ਨੂੰ ਧੁੱਪ ਲਵਾ ਕੇ ਨੇੜੇ ਰੱਖ ਲੈਣੀ ਹੈ, ਜਿਹਦੇ ਨਾਲ ਕਿ ਜਦੋਂ ਠੰਡ ਕੰਬਲ ਤੋਂ ਵੱਧ ਗਈ ਤਾਂ ਉਦੋਂ ਫਿਰ ਰਜਾਈ ਹੌਲੀ ਜਿਹੜੀ ਧੂਗੇ ਉੱਪਰ ਬੰਦਾ ਲੈ ਲਵੇ। ਹੁਣ ਦੇਖੋ ਸੰਧਾਲੀਆ ਸਾਹਿਬ ਹੋਣਾ ਕੀ ਹੈ, ਮੈਨੂੰ ਜੋ ਲੱਗਦਾ ਸ਼ੰਕਾ ਹੀ ਹੈ, ਗਲਤ ਹੋ ਸਕਦਾ, ਕਿ ਦਿੱਲੀ ਤੋਂ ਫੈਸਲਾ ਹੋਇਆ ਤੇ ਪੰਜਾਬ ਤੱਕ ਆਉਂਦਿਆਂ ਰਾਹ ਦੇ ਵਿੱਚ ਹਰਿਆਣਾ ਹੈ। ਪੰਜਾਬ ਦੀ ਸਰਕਾਰ ਕਹਿੰਦੀ ਹੈ ਕਿ ਭਾਈ ਅਸੀਂ ਲਾਗੂ ਨਹੀਂ ਹੋਣ ਦੇਣਾ, ਇਹ ਕੀ ਕਰਦੇ ਨਹੀਂ ਕਰਦੇ ਸਰਕਾਰ ਨੂੰ ਪਤਾ ਹੈ। ਹਰਿਆਣੇ 'ਚ ਸਰਕਾਰ ਬੀਜੇਪੀ ਦੀ ਹੈ। ਹੋ ਸਕਦਾ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਜਿੱਦਾਂ ਤੁਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਕਿ ਉਹ ਦਿੱਲੀ ਦਾ ਦੱਸ ਦਿਆਂਗੇ, ਦਿੱਲੀ 'ਚ ਆ ਕੀਤਾ, ਪੰਜਾਬ ਸਰਕਾਰ ਬਣਾ ਦਿਓ, ਕਰ ਦਿਆਂਗੇ। ਹੁਣ ਹੋ ਸਕਦਾ ਹੈ ਕਿ ਉਹ ਕਹਿਣ ਕਿ ਭਾਈ ਆ ਦੇਖੋ, ਖੁੱਲੀ ਮੰਡੀ ਦਾ ਕੰਸੈਪਟ ਆਇਆ, ਕਾਨੂੰਨ ਲਾਗੂ ਹੋਇਆ, ਮੱਕੀ ਪਿਛਲੀ ਵਾਰ ਨਾਲ 500 ਰੁਪਈਆ ਵੱਧ ਰੇਟ ਦੇ ਉੱਤੇ ਹਰਿਆਣੇ ਦੇ ਕਿਸਾਨਾਂ ਦੀ ਵਿਕ ਗਈ। ਬਾਸਮਤੀ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ 1800 ਨੂੰ ਸੀ, ਆ 2200 ਨੂੰ ਵਿਕ ਗਈ, ਕਿਉਂਕਿ ਸਾਲ ਡੂਢ ਸਾਲ ਮੁੱਲ ਹੀ ਦੇਣਾ ਹੈ। ਜੇ ਕਿਤੇ ਉਹਨਾਂ ਦੇ ਕੋਲੇ ਰਣਨੀਤੀ ਹੋਈ ਕਿ ਭਾਈ ਆਪਾਂ ਐਂ ਕਰਨਾ, ਫਿਰ ਉਹ ਕਹਿਣਗੇ ਆ ਦੇਖੋ ਜੀ ਪੰਜਾਬ ਦੀ ਸਰਕਾਰ ਨੇ ਢੁੱਚਰ ਡਾਈ ਸੀ, ਸਾਨੂੰ ਸਾਰੇ ਗਲਤ ਕਹਿੰਦੇ ਸੀ, ਹਰਿਆਣੇ 'ਚ ਸਾਡੀ ਸਰਕਾਰ ਸੀ, ਅਸੀਂ ਉਹ ਕਾਨੂੰਨ ਲਾਗੂ ਕੀਤਾ, ਵਾਰੇ ਨਿਆਰੇ ਹੋ ਗਏ। ਤੇ ਜੇ ਇਹਦਾ ਦਾ ਕੰਸੈਪਟ ਲੈ ਕੇ ਪੰਜਾਬ 'ਚ ਆ ਗਿਆ ਤਾਂ ਵੱਟ ਤੇ ਬੈਠਾ ਨੱਥਾ ਸੂ ਜਿਹਨੂੰ ਪਤਾ ਹੈ ਕਿ ਭਾਈ ਮੈਂ ਤਾਂ ਕਿਸ਼ਤਾਂ ਵੀ ਦੇਣੀਆਂ, 1800 ਨੂੰ ਵਿਕੀ ਆ, ਉਹਦੇ ਨਾਲ ਇੱਕ ਕਿਸ਼ਤ ਜਿਹੜੀ ਦੇ ਨਹੀਂ ਹੋਈ, ਫਿਰ ਕਰਜ਼ਾ ਜਿਹੜਾ ਭੱਜ ਜਿਹਾ ਗਿਆ, ਤੇ ਜੇ ਕਿਤੇ 2200 ਨੂੰ ਹਰਿਆਣਿਆਂ ਨੂੰ ਵਿਕਦੀ ਤਾਂ ਕਰਜ਼ਾ ਸਾਰਾ ਲੈ ਜਾਣਾ ਸੀ, ਬਾਅਦ 'ਚ ਭਾਵਾਂ ਜੋ ਮਰਜ਼ੀ ਹੋਵੇ, ਪਰ 2022 ਨੂੰ ਸਾਹਮਣੇ ਰੱਖ ਕੇ ਤਾਰਾ ਅਗਲੇ ਵੇਚ ਹੀ ਸਕਦੇ ਆ। ਨਹੀਂ, ਇਹ ਬਿਲਕੁਲ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਬਾਟ ਸਾਹਿਬ, ਇਹ ਸੱਚ ਹੀ ਨੇ, ਆਪਾਂ ਇਹਨੂੰ ਝੁਠਲਾ ਨਹੀਂ ਸਕਦੇ। ਕਿਉਂਕਿ ਹੋ ਸਕਦਾ ਕਿ ਵੀ ਇਸ ਵਕਤ ਆਪਣਾ ਧਿਆਨ ਰਾਜਨੀਤੀ ਵਾਲੇ ਪਾਸੇ ਬਾਹਲਾ ਹੋਵੇ। ਇੱਕ ਚੀਜ਼ ਮੈਂ ਹੋਰ ਐਡ ਆਨ ਕਰਦਿਆਂ, ਕਈ ਵਾਰ ਆਪਾਂ ਖਬਰਾਂ, ਅਖਬਾਰਾਂ ਜਾਂ ਜਿਹੜੀਆਂ ਚੀਜ਼ਾਂ ਟੈਲੀਵਿਜ਼ਨ ਦੇ ਉੱਪਰ ਮੇਰੇ ਵਰਗੇ ਜਾਂ ਬਾਟ ਸਾਹਿਬ ਵਰਗੇ ਬੰਦੇ ਕੋਟ ਪਾ ਕੇ ਟਾਰਾ ਮਾਰ ਕੇ ਕਹਿੰਦੇ ਹੁੰਦੇ, ਉਹ ਸਾਰੀਆਂ ਸੱਚੀਆਂ ਨਹੀਂ। ਅਸੀਂ ਇਹ ਵੀ ਨਹੀਂ ਕਹਿੰਦੇ ਵੀ ਜੋ ਅਸੀਂ ਦੋਵੇਂ ਕਹਿੰਦੇ ਇਹੀ ਸਾਰਾ ਕੁਝ ਸੱਚ ਹੈ, ਦੁਨੀਆ ਦਾ ਆਖਰੀ ਸੱਚ ਹੈ। ਪਰ ਫਰਕ ਸਿਰਫ ਇਹ ਹੈ ਕਿ ਆਪਾਂ ਇਕੱਲੀ ਇੱਕ ਚੀਜ਼ ਨਾ ਸੁਣਿਆ ਕਰੀਏ, ਨਾ ਦੇਖਿਆ ਕਰੀਏ, ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ, ਤੀਜੀ ਤੋਂ ਬਾਅਦ ਚੌਥੀ। ਜਿੱਦਾਂ ਬਾਟ ਸਾਹਿਬ ਤੁਸੀਂ ਉਦਾਹਰਨ ਜੀ ਦਿੰਦੇ ਹੁੰਦੇ ਨਾ, ਵੀ ਜੇ ਕੋਈ ਸੌਦਾ ਵੀ ਲੈਣ ਜਾਣਾ ਹੋਵੇ ਤਾਂ ਇੱਕ ਦੁਕਾਨ ਤੋਂ ਰੇਟ ਪੁੱਛ ਕੇ ਤੇ ਆਪਾਂ ਫਿਰ ਉੱਤਰ ਆਈਦਾ, ਫਿਰ ਮੁੰਡੇ ਨਾਲ ਸਲਾਹ ਕਰੀ ਦੀ, ਇਹ ਬਾਊ ਇੰਨੇ ਦੱਸਦਾ ਹੀ, ਅੱਛਾ ਚੱਲ ਫਿਰ ਅਗਲੀ ਦੁਕਾਨ ਤੋਂ ਮਾੜਾ ਪੁੱਛ ਲੈਣ, ਉੱਥੋਂ ਪੁੱਛਿਆ, ਅੱਛਾ ਯਾਰ ਉਹ ਪਹਿਲਾਂ ਕੋਈ ਠੀਕ ਜਾਪਦਾ ਸੀ ਪਰ ਇਹਦੀ ਚੀਜ਼ ਥੋੜ੍ਹੀ ਜਿਹੀ ਫਰਕ ਹੈ। ਮਤਲਬ ਜਦੋਂ ਆਪਾਂ ਜੇ ਕੱਪੜਾ ਲੈਣਾ ਉਦੋਂ ਵੀ 4 ਦੁਕਾਨਾਂ ਤੋਂ ਭਾਅ ਪੁੱਛ ਲੈਂਦੇ ਹਾਂ, ਅਤੇ ਫਿਰ ਜਦੋਂ ਆਪਾਂ ਪੰਜਾਬ ਲਈ ਵੋਟਾਂ ਦੇ ਮੌਕੇ 'ਤੇ ਡਿਸੀਜਨ ਮੇਕਿੰਗ ਕਰਦੇ ਹਾਂ ਤਾਂ ਉਦੋਂ ਆਪਾਂ ਇੱਕੋ ਹੀ ਚੀਜ਼ 'ਤੇ ਕਿਉਂ ਮੰਨ ਲੈਂਦੇ ਵੀ ਇਹੀ ਦੁਨੀਆ ਦਾ ਆਖਰੀ ਸੱਚ ਹੈ। ਗੱਲ ਠੀਕ ਹੈ ਕਿ ਨਹੀਂ? ਨਹੀਂ, ਬਿਲਕੁਲ ਠੀਕ ਹੈ। ਦੇਖੋ ਤੁਸੀਂ ਤਾਂ ਇਹ ਕਿਹਾ ਨਾ ਕਿ ਭਾਅ ਪੁੱਛ ਕੇ, ਉਹ ਇੱਥੇ ਤਾਂ ਅਸੀਂ ਇੱਦਾਂ ਦੇ ਸਿਆਣੇ ਆ ਕਿ ਅਸੀਂ ਉਹਨਾਂ ਨੂੰ ਕਹੀਦਾ ਸੂਟ ਦੇਖ ਲੈਣਾ, ਬੀਬੀਆਂ ਨੇ ਇਹਨੂੰ ਨਾ ਇੱਥੇ ਬਾਹਰ ਹੀ ਰੱਖਿਓ, ਮਿੰਟ 5 ਦਿਓ ਬਸ, ਅਸੀਂ ਮੁੜ ਕੇ ਆਏ ਤਾਂ ਲੈਂਦੇ ਹਾਂ। ਜਾਣੀ ਕਿ ਉਹ ਸੂਟ ਉਹਨਾਂ ਨੂੰ ਮੁੜ ਕੇ ਰੈਕ 'ਚ ਵੀ ਨਹੀਂ ਰੱਖਣ ਦੇਣਾ, ਇੱਦਾਂ ਉਹਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਬੁਕਿੰਗ ਕਰਾ ਜਾਣੀ ਬਿਨਾਂ ਐਡਵਾਂਸ ਦਿੱਤਿਆਂ, ਭਾਈ ਇਹ ਲੈਣਾ ਅਸੀਂ ਆ, ਤੁਸੀਂ ਰੱਖ ਜਾਓ। ਪਤਾ ਉਹਨਾਂ ਨੂੰ ਵੀ ਹੁੰਦਾ
ਉਹਨਾਂ ਨੇ 2 ਘੰਟੇ ਕਾਊਂਟਰ ਦੇ ਥੱਲੇ ਰੱਖੀ ਚੱਲਣਾ, ਫਿਰ ਪਤਾ ਕਿ ਬੀਬੀ ਨੂੰ ਹੁਣ ਕਿਤੇ ਹੋਰ ਸੂਟ ਜਿਹੜਾ ਉਹ ਸੂਤ ਆ ਗਿਆ। ਸੰਧਾਲੀਆ ਸਾਹਿਬ ਇੱਥੇ ਇੱਕ ਗੱਲ ਕਹਿਣੀ ਬਣਦੀ ਹੈ ਕਿ ਅੱਜ ਦੀ ਇਹ ਡਿਸਕਸ਼ਨ ਜਿਹੜੀ ਹੈ, ਅੱਜ ਦਾ ਇਹ ਜਿਹੜਾ ਫੋਕਸ ਹੈ, ਅੱਜ ਦੀ ਜਿਹੜੀ ਸਾਡੀ ਚਰਚਾ, ਇਹ ਨਾ ਸੋਚਿਓ ਕਿ ਉਹਦੇ ਵਿੱਚ ਅਸੀਂ ਰੇਲਵੇ ਲਾਈਨ ਤੇ ਬੈਠੇ ਕਿਸਾਨ ਦੀ ਗੱਲ ਨਹੀਂ ਕੀਤੀ, ਅਕਾਲੀਆਂ ਦੀ ਗੱਲ ਨਹੀਂ ਕੀਤੀ, ਕਾਂਗਰਸੀਆਂ ਦੀ ਨਹੀਂ ਕੀਤੀ, ਬੀਜੇਪੀ ਦੀ ਹੀ ਕਿਉਂ? ਉਹ ਸਿਰਫ ਤੇ ਸਿਰਫ ਇਸ ਕਰਕੇ ਹੈ ਕਿ ਸਿਆਸੀ ਪਾਰਟੀਆਂ ਦਾ ਧਿਆਨ ਪੰਜਾਬ ਦੇ ਲੋਕਾਂ ਵੱਲ ਨਹੀਂ ਹੈਗਾ। ਤੁਹਾਡੇ ਘਰ ਦੇ ਵਿੱਚ ਥਾਲੀ ਦੇ ਵਿੱਚ ਤੁਹਾਨੂੰ ਰੋਟੀ ਕਿੰਨੀ ਮਿਲਦੀ ਹੈ ਤੇ ਕਿੰਨੀ ਘੱਟ ਮਿਲਦੀ ਹੈ, ਵੱਧ ਕਿੰਨੀ ਮਿਲੇ, ਉਧਰ ਨੂੰ ਨਹੀਂ ਹੈਗਾ। ਪੰਜਾਬ ਦੇ ਬੱਚਿਆਂ ਦੀ ਐਜੂਕੇਸ਼ਨ ਤੇ ਤੁਹਾਡੀਆਂ ਸਿਹਤ ਸੇਵਾਵਾਂ ਦੇ ਉੱਤੇ ਨਹੀਂ ਹੈਗਾ, ਪਰ ਧਿਆਨ ਉਹਨਾਂ ਦਾ ਕਿਹਦੇ ਤੇ ਹੈ? ਸਾਡਾ ਫਰਜ਼ ਹੈ ਇਹਨਾਂ ਕੁਰਸੀਆਂ ਦੇ ਉੱਤੇ ਬੈਠਿਆਂ ਕਿ ਅਸੀਂ ਉਹ ਤੁਹਾਨੂੰ ਵੇਲੇ ਤੋਂ ਪਹਿਲਾਂ ਦਸੀਏ, ਇਹਦੇ ਤੋਂ ਪਹਿਲਾਂ ਕਿ ਤੁਸੀਂ ਅਗਲਿਆਂ ਦੇ ਛੱਜ 'ਚ ਪਾ ਕੇ ਛੱਟੇ ਜਾਓ, ਆਪਾਂ ਤੁਹਾਨੂੰ ਦਸੀਏ ਤਾਂ ਸਹੀ, ਅਸੀਂ ਆਪਣਾ ਫਰਜ਼ ਪੂਰਾ ਕਰ ਰਹੇ ਹਾਂ। ਬਿਲਕੁਲ ਸਹੀ। ਇਹ ਇਸ ਕਰਕੇ ਵੀ ਕਰ ਰਹੇ ਸੀ ਗੱਲ ਕਿ ਬੀਜੇਪੀ ਇੱਕ ਚਰਚਾ ਇਸ ਵਕਤ ਚਲਾ ਰਹੀ ਹੈ ਕਿ ਪੰਜਾਬ 'ਚੋਂ ਜਿਹੜਾ ਵੀ ਕਿਸਾਨ, ਜਿਹੜੀਆਂ ਵੀ ਕਿਸਾਨ ਜਥੇਬੰਦੀਆਂ, ਈਵਨ ਕਿ ਉਹ ਕਹਿੰਦੇ ਵੀ ਜਦ ਤੱਕ ਕੋਈ ਆਖਰੀ ਕਿਸਾਨ ਵੀ ਇਸ ਚੀਜ਼ ਤੋਂ ਮੁਨਕਰ ਹੋਵੇ ਕਿ ਵੀ ਯਾਰ ਮੈਨੂੰ ਇਹ ਗੱਲ ਸਮਝਾਓ ਵੀ ਇਹਦੇ 'ਚ ਘੁੰਡੀ ਹੈ ਕੀ ਆ, ਅਸੀਂ ਉਹਦੇ ਨਾਲ ਗੱਲ ਕਰਨ ਨੂੰ ਤਿਆਰ ਹਾਂ, ਉਹਦੀ ਗੱਲ ਸੁਣਨ ਨੂੰ ਤਿਆਰ ਹਾਂ। ਇੱਥੋਂ ਤੱਕ ਵੀ ਜੇ ਉਹ ਕਹੇ ਕਿ ਵੀ ਲੋਕਲ ਲੀਡਰਸ਼ਿਪ ਕੋਲੋਂ ਸਾਡਾ ਹੌਸਲਾ ਨਹੀਂ ਪੈਂਦਾ, ਸਾਨੂੰ ਖੇਤੀਬਾੜੀ ਮੰਤਰੀ ਨਾਲ ਮਿਲਾਓ, ਮੰਤਰੀ ਤੋਂ ਕੋਈ ਟਾਈਮ ਦਵਾ ਦਿੰਦੇ, ਭਾਵੇਂ 5 ਮਿੰਟ ਦਾ ਲੈ ਲਓ, ਭਾਵੇਂ 5 ਘੰਟਿਆਂ ਦਾ ਲੈ ਲਓ, ਤੇ ਭਾਵੇਂ 5 ਦਿਨਾਂ ਦਾ ਲੈ ਲਓ, ਇੱਥੋਂ ਤੱਕ ਜਾਂਦੇ ਨੇ। ਫਿਰ ਕਹਿੰਦੇ ਜੇ ਤਾਂ ਵੀ ਤਸੱਲੀ ਨਾ ਹੋਵੇ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਾ ਦਿਆਂਗੇ, ਪ੍ਰਧਾਨ ਮੰਤਰੀ ਨਾਲ ਦੱਸੋ ਕਿੰਨਾ ਟਾਈਮ ਚਾਹੀਦਾ। ਹੁਣ ਜਿਹੜੇ ਇਹ ਵਾਲਾ ਰਸਤਾ ਹੈ, ਇਹਦੇ 'ਚ ਇੱਕ ਚੀਜ਼ ਨੋਟ ਕਰਨ ਵਾਲੀ ਹੈ ਬਾਠ ਸਾਹਿਬ ਕਿ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਨੇ ਅਸੀਂ ਇਨਸਾਫ ਦਵਾਵਾਂਗੇ। ਅਕਾਲੀ ਦਲ ਦਾ ਆਪਣਾ ਸਟੈਂਡ ਹੈ, ਕਾਂਗਰਸ ਦਾ ਆਪਣਾ ਹੈ, ਆਮ ਆਦਮੀ ਪਾਰਟੀ ਆਪਣੇ ਹਿਸਾਬ ਨਾਲ ਜ਼ੋਰ ਲਾਉਂਦੀ ਹੈ, ਜਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਹੋਰ ਦੂਸਰੀਆਂ ਧਿਰਾਂ ਜੁੜੀਆਂ ਨੇ ਉਹਨਾਂ ਦਾ ਕਹਿਣਾ ਵੀ ਆਪਾਂ ਮੁਲਾਕਾਤ ਕਰਾਂਗੇ ਜੀ, ਅਸੀਂ ਦੱਸਾਂਗੇ। ਪਰ ਬੀਜੇਪੀ ਇੱਦਾਂ ਹੁੰਦਾ ਨਾ ਵੀ ਜੇ 2-3 ਸੜਕਾਂ ਇੱਕ ਪਾਸੇ ਜਾਂਦੀਆਂ ਤੇ ਜਮਾਂ ਹੀ ਬੰਦਾ ਕੱਚੇ ਪਏ ਤੁਰਿਆ ਆਵੇ ਜਾਂ ਵੱਟੇ ਵੱਟ ਤੁਰਿਆ ਆਵੇ ਵੀ ਨਹੀਂ ਯਾਰ ਉੱਧਰ ਦੀ ਨਹੀਂ ਜਾਣਾ, ਇੱਧਰ ਦੀ ਆਵਾਂਗੇ, ਕਿਉਂਕਿ ਉਹ ਨਹੀਂ ਚਾਹੁੰਦੇ ਵੀ ਕਿਸੇ ਨੂੰ ਪਤਾ ਲੱਗੇ ਵੀ ਹੋਰ ਕੀ ਗੱਲ ਚੱਲ ਰਹੀ ਹੈ, ਅਸੀਂ ਐਂਡ ਤੇ ਜਾ ਕੇ ਤਾਰ ਜੋੜਨੀ ਹੈ। ਉਹ ਜਿਹੜਾ ਬਾਈਪਾਸ ਕਰਕੇ ਬਾਕੀ ਸਾਰਿਆਂ ਨੂੰ ਤੇ ਪ੍ਰਧਾਨ ਮੰਤਰੀ ਤੇ ਸਿੱਧੀ ਕਿਸਾਨ ਦੀ ਮੁਲਾਕਾਤ, ਇੱਥੋਂ ਤੱਕ ਦੀ ਚਰਚਾ ਕਰਨ ਲੱਗ ਪਈ। ਇਹਨੂੰ ਥੋੜ੍ਹਾ ਜਿਹਾ ਸਮਝਣ ਦੀ ਲੋੜ ਤਾਂ ਹੈਗੀ ਆ ਵੀ ਉਹ ਖੁਦ ਨਹੀਂ ਚਾਹੁੰਦੇ ਵੀ ਹੋਰ ਕੋਈ ਵਿਚੋਲਾ ਵਿੱਚ ਆਵੇ। ਨਹੀਂ, ਸੰਧਾਲੀਆ ਸਾਹਿਬ ਅੱਜ ਤੱਕ ਵਿਚੋਲੇ ਹੀ ਪਏ ਆ, ਕਿਉਂਕਿ ਬੀਜੇਪੀ ਵਾਲਿਆਂ ਨੇ ਕੋਸ਼ਿਸ਼ ਬੜੀ ਕੀਤੀ ਕਿ ਸਾਡੇ ਪੈਰ ਲੱਗਣ, ਬੜੀ ਕੋਸ਼ਿਸ਼ ਕੀਤੀ। ਕਦੇ ਕੱਲਿਆਂ ਲੜਨਾ ਜੀ, ਐਂ ਕਰਨਾ ਜੀ, ਮਾਲਵੇ 'ਚ ਸੀਟਾਂ ਲੜਨੀਆਂ ਜੀ, ਉਧਰਲੇ ਪਾਸੇ ਜਾਣਾ ਜੀ, ਕਿਉਂਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਦੇਖੋ ਅਸਾਰ ਕੀ ਸੀ, ਬੀਜੇਪੀ ਚਾਹੁੰਦੀ ਕੀ ਹੈ? ਇਹ ਨਹੀਂ ਹੈ ਕਿ ਪੰਜਾਬ ਉਹਨਾਂ ਦੇ ਦਾਇਰੇ ਤੋਂ ਬਾਹਰ ਹੈ ਜਾਂ ਉਹਨਾਂ ਦੇ ਫੋਕਸ 'ਚ ਨਹੀਂ ਹੈ। ਜੇ ਪੰਜਾਬ ਉਹਨਾਂ ਦੇ ਫੋਕਸ ਦੇ ਵਿੱਚ ਨਾ ਹੁੰਦਾ ਤਾਂ ਜਦੋਂ ਪਿਛਲੇ ਦਿਨਾਂ 'ਚ ਮੈਂਬਰਸ਼ਿਪ ਕਰਦੇ ਸੀ ਤਾਂ ਵੱਡੇ ਬਾਦਲ ਸਾਹਿਬ ਦੇ ਵਿਧਾਨ ਸਭਾ ਹਲਕੇ ਲੰਬੀ 'ਚ ਜਾ ਕੇ ਅਗਲੇ ਆਪਣੇ ਮੈਂਬਰ ਨਾ ਬਣਾਉਂਦੇ। ਮੈਂਬਰ ਭਾਵੇਂ 2 ਬਣੇ ਆ, ਭਾਵੇਂ 200 ਬਣੇ ਆ, ਭਾਵੇਂ 2000 ਬਣੇ ਆ। ਉਦੋਂ ਇਤਰਾਜ਼ ਵੀ ਆਏ ਸੀ ਜੀ ਇਦਾਂ ਨਹੀਂ ਸੀ ਕਰਨਾ ਚਾਹੀਦਾ, ਇਹ ਫਿਰ ਗੱਠਜੋੜ ਧਰਮ ਦੇ ਖਿਲਾਫ ਲੱਗਦਾ। ਅਗਲੇ ਚੁੱਪ ਚਪੀਤੇ ਜਾ ਕੇ ਮੈਂਬਰਸ਼ਿਪ ਕਰਿਆ ਕਿ ਘੱਟੋ ਘੱਟ ਪੋਲਿੰਗ ਬੂਥ ਦੇ ਅੰਦਰ ਬਹਿਣ ਜੋਗੇ ਬੰਦੇ ਸਾਡੇ ਕੋਲੇ ਉੱਥੇ ਹੋਣ। ਹੁਣ ਤੁਸੀਂ ਦੇਖੋ ਆਹ ਜਿਹੜੀ ਗੱਲ ਤੁਸੀਂ ਕੀਤੀ ਨਾ ਕਿ ਸਿੱਧਾ ਰਾਬਤਾ, ਕੈਪਟਨ ਸਾਹਿਬ ਕਹਿੰਦੇ ਆ ਕਿ ਮੈਂ ਜਾਣ ਨੂੰ ਤਿਆਰ ਹਾਂ, ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਕਿ ਮੈਂ ਜਾਣ ਨੂੰ ਤਿਆਰ ਹਾਂ, ਆਮ ਆਦਮੀ ਪਾਰਟੀ ਕਹਿੰਦੀ ਗ੍ਰਾਮ ਸਭਾ ਦੇ ਮਤੇ ਪਵਾਓ। ਭਲਕ ਨੂੰ ਹੋ ਸਕਦਾ ਹੈ ਕਿ 31 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿੱਚੋਂ ਉਹ ਤਾਂ ਵੈਸੇ ਕਹਿੰਦੇ ਕਿ ਰੱਦ ਕਰੋ, ਅਸੀਂ ਗੱਲ ਫਿਰ ਕਰਨੀ ਹੈ। ਪਰ ਜੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਵਿੱਚੋਂ ਗੱਲ ਕਰਾਉਣ ਦੀ ਕੋਸ਼ਿਸ਼ ਕਰਦੇ, ਭਾਵੇਂ ਕੋ ਆਪਦੀ ਜਥੇਬੰਦੀ ਦੇ 4 ਕਿਸਾਨ ਖੜੇ ਕਰ ਲੈਣ ਕਿ ਆਹ ਦੇਖੋ ਜੀ ਪ੍ਰਧਾਨ ਮੰਤਰੀ ਸਾਹਿਬ ਦੀ ਕਿਸਾਨਾਂ ਦੇ ਨਾਲ ਗੱਲਬਾਤ ਹੋਈ, ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ। ਹੋ ਸਕਦਾ ਕਿ ਹਫ਼ਤੇ ਬਾਅਦ ਹੀ ਉਹ ਖੇਤੀਬਾੜੀ ਮੰਤਰੀ ਦੀ ਗੱਲ ਕਰਾਉਣ ਲੱਗ ਪੈਣ। ਹੋ ਸਕਦਾ ਕਿ ਬੀਜੇਪੀ ਦੇ ਲੀਡਰ ਏਦਾਂ ਜਾਂ ਹੱਥ ਜੋੜ ਕੇ ਕਿਸਾਨ ਜਥੇਬੰਦੀਆਂ ਦੇ ਧਰਨੇ ਜਾਣ, ਜੀ ਦੱਸੋ ਤੁਸੀਂ ਚਾਹੁੰਦੇ ਕੀ ਹੋ, ਅਸੀਂ ਤਾਂ ਤੁਹਾਡੇ ਆ ਤਾਂ ਤੌਖਲੇ ਦੂਰ ਕਰਦੇ ਆ, ਗੱਲ ਕਿਹੜੀ ਹੈ, ਤੁਸੀਂ ਬੰਦਾ ਨਾ ਕੋਈ ਵਿੱਚ ਪਾਇਓ, ਗੱਲ ਸਾਡੇ ਨਾਲ ਸਿੱਧੀ ਕਰੋ। ਤੇ ਜੇ ਭਲਕ ਨੂੰ ਕੋਈ ਕਮੇਟੀ ਬਣ ਜਾਂਦੀ ਹੈ, ਜੇ 5 ਕਿਸਾਨ ਲੈ ਲੈਂਦੇ ਆ, 5 ਉਧਰੋਂ ਮੰਤਰੀ ਲੈ ਲੈਂਦੇ ਆ, 1-2 ਖੇਤੀਬਾੜੀ ਯੂਨੀਵਰਸਿਟੀਆਂ ਜਿਹੜੀਆਂ ਦੇਸ਼ ਦੀਆਂ ਉਹਨਾਂ ਦੇ ਵਾਈਸ ਚਾਂਸਲਰ ਲੈ ਲੈਂਦੇ ਆ, ਤੇ ਭਲਕ ਨੂੰ ਕੋਈ ਮਾੜਾ ਜਿਹਾ ਵੀ ਫੈਸਲਾ ਕਰ ਦਿੰਦੇ, ਐਤਕੀ ਫੀਤੀ ਕਿਸੇ ਹੋਰ ਪਾਰਟੀ ਦੇ ਨਹੀਂ, ਅਗਲਿਆਂ ਨੇ ਆਪਣੇ ਮੋਢੇ ਤੇ ਲਾਉਣੀ ਆ ਤੇ ਧੋ ਕੇ ਕੋਟ ਪਾਉਂਦੇ ਉਹ ਰੋਜ਼, ਕੀ ਪਤਾ ਫੀਤੀ ਕਦੋਂ ਲੱਗ ਜਾਣੀ ਹੈ। ਅੱਛਾ ਬਾਠ ਸਾਹਿਬ, ਇਹਦੇ 'ਚ ਇੱਕ ਚੀਜ਼ ਹੋਰ ਐਡ ਕਰਦਾ ਮੈਂ। ਪੰਜਾਬ 'ਚ ਜਿਹੜੇ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਹੋ ਰਹੀ, ਉਹਨਾਂ ਦਾ ਬਿਆਨ ਇਹ ਕਹਿੰਦਾ ਹੈ ਕਿ ਵੀ ਕਿਸਾਨ ਖੁਦ ਬਿੱਲ ਪੜ੍ਹਨ, ਐਂਡ ਉਹ ਪੰਜਾਬੀ ਅਨੁਵਾਦ ਕਰਕੇ ਉਹਨਾਂ 3 ਬਿੱਲਾਂ ਦਾ ਵੰਡ ਵੀ ਰਹੇ ਨੇ, ਭੇਜ ਵੀ ਰਹੇ ਨੇ ਆਪੋ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਗਰੁੱਪਾਂ ਦੇ ਵਿੱਚ, ਤਾਂ ਜੋ ਪਿੰਡਾਂ ਤੱਕ ਪਹੁੰਚੇ। ਉਹ ਕਹਿੰਦੇ ਕਿਸਾਨ ਖੁਦ ਬਿੱਲ ਪੜ੍ਹੇ, ਕਾਨੂੰਨ ਪੜ੍ਹੇ, ਜਿਹੜੀ ਚੀਜ਼ ਦੇ ਉੱਪਰ ਇਤਰਾਜ਼ ਹੈ ਉਹਦੇ 'ਤੇ ਭਾਵੇਂ ਤੁਸੀਂ ਪੈਨ ਦੇ ਨਾਲ ਲੀਕ ਮਾਰ ਲਓ, ਚਾਹੇ ਪੈਨਸਲ ਨਾਲ ਮਾਰ ਲਓ, ਉਹ ਸਾਰੇ ਇਤਰਾਜ਼ ਲੈ ਕੇ ਤੁਸੀਂ ਆ ਜਾਓ ਸਾਡੇ ਕੋਲੇ, ਅਸੀਂ ਉਹ ਸਾਰੇ ਇਤਰਾਜ਼ ਤੁਹਾਡੇ ਉੱਪਰੋਂ ਦਰੁਸਤ ਕਰਵਾ ਕੇ ਦਿਆਂਗੇ।
ਜੇ ਉਹਦੇ 'ਚ ਮਾੜੀ ਮੋਟ ਵੀ ਕੋਈ ਕਮੀ ਪੇਸ਼ੀ ਲੱਗਦੀ ਹੈ, ਜੇ ਜਿੱਥੇ ਲੱਗਦਾ ਵੀ ਯਾਰ ਆਹ ਗੱਲ ਕਿਸਾਨ ਦੇ ਹਿੱਤ 'ਚ ਨਹੀਂ ਹੈਗੀ, ਤੇ ਉਹਨੂੰ ਯਕੀਨ ਜਾਂ ਜਿੱਦਾਂ ਤੁਸੀਂ ਸ਼ਬਦ ਵਰਤਿਆ ਉਹ ਵਾਹਵਾ ਵਰਤਦੇ ਹੁੰਦੇ, ਆਸ਼ਵਾਸਨ ਜਿਹੜਾ ਹੈ ਉਹ ਫਲਾਨੀ ਚੀਜ਼ ਨਾਲ ਮਿਲਦਾ ਤੇ ਕਹਿੰਦੇ ਦਵਾ ਦਿਆਂਗੇ। ਹੁਣ ਜਿਹੜਾ ਇਹ ਡਾਇਰੈਕਟ ਲਿੰਕ ਹੈ ਵੀ ਯਾਰ ਕੋਈ ਲੀਡਰ ਪੜ੍ਹ ਕੇ ਦੱਸੇ ਵੀ ਆ ਇਹ ਸਹੀ ਆ ਕਿ ਗਲਤ, ਸਾਨੂੰ ਉਹਦੇ ਨਾਲ ਲੈਣਾ ਦੇਣਾ ਕੋਈ ਨਹੀਂ। ਜਿਹੜੇ ਬੰਦੇ ਨੂੰ ਫਰਕ ਪੈਂਦਾ ਉਹ ਖੁਦ ਪੜ੍ਹੇ, ਉਹਦੀ ਬੋਲੀ 'ਚ ਪੜ੍ਹੇ, ਉਹਦੀ ਭਾਸ਼ਾ 'ਚ ਪੜ੍ਹੇ, ਤੇ ਉਸ ਤੋਂ ਬਾਅਦ ਸਾਨੂੰ ਕਹੇ ਕਿ ਯਾਰ ਆਹ 3-4 ਚੀਜ਼ਾਂ ਮੈਨੂੰ ਸਮਝਾਓ, ਤੇ ਅਸੀਂ ਖੁਦ ਸਮਝਾਉਣ ਨੂੰ ਜਾਂ ਬਦਲਣ ਨੂੰ ਤਿਆਰ ਹਾਂ। ਇਹਨੂੰ ਆਪਾਂ ਥੋੜ੍ਹਾ ਜਿਹਾ ਸਮਝੀਏ ਕਿ ਇਹ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ। ਇਸੇ ਕਰਕੇ ਅੱਜ ਅਸੀਂ ਆ ਪੂਰਾ ਟਾਈਮ ਹੀ ਫੋਕਸ ਦਾ ਇਸੇ ਚੀਜ਼ ਦੇ ਉੱਪਰ ਲਾਤਾ ਕਿ ਪੰਜਾਬ ਵਾਲੇ ਮਤ ਸੋਚਣ ਕਿ ਬੀਜੇਪੀ ਜਿਹੜੀ ਆ ਉਹਨੇ ਬਸ ਲਟਾਕੇ ਛੱਡਤੇ, ਪੰਜਾਬ ਨਾਲ ਲੈਣਾ ਦੇਣਾ ਕੋਈ ਨਹੀਂ, ਪੰਜਾਬ ਦੇ ਕਿਸਾਨ ਜਿੱਥੇ ਮਰਜ਼ੀ ਜਾਣ, ਉਹਨਾਂ ਦੀ ਗੇਮ ਕੋ ਹੋਰ ਹੈ। ਸੰਧਾਲੀਆ ਸਾਹਿਬ, ਮੈਂ ਇੱਥੇ ਇੱਕ ਬੇਨਤੀ ਹੋਰ ਜ਼ਰੂਰ ਕਰਦਾ। ਦੇਖੋ, ਭਾਰਤੀ ਜਨਤਾ ਪਾਰਟੀ ਵਾਲੇ ਕੀ ਕੰਮ ਕਰਦੇ, ਕੀ ਉਹਨਾਂ ਦੀ ਵਿਚਾਰਧਾਰਾ, ਕਿੰਨਾ ਕੁ ਚੰਗੇ ਬੈਠਣਗੇ, ਕਿੰਨਾ ਕੁ ਮਾੜੇ ਬੈਠਣਗੇ, ਉਹ ਇੱਕ ਲੋਕ ਪੱਖੀ ਵਿਸ਼ਾ, ਉਹ ਇੱਕ ਵੱਖਰਾ ਵਿਸ਼ਾ ਜਿਹੜਾ ਆਪਾਂ ਰੋਜ਼ ਛੋਹਨੇ ਆ, ਜਿਹਨੂੰ ਰੋਜ਼ ਟੱਚ ਕਰਦੇ ਆ। ਹੁਣ ਮਸਲਾ ਇਹ ਹੈ ਕਿ ਸਿਆਸੀ ਪਾਰਟੀਆਂ ਕਿੱਧਰ ਨੂੰ ਸੋਚਦੀਆਂ। ਹੁਣ ਤੁਸੀਂ ਦੇਖੋ, ਮੈਨੂੰ ਜੋ ਲੱਗ ਹੀ ਰਿਹਾ ਸੀ ਕਿ ਵਿਰੋਧੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਜਾਂ ਬਾਕੀ ਸਾਰੇ ਜਿਹੜੇ ਬੀਜੇਪੀ ਤੇ ਔਖੇ ਭਰੇ ਆ, ਉਹਨਾਂ ਦੀ ਹਾਲਤ ਬਿਲਕੁਲ ਖਾਸ ਤੌਰ ਤੇ ਵਿਰੋਧੀ ਪਾਰਟੀਆਂ ਦੀ ਇਦਾਂ ਦੀ ਆ ਜਿਹੜੀ ਇੱਟ ਨਾਲ ਇੱਟ ਖੜਕਾਉਣ ਵਾਲੀ, ਕਿ ਉਹ ਜਿੱਦਾਂ ਪੰਚਾਇਤ ਦੇ ਵਿੱਚ ਕੋਈ ਧਿਰ ਬੜੀ ਗਰਮ ਹੋ ਕੇ ਬੈਠੇ ਹੋਵੇ, ਸਾਡੇ ਮੁੰਡੇ ਦਾ ਸਿਰ ਪਾੜਤਾ ਜੀ, ਸਾਡੇ ਆਹ ਕਰਤਾ ਜੀ, ਸਾਡੀ ਵੱਟ ਵਾਲੀ ਜੀ, ਉੱਥੋਂ 2 ਸਫੈਦੇ ਜਿਹੜੇ ਆ ਉਹ ਵੱਢ ਲੈ ਜੀ, ਲਾਏ ਸਾਡੇ ਬਾਪੂ ਨੇ ਸੀ ਜੀ, ਤੁਸੀਂ ਸਰਪੰਚ ਸਾਹਿਬ ਉਹਨਾਂ ਨੂੰ ਸੱਦੋ, ਅੱਜ ਅਸੀਂ ਗੱਲ ਐਂ ਬਾਹਾਂ ਟੰਗਦੇ ਆ। ਜੇ ਤਾਂ ਮੋਹਰਲਾ ਔਖਾ ਹੋ ਗਿਆ, ਹਾਂ ਵੱਡੇ ਵੀ ਦੱਸ ਤੂੰ ਕਰਨਾ। ਜੇ ਤਾਂ ਬੀਜੇਪੀ ਵਾਲੇ ਇਦਾਂ ਜਾਂਦੇ ਆ ਤਾਂ ਗੱਲ ਵੱਧਦੀ ਆ। ਉਹ ਤਾਂ ਹੱਥ ਜੋੜ ਕੇ ਜਾਂਦੇ, ਕਹਿੰਦੇ ਜੀ ਦੱਸੋ ਜੀ ਕੋਈ ਗਲਤੀ ਹੋ ਗਈ, ਤੁਸੀਂ ਪਹਿਲਾਂ ਇੱਥੇ ਬੈਠ ਕੇ ਗੱਲ ਕਰ ਲਓ, ਜੇ ਵੱਡੇ ਆ ਤਾਂ ਜਿੰਨਿਆਂ ਦੇ ਵੇਚੇ ਆ ਤੁਹਾਨੂੰ ਦੇ ਦਿਆਂਗੇ, ਜੇ ਵੱਢ ਕੇ ਉੱਥੇ ਹੀ ਰੱਖਿਆ ਤਾਂ ਤੁਹਾਡੀ ਟਰਾਲੀ ਤੇ ਲੱਦ ਦਿੰਨੇ ਆ ਜੀ, ਲੇਬਰ ਵੀ ਅਸੀਂ ਦੇਵਾਂਗੇ ਜੀ, ਮਾਫੀ ਵੀ ਮੰਗ ਲੈਂਦੇ ਆ ਜੀ, ਗੱਲ ਹੀ ਕੋਈ ਨਹੀਂ, ਪਹਿਲਾਂ ਤੁਸੀਂ ਕਸੂਰ ਤਾਂ ਦੱਸ ਦਿਓ। ਉਹ ਮੁੰਡਿਆਂ ਲਿਆ ਚਾਹ ਲਿਆ, ਮੈਂ ਤਾਂ ਡੋਲੂ ਦੇ ਵਿੱਚ, ਮੈਂ ਕਿਹਾ ਸਰਪੰਚ ਸਾਹਿਬ ਨੇ ਸੱਦਿਆ, ਇਹ ਵੀ ਤਾਂ ਸਾਡੇ ਭਰਾ ਹੀ ਨੇ, ਇਹਨਾਂ ਨੇ ਸੱਦਿਆ, ਤੁਸੀਂ ਚਾਹ ਪੀਓ, ਪਹਿਲਾਂ ਇੱਥੇ ਹੀ ਬੈਠੇ ਆ, ਤੁਹਾਡੇ ਨਾਲ ਹੀ ਰਹਿਣਾ ਜੀ, ਗੱਲ ਕਿਹੜੀ ਆ ਜੀ। ਜਦੋਂ ਅਗਲਾ ਬੰਦਾ ਕਹੀ ਜਾਂਦਾ ਜੀ ਇੱਥੇ ਠੀਕਾ ਮਾਰ ਦਿਓ, ਕਿਉਂਕਿ ਪਤਾ ਬੀਜੇਪੀ ਵਾਲਿਆਂ ਨੂੰ ਵੀ ਹੈ ਕਿ 3-4 ਸਾਲ ਆਨੰਦ ਰਹਿਣੇ ਆ, 3-4 ਸਾਲ ਉੱਪਰ ਨੂੰ ਹੀ ਜਾਣੇ ਆ, ਜਿੱਦਾਂ ਚਿੱਟ ਫੰਡ ਕੰਪਨੀ ਵਾਲੇ ਪਹਿਲਾਂ ਪੈਸੇ ਡਬਲ ਕਰਕੇ ਦਿੰਦੇ ਹੁੰਦੇ ਆ। ਉਹਨਾਂ ਨੂੰ ਵੀ ਪਤਾ ਹੈ ਕਿ ਸਾਨੂੰ 3-4 ਸਾਲ ਜਿੱਤੀ ਮਿਲਣੀ ਹੈ, ਉਹਦੇ ਤੋਂ ਬਾਅਦ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਤਾਂ ਵੱਖਰੀ ਗੱਲ ਹੈ। ਪਰ ਜਦੋਂ ਬੀਜੇਪੀ ਵਾਲੇ ਇਦਾਂ ਜਾਣਗੇ ਨਾ ਤਾਂ ਫਿਰ ਵਿਰੋਧ ਉੱਥੇ ਕੀ ਕਰੂ, ਡਾਂਗ ਮਾਰ ਲੂ ਕੋਈ ਸਿਰ 'ਚ। ਉੱਥੇ ਤਾਂ ਅਗਲੇ ਇਹੀ ਕਹਿਣਗੇ ਕਿ ਚਲੋ ਕੋਈ ਨਹੀਂ, ਤੁਹਾਨੂੰ ਤਰਾਜ ਆ, ਨਾਲ ਬਿਠਾ ਦਿੰਦੇ ਆ, ਬੰਦੇ ਦੇ ਦਿਓ ਜੀ, ਤੁਸੀਂ ਦੱਸੋ ਜੀ ਗੱਲ ਕੀਤੀ। ਬਿਲਕੁਲ ਵੱਖਰੀ ਰਣਨੀਤੀ ਹੈ। ਤੇ ਜਦੋਂ ਅਗਲੇ ਬਰੂਹਾਂ ਤੇ ਆਣ ਕੇ ਖੜੇ ਗਏ ਨਾ ਤੇ ਤੁਸੀਂ ਵੀ ਪਾਣੀ ਦਾ ਗਲਾਸ ਪਿਲਾ ਦੇਣਾ। ਇਸ ਕਰਕੇ ਬਹੁਤ ਧਿਆਨ ਨਾਲ ਪਹਿਲੇ ਮੈਂਟਲੀ ਪ੍ਰਿਪੇਅਰ ਹੋ ਜਾਓ। ਤੇ ਇੱਕ ਆਪਾਂ ਜਾਂਦੇ ਬਾਟ ਸਾਹਿਬ ਗੱਲ ਪਤੇ ਦੀ ਕਰਦੀ ਏ, ਪੰਜਾਬੀ ਬੜੇ ਚਿਰ ਤੋਂ ਭਾਲਦੇ ਸੀ ਕਿ ਯਾਰ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਤੱਕ ਰਾਜ ਕਰਦੀਆਂ ਪਾਰਟੀਆਂ ਨੇ ਜਾਂ ਲੀਡਰ ਨੇ, ਉਹ ਕੁਛ ਨਹੀਂ, ਜਾਂ ਉਹ ਇਨਸਾਫ ਨਹੀਂ ਦੇ ਦਵਾ ਸਕੀਆਂ ਪੰਜਾਬ ਨੂੰ ਜਿਹੜਾ ਚਾਹੀਦਾ ਸੀ। ਤੇ ਬੜੀ ਵਾਰ ਤੀਜਾ ਬਦਲ, ਚੌਥਾ ਬਦਲ, ਪੰਜਵਾਂ ਬਦਲ ਲੱਭਦੇ ਲਵਾਉਂਦੇ, ਫਿਰ ਲੀਡਰ ਰੁੱਸਦੇ, ਮਨਾਉਂਦੇ, ਆਪਸ 'ਚ ਖਿਲਰਦੇ ਆਪਾਂ ਦੇਖੇ ਆ ਪੰਜਾਬ 'ਚ। ਤੇ ਹੁਣ ਜਿਸ ਧਿਰ ਦੀ ਗੱਲ ਪੰਜਾਬੀ ਪਹਿਲਾਂ ਨਹੀਂ ਸੀ ਕਰਦੇ, ਉਹ ਜਿੱਦਾਂ ਹੁੰਦਾ ਨਾ ਵੀ ਵੱਡਾ ਗੇਟ ਹੋਵੇ ਵੱਡੇ ਭਰਾ ਦਾ, ਤੇ ਉਹਦੇ ਅੰਦਰ ਗਲੀ ਲੰਘ ਕੇ ਤੇ ਫਿਰ ਨਿੱਕੀ ਕੰਧ ਕਰਕੇ ਤੇ 2 ਰਸੋਈਆਂ, ਇੱਕ ਸਬਾਤ ਜਿਹੜੀ ਉਹ ਨਿੱਕੇ ਭਰਾ ਦੀ ਉਧਰਲੇ ਪਾਸੇ ਹੋਵੇ, ਉਹ ਵੱਡੇ ਭਰਾ ਦਾ ਗੇਟ ਹੀ ਦੇਖ ਕੇ ਮੁੜ ਆਉਂਦੇ ਹੋਏ ਨਹੀਂ ਇਹ ਆਪਣੇ ਨਾਲ ਨਹੀਂ ਹੈਗੇ। ਉਹ ਜਿਹੜਾ ਨਿੱਕੇ ਭਰਾ ਨੇ ਹੁਣ ਉਧਰੋਂ ਕੰਧ ਢੇੜ ਕੇ ਤੇ ਵੱਡਾ ਗੇਟ ਲਾਉਣ ਦੀ ਕੋਸ਼ਿਸ਼ ਕਰ ਲਈ, ਹੁਣ ਗਲੀ 'ਚੋਂ ਲੰਘਦੇ ਉਹ ਵੱਖਰਾ ਦਿਸਿਆ ਕਰਨਾ। ਇਹਦਾ ਮਤਲਬ ਹੁਣ 2022 'ਚ ਤੀਜੇ ਚੌਥੇ ਬਦਲ ਦੇ ਨਾਲ ਇੱਕ ਹੱਟੀ ਹੋਰ ਖੁੱਲ੍ਹ ਜਾਣੀ ਆ ਪੰਜਾਬ ਦੇ ਵਿੱਚ, ਜਿਹਦੇ ਤੇ ਗਾਹਕ ਜਾਏਗਾ ਜਾਂ ਨਹੀਂ ਜਾਏਗਾ, ਜਾਂ ਉਹ ਗਾਹਕ ਖਿੱਚਣਗੇ ਵੋਟਾਂ ਵਾਲਾ। ਇਹ ਆਉਣ ਵਾਲੇ ਸਮੇਂ ਨੇ ਦੱਸਣਾ। ਦੇਖੋ, ਬਿਲਕੁਲ ਪੁਰਾਣੀ ਹੱਟੀ ਵਾਲੇ ਨੂੰ ਹੁਣ ਆਦਤ ਪੈ ਗਈ ਹੈ ਕਿ ਜਦੋਂ ਉਹਨੇ ਕਿਲੋ ਖੰਡ ਤੋਲਣੀ ਆ ਤੇ ਉਹਨੇ ਐਨ ਉਹ ਜਿਹੜੇ ਉਹ ਹੁੰਦੇ ਨਾ ਕੰਡੇ ਜਾਂ ਉਹ ਬਰਾਬਰ ਕਰਨੇ ਆ। ਤੇ ਇਹਨਾਂ ਨੇ ਕਿਉਂਕਿ ਨਵੇਂ ਆ, ਇਹਨਾਂ ਨੇ ਕੰਡਾ ਜਦੋਂ ਬਰਾਬਰ ਹੋ ਗਿਆ ਤਾਂ ਮਾੜੀ ਜਿਹੀ ਖੰਡ ਐ ਕਰਕੇ ਉਹ 'ਚ ਹੋਰ ਪਾ ਦਿਆ ਕਰਨੀ ਆ ਕਿ ਜਿਹਦੇ ਨਾਲ ਉਹ ਕੰਡਾ ਥੋੜ੍ਹਾ ਜਿਹਾ ਪਿੱਛੇ ਹੋ ਜਾਏ। ਨਹੀਂ ਜੀ, ਉਹ ਤਾਂ ਥੋੜ੍ਹਾ ਜਿਹਾ ਵੱਧ ਪਾ ਦਿੰਦਾ। ਤੇ ਨਾਲ ਇਹ ਵੀ ਕਹਿ ਦੇਣਾ ਨਿੱਕਾ ਜਿਹੜਾ 2 ਟੌਫੀਆਂ ਲੈ ਵੀ ਤੂੰ, ਕੋਈ ਗੱਲ ਨਹੀਂ, ਇਹ ਦੰਦ ਨਹੀਂ ਖਰਾਬ ਕਰਦੀਆਂ। ਮੈਂ ਇੱਥੇ ਇੱਕ ਬੇਨਤੀ ਕਰਦੇ ਹਾਂ, ਸੰਧਾਲੀਆ ਸਾਹਿਬ, ਪੰਜਾਬ ਦੇ ਲੋਕ ਤਿਆਰ ਹੋ ਜਾਣ, ਪੰਜਾਬ ਦੇ ਲੋਕ ਰੈਡੀ ਹੋ ਜਾਣ। ਹੁਣ ਜਿਵੇਂ ਪੱਛਮੀ ਬੰਗਾਲ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ, ਬਿਹਾਰ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ, ਮਹਾਰਾਸ਼ਟਰ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਬੀਜੇਪੀ ਦੇ ਦਰਜਨਾਂ ਕੇਂਦਰੀ ਮੰਤਰੀਆਂ ਦੀਆਂ ਉੱਥੇ ਡਿਊਟੀਆਂ ਲੱਗਦੀਆਂ ਸੀ ਕਿ ਸਰਕਾਰ ਆਪਣੀ ਹੈਗੀ ਕਿ ਨਹੀਂ ਹੈਗੀ, ਕੋਈ ਗੱਲ ਨਹੀਂ, ਸਿੱਧੇ ਜਾ ਕੇ ਕੇਂਦਰ ਸਰਕਾਰ ਦੇ ਪੈਸਿਆਂ ਦੇ ਨਾਲ ਫਲਾਨੀ ਚੀਜ਼ ਦਾ ਨੀਂਹ ਪੱਥਰ ਰੱਖੋ, ਉੱਥੇ ਜਾ ਕੇ ਮਾਰਚ ਕਰੋ, ਉੱਥੇ ਜਾ ਕੇ ਰੈਲੀਆਂ ਕਰੋ। ਪੰਜਾਬ ਦੇ ਵਿੱਚ ਬੀਜੇਪੀ ਇਕੱਲੀ ਹੈ, ਹੁਣ ਸਿਹਰਾ ਕਿਸੇ ਦੇ ਸਿਰ ਵੱਜਣਾ ਨਹੀਂ। ਤੁਸੀਂ ਹੋਰ 2-4 ਮਹੀਨੇ ਰੁਕੋ, ਇੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਆਇਆ ਕਰਨਾ, ਇੱਥੇ ਕੇਂਦਰ ਦੇ ਮੰਤਰੀਆਂ ਨੇ ਵੀ ਆਇਆ ਕਰਨਾ। ਹੋ ਸਕਦਾ ਕਿ ਪੰਜਾਬ 'ਚ 1-2 ਹਵਾਈ ਅੱਡਿਆਂ ਦੀ ਗੱਲ, ਕੁਝ ਮੰਡੀਆਂ ਦੀ ਗੱਲ, ਪੰਜਾਬ ਦੇ ਲੋਕਾਂ ਨੂੰ ਕੇਂਦਰ ਦੇ ਤੋਹਫਿਆਂ ਦੀ ਗੱਲ ਜਿਹੜੀ ਹੈ ਉਹ ਅਗਲੇ ਪਾਸੇ ਨੂੰ ਤੁਰ ਪਏ। ਉਹਦਾ ਫਾਇਦਾ ਲੌਂਗ ਰਨ 'ਚ ਹੁੰਦਾ ਕਿ ਨਹੀਂ ਹੁੰਦਾ,
ਪਰ ਅਗਲਿਆਂ ਨੇ ਹੁਣ ਸਿੱਧੇ ਆ ਕੇ ਕੁੰਡਾ ਖੜਕਾਉਣਾ, ਜਾਗ ਤਾਂ ਨਹੀਂ ਚਾਹੀਦਾ, ਦਹੀਂ ਤਾਂ ਜਮਾਉਣਾ ਹੀ ਹੋਣਾ। ਇਹ ਹੁਣ ਤੁਸੀਂ ਦੇਖਣਾ ਜਮਾਉਣਾ ਕਿ ਨਹੀਂ ਜਮਾਉਣਾ। ਜਿਹੜੇ ਹਾਈਵੇ ਤੇ ਐਕਸਪ੍ਰੈਸਵੇ ਪਿਛਲੇ ਦਿਨਾਂ 'ਚ ਚਰਚਾ 'ਚ ਨੇ, ਉਹਨਾਂ ਸਾਰਿਆਂ ਦੇ ਆਣ ਕੇ ਨੀਂਹ ਪੱਥਰ ਖੁਦ ਰੱਖਣਗੇ ਉਹ। ਇੱਥੋਂ ਕਿਸੇ ਦੀ ਫੋਟੋ ਨਹੀਂ ਹੁਣ ਫਲੈਕਸ ਤੇ ਲੱਗਣ ਦੇਣੀ, ਇਹ ਗੱਲ ਤੇ ਪੱਕੀ ਆ। ਸਾਡੀ ਅੱਜ ਦੀ ਜਿਹੜੀ ਇਹ ਗੱਲਬਾਤ ਹੈ ਜੀ, ਇਹਨੂੰ ਤੁਸੀਂ ਦੱਸਿਓ, ਸਮਝਾਇਓ ਕਿਵੇਂ ਦੀ ਲੱਗੀ। ਬਾਠ ਸਾਹਿਬ ਤੁਸੀਂ ਸਮਾਂ ਕੱਢਿਆ, ਬੜਾ ਧੰਨਵਾਦ। ਬਿਲਕੁਲ ਸੰਧਾਲੀਆ ਸਾਹਿਬ, ਮੈਂ ਫੇਰ ਬੇਨਤੀ ਕਰਦੇ ਹਾਂ ਕਿ ਭਾਈ ਅਸੀਂ ਇਹ ਨਹੀਂ ਕੀਤਾ ਕਿ ਉਹਨਾਂ ਨੇ ਤਕੜੇ ਹੋ ਜਾਣਾ ਜਾਂ ਮਾੜੇ ਹੋ ਜਾਣਾ। ਅੱਜ ਦੀ ਗੱਲ ਲੋਕਾਂ ਦੇ ਪੱਖ ਤੋਂ ਨਹੀਂ, ਅੱਜ ਦੀ ਗੱਲ ਪੰਜਾਬ ਦੇ ਸਿਆਸੀ ਤੌਰ ਦੇ ਉੱਤੇ ਐਕਸ-ਰੇ ਦੇ ਵਿੱਚੋਂ, ਸਕੈਨਿੰਗ ਦੇ ਵਿੱਚੋਂ ਕੱਢ ਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਨਾ ਸੋਚਿਓ ਕਿ 3-4 ਪਾਰਟੀਆਂ ਦੀਆਂ ਝੰਡੀਆਂ, ਉਦੋਂ ਟਰੈਕਟਰ ਇੱਕ ਹੋਰ ਹੋਣਾ, ਉਦੋਂ ਝੰਡੀਆਂ ਇੱਕ ਹੋਰ ਹੋਣੀਆਂ, ਆਹ ਕੁਝ ਤੁਹਾਡੇ ਸਾਹਮਣੇ ਹੋਣਾ। ਬਾਕੀ ਤੁਸੀਂ ਭਾਈ ਜਨਤਾ ਜਨਾਰਦਨ ਆ, ਉਹਨਾਂ ਨੇ ਸਭ ਕੁਝ ਕਰਨਾ, ਸਾਡੇ ਵੱਲੋਂ ਫਤਿਹ ਹੈ ਜੀ। ਠੀਕ ਆ, ਧੰਨਵਾਦ ਬਾਠ ਸਾਹਿਬ ਤੁਹਾਡਾ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਆਪਣੀ ਫੀਡਬੈਕ ਪਹੁੰਚਾਉਂਦੇ ਰਹਿਣਾ, ਜੋ ਤੁਸੀਂ ਇਸ ਪ੍ਰੋਗਰਾਮ ਦੇ ਵਿੱਚੋਂ ਤੁਹਾਨੂੰ ਸਮਝ ਆਇਆ ਜਾਂ ਜੋ ਤੁਹਾਡੇ ਇਤਰਾਜ਼ ਨੇ ਜਾਂ ਜੋ ਤੁਸੀਂ ਸੋਚਦੇ ਹੋ, ਜ਼ਰੂਰ ਆਪਣੇ ਕਮੈਂਟ ਦੇ ਰੂਪ ਵਿੱਚ ਲਿਖਣਾ, ਦੱਸਣਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।